ਸਿਆਣੇ ਕਹਿੰਦੇ ਨੇ ਮਾਨਵਤਾ ਦੀ ਸੇਵਾ ਸਭ ਤੋਂ ਉੱਤਮ ਧਰਮ ਹੈ। ਜੇ ਕੋਈ ਲੋੜਵੰਦ ਮਿਲੇ ਤਾਂ ਉਸ ਦੀ ਜ਼ਰੂਰ ਬਾਂਹ ਫੜਨੀ ਚਾਹੀਦੀ ਹੈ। ਤੇ ਇਹ ਧਰਮ ਦੀ ਸੇਵਾ ਨਿਭਾਈ ਹੈ ਯੂਕੇ ਦੀ ਸੰਸਥਾ ਮਾਈ ਭਾਗੋ ਸੇਵਾ ਟਰਸਟ ਨੇ, ਜਿਨ੍ਹਾਂ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਲੋੜਵੰਦਾਂ ਦੀ ਬਾਂਹ ਫੜੀ ਤੇ ਉਹਨਾਂ ਦੀ ਹਰ ਇੱਕ ਲੋੜ ਨੂੰ ਪੂਰਾ ਕਰਨ ਦੀ ਪੁਰਜ਼ੋਰ ਕੋਸ਼ਿਸ਼ ਵੀ ਕੀਤੀ। ਗਵਾਂਢੀਆਂ ਮੇਰੇ ਨਾਲ ਰਾਮ ਮੂਰਤੀ ਹੈ। ਹਾਂਜੀ, ਮੈਂ ਬੱਸ ਸਟੈਂਡ 'ਤੇ ਕੰਮ ਕਰਦਾ ਹਾਂ। ਤੇ ਇਹਨਾਂ ਦੀ ਬਹੁਤ ਹਾਲਾਤ ਮਾੜੇ ਨੇ, 2 ਬੱਚੇ ਆ ਤੇ ਕਿਰਪਾ ਕਰਕੇ ਇਹਨਾਂ ਦਾ ਜਿਹੜਾ ਮਕਾਨ ਬਣਾਇਆ ਜਾਏ। ਆਓ ਉਹਨਾਂ ਦੀ ਇਸ ਕੋਸ਼ਿਸ਼ ਦਾ ਆਪਾਂ ਵੀ ਹਿੱਸਾ ਬਣੀਏ, ਆਪਣਾ ਦਸਵੰਧ ਸਾਂਝਾ ਕਰੀਏ। ਜੇ ਤੁਸੀਂ ਕਿਸੇ ਵੀ ਤਰੀਕੇ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ, ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਹੇਠਾਂ ਦਿੱਤੇ ਅਕਾਊਂਟ ਵਿੱਚ ਆਪਣੀ ਸੇਵਾ ਵੀ ਸਾਂਝੀ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੁੱਪ ਉਦਾਸੀ ਖੁਸ਼ੀਆਂ ਖੇੜੇ ਸਾਰੇ ਜੀਣ ਦੇ ਰੰਗ, ਆਪੋ ਆਪਣੀ ਸੋਚ ਸਾਡੀ ਆਪੋ ਆਪਣਾ ਢੰਗ, ਪਿਆਰ ਮੁਹੱਬਤ ਕਰੇ ਪਸਾਰਾ ਖਤਮ ਹੋਵੇ ਹਰ ਜੰਗ। ਆਓ ਰਲ ਕੇ ਬੈਠੀਏ ਕਲਮਾਂ ਦੇ ਅੰਗ ਸੰਗ, ਰਾਜ ਲਾਲੀ ਬਟਾਲਾ ਕਰੇ ਸਭਨਾ ਤੋਂ ਇੱਕ ਮੰਗ। ਆਓ ਰਲ ਕੇ ਵੇਖੀਏ ਪ੍ਰੋਗਰਾਮ ਕਲਮਾਂ ਦੇ ਅੰਗ ਸੰਗ, ਵੇਖਣਾ ਨਾ ਭੁੱਲਣਾ, ਓਨਲੀ ਔਨ ਬ੍ਰਿਟਿਸ਼ ਪੰਜਾਬੀ ਟੀਵੀ। ਆਦਾਬ ਦੋਸਤੋ, ਬ੍ਰਿਟਿਸ਼ ਪੰਜਾਬੀ ਟੀਵੀ ਤੇ ਪ੍ਰੋਗਰਾਮ ਕਲਮਾਂ ਦੇ ਅੰਗ ਸੰਗ ਵਿੱਚ ਤੁਹਾਡਾ ਸਾਰਿਆਂ ਦਾ ਹੀ ਰਾਜ ਲਾਲੀ ਬਟਾਲਾ ਵੱਲੋਂ ਨਿੱਘਾ ਸਵਾਗਤ। ਤੁਹਾਡੇ ਸਾਰਿਆਂ ਵੱਲੋਂ ਬਹੁਤ ਇੱਕ ਪਿਆਰ ਭਰਿਆ ਹੁੰਗਾਰਾ ਮਿਲ ਰਿਹਾ ਇਸ ਪ੍ਰੋਗਰਾਮ ਨੂੰ, ਉਸ ਲਈ ਆਪਾਂ ਤੁਹਾਡੇ ਸ਼ੁਕਰਗੁਜ਼ਾਰ ਹਾਂ। ਪਿਛਲੇ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ ਸਨ ਧਨਵੰਤ ਸਿੰਘ ਘੁਮਾਨ ਜੀ ਸੁਖਰਾਜ ਕੈਫੇ ਵਰਡ ਤੋਂ, ਔਰ ਡਾਕਟਰ ਨਰੇਸ਼ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਤੋਂ। ਨਜ਼ਮਾਂ ਦਾ ਦੌਰ ਚੱਲਿਆ ਸੀਗਾ ਔਰ ਪੰਜਾਬੀ ਬਾਰੇ ਗੱਲ ਹੋਈ ਸੀ, ਮਾਂ ਬੋਲੀ ਬਾਰੇ, ਔਰ ਕਾਫੀ ਇੱਕ ਚੰਗੀ ਜਾਣਕਾਰੀ ਮਿਲੀ ਸੀ ਸਾਰੇ ਹੀ ਸਰੋਤਿਆਂ ਨੂੰ, ਪਾਠਕਾਂ ਨੂੰ। ਸੋ ਬਹੁਤ ਬਹੁਤ ਸ਼ੁਕਰੀਆ। ਔਰ ਤੁਹਾਡੇ ਜੋ ਵਿਚਾਰ ਨੇ ਸਾਡੇ ਵਾਸਤੇ ਅਨਮੋਲ ਹਨ। ਤੁਹਾਡੇ ਮਨ 'ਚ ਕੋਈ ਵੀ ਵਿਚਾਰ ਆਉਂਦਾ ਹੈ, ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ, ਚਾਹੇ ਸੋਸ਼ਲ ਮੀਡੀਆ ਤੇ, ਚਾਹੇ ਸਾਡਾ ਗਰੁੱਪ ਹੈ ਕਲਮਾਂ ਦੇ ਅੰਗ ਸੰਗ ਫੇਸਬੁੱਕ ਤੇ। ਉਸ ਗਰੁੱਪ ਵਿੱਚ ਜਾ ਕੇ ਤੁਸੀਂ ਮੈਨੂੰ ਚਾਹੇ ਮੈਸੇਜ ਕਰ ਦਿਓ, ਚਾਹੇ ਬ੍ਰਿਟਿਸ਼ ਪੰਜਾਬੀ ਟੀਵੀ ਨੂੰ ਮੈਸੇਜ ਕਰ ਦਿਓ, ਤੁਹਾਡੀ ਹਰ ਗੱਲ ਤੇ ਆਪਾਂ ਗੌਰ ਕਰਦੇ ਹਾਂ। ਔਰ ਜੇ ਤੁਹਾਡੇ ਮਨ 'ਚ ਕੋਈ ਲੇਖਕ ਹੈ ਜਾਂ ਕੋਈ ਲੇਖਿਕਾ ਹੈ ਜਿਹੜੇ ਇੱਕ ਵਧੀਆ ਲਿਖ ਰਹੇ ਨੇ ਪੰਜਾਬੀ ਵਾਸਤੇ, ਵਧੀਆ ਕੰਮ ਕਰ ਰਹੇ ਨੇ, ਤੁਹਾਨੂੰ ਇਹ ਗੁਜ਼ਾਰਿਸ਼ ਹੈ ਕਿ ਸਾਨੂੰ ਉਹਨਾਂ ਦਾ ਨਾਮ ਭੇਜਤੇ ਜਾਣ। ਅਸੀਂ ਯਤਨ ਕਰਾਂਗੇ ਕਿ ਉਹਨਾਂ ਨਾਲ ਤੁਹਾਡੀ ਸਾਂਝ ਪਾਈ ਜਾਵੇ। ਸੋ ਬਹੁਤ ਬਹੁਤ ਸ਼ੁਕਰੀਆ। ਇੱਕ ਹੋਰ ਬੜੀ ਵਧੀਆ ਚੀਜ਼ ਹੈ ਕਿ ਕੁਛ ਦੋਸਤ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਹਮੇਸ਼ਾ ਜੁੜਦੇ ਹਨ ਔਰ ਉਹਨਾਂ ਦਾ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਕੁਛ ਨਾਮ ਮੇਰੇ ਜੋ ਜਹਿਨ 'ਚ ਇਸ ਟਾਈਮ ਆ ਰਹੇ ਹਨ, ਉਹਨਾਂ ਵਿੱਚ ਗੱਲ ਕਰਾਂ ਪ੍ਰੋਫੈਸਰ ਜਗਤਾਰ ਧੀਮਾਨ ਜੀ, ਕੈਲਾਸ਼ ਅਮਲੋਹੀ ਸਰ, ਗੁਰਚਰਨ ਜੋਗੀ ਭਾਜੀ, ਸੁਨੀਤਾ ਸ਼ਰਮਾ ਜੀ, ਰੀਤ ਕਮਲ ਕੌਰ ਜੱਜ ਜੀ, ਪ੍ਰਵਿੰਦਰ ਗੋਗੀ ਜੀ, ਕਮਲਦੇਵ ਪਾਲ ਜੀ, ਕੇਵਲ ਕ੍ਰਿਸ਼ਨ ਸ਼ਰਮਾ ਜੀ, ਸੁਨੀਤਾ ਸ਼ਰਮਾ ਜੀ, ਔਰ ਡਾਕਟਰ ਮੁਕੇਸ਼ ਸ਼ਰਮਾ, ਕੇਵਲ ਕ੍ਰਿਸ਼ਨ ਸ਼ਰਮਾ ਜੀ। ਸੋ ਕਾਫੀ ਨਾਮ ਨੇ ਜੋ ਸਾਡੇ ਨਾਲ ਜੁੜਦੇ ਨੇ ਹਰ ਪ੍ਰੋਗਰਾਮ ਵਿੱਚ, ਔਰ ਇਸ ਗੱਲ ਦੀ ਖੁਸ਼ੀ ਹੈ ਕਿਉਂਕਿ ਜਦੋਂ ਤੁਸੀਂ ਨਾਲ ਜੁੜਦੇ ਜੇ ਇੱਕ ਨਿਰੋਲ ਸਾਹਿਤਕ ਪ੍ਰੋਗਰਾਮ ਦੇ, ਇੱਕ ਚੰਗਾ ਹੁੰਗਾਰਾ ਮਿਲਦਾ ਆ ਔਰ ਇੱਕ ਪ੍ਰੋਗਰਾਮ ਨੂੰ ਦੇਖਦੇ ਲੋਕਾਂ ਨੂੰ ਇੱਕ ਵਧੀਆ ਲੱਗਦਾ। ਔਰ ਅਸੀਂ ਯਤਨਸ਼ੀਲ ਇਹੀ ਹਾਂ ਕਿ ਜੋ ਵੀ ਆਪਣੇ ਦੋਸਤ ਨੇ, ਮਿੱਤਰ ਨੇ ਜਾਂ ਸਕੇ ਸੰਬੰਧੀ ਨੇ, ਜੇ ਉਹਨਾਂ 'ਚ ਕੋਈ ਨਵੀਂ ਪੀੜ੍ਹੀ 'ਚੋਂ ਕੋਈ ਨਵਾਂ ਬੱਚਾ ਜਾਂ ਕੋਈ ਬੱਚੀ ਸਾਹਿਤ ਨਾਲ ਜੁੜਦੇ ਨੇ, ਤਾਂ ਇਹਦਾ ਮਤਲਬ ਹੈ ਕਿ ਉਹ ਇੱਕ ਪੋਜ਼ੀਟਿਵ એનર્ਜੀ ਨੂੰ ਜਾ ਰਹੇ ਨੇ ਤੇ ਨੈਗੇਟਿਵ એનર્ਜੀ ਤੋਂ ਵੱਖ ਹੋ ਰਹੇ ਨੇ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨੂੰ ਵੇਖਣ ਲਈ, ਸਾਂਝਾ ਕਰਨ ਲਈ ਔਰ ਪ੍ਰੋਗਰਾਮ ਨਾਲ ਹਮੇਸ਼ਾ ਨਿਰੰਤਰ ਜੁੜੇ ਰਹਿਣ ਲਈ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਅੱਜ ਦਾ ਜੋ ਸਾਡਾ ਪ੍ਰੋਗਰਾਮ ਆ ਸਾਡੇ ਲਈ ਬਹੁਤ ਖਾਸ ਆ, ਬਹੁਤ ਹੀ ਸਪੈਸ਼ਲ ਹੈ, ਕਿਉਂਕਿ ਅੱਜ ਦੇ ਪ੍ਰੋਗਰਾਮ ਵਿੱਚ 2 ਨਾਮਵਰ ਕਲਮਾਂ, ਠੀਕ ਹੈ ਨਾ, ਜਿਨ੍ਹਾਂ ਨੇ ਪੰਜਾਬੀ ਸਾਹਿਤ ਵਾਸਤੇ, ਪੰਜਾਬੀ ਮਾਂ ਬੋਲੀ ਵਾਸਤੇ ਯਤਨਸ਼ੀਲ ਹਨ ਔਰ ਇਹਨਾਂ ਨੇ ਕਾਫੀ ਕੰਮ ਕੀਤਾ ਵੀ ਹੈ। ਸੋ ਅੱਜ ਸਾਡੇ ਨਾਲ ਚੜ੍ਹਦੇ ਪੰਜਾਬ ਤੋਂ ਤੇ ਲਹਿੰਦੇ ਪੰਜਾਬ ਤੋਂ
दो कमाल दियां कलमां, बा कमाल कलमां। ताहिरा सरां जी पाकिस्तान तो, और मैडम मनजीत इंदिरा जी इंडिया तो, पंजाब तो। सो एक चढ़दे पंजाब तो, एक लਹਿੰਦੇ पंजाब तो, एक सुमेल होएगा अज ਸਾਹਿਤ ਦਾ, एक ਅਸੀਂ ਗੱਲਾਂ ਕਰਾਂਗੇ ਮਾਂ ਬੋਲੀ ਦੀਆਂ, ਔਰ ਇਹ ਬੜੀ ਖੁਸ਼ੀ ਹੋਏਗੀ ਕਿ ਆਪਾਂ ਸਾਰੇ ਇਕੱਠੇ ਹੋ ਕੇ ਗੱਲ ਕਰ ਰਹੇ ਹਾਂ। ਸਭ ਤੋਂ ਜੋ ਮੇਰਾ ਪਹਿਲਾ ਮੈਂ ਯਤਨ ਕਰਨਾ, ਕਿਉਂਕਿ ਆਪਾਂ ਸਾਡੇ ਘਰ 'ਚ ਇੱਕ ਮਹਿਮਾਨ ਦੇ ਤੌਰ ਤੇ ਆਏ ਨੇ ਤਾਹਿਰਾ ਸਰਾਂ ਜੀ, ਤੇ ਮੈਂ ਯਤਨ ਕਰਨਾ ਕਿ ਉਹਨਾਂ ਦਾ ਤੁਹਾਡਾ ਤਾਰਫ ਕਰਾਇਆ ਜਾਵੇ। ਸੋ ਸਮ ਹੋ ਕੁਛ ਟੈਕਨੀਕਲ ਡਿਫੀਕਲਟੀ ਕਰਕੇ ਉਹ ਪਹਿਲੇ ਆਏ ਸੀ ਲਾਈਵ ਸਨ, ਇਸ ਟਾਈਮ ਸ਼ਾਇਦ ਵੀਡੀਓ ਬੰਦ ਹੋ ਗਈ, ਪਤਾ ਨਹੀਂ ਕੀ ਗੱਲ ਹੈ, ਪਰ ਫਿਰ ਵੀ ਮੈਂ ਚਾਹੁੰਦਾ ਕਿ ਜਿਹੜਾ ਆਪਣਾ ਪ੍ਰੋਗਰਾਮ ਦਾ ਜਿਹੜਾ ਫਾਰਮੈਟ ਆ ਉਹ ਪੂਰਾ ਕੀਤਾ ਜਾਵੇ। ਸੋ ਤਾਹਿਰਾ ਸਰਾਂ ਜੀ ਮੰਡੀ ਡੱਬ ਸਿੰਘ ਤੋਂ, ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਤੋਂ ਹਨ, ਔਰ ਇਹਨਾਂ ਦੀ ਜਿਹੜੀ ਪਹਿਲੀ ਕਿਤਾਬ ਸੀ ਬੋਲਦੀ ਮਿੱਟੀ, ਚੋਣ ਸੀ ਬੋਲੀਆਂ ਉੱਤੇ ਰਿਸਰਚ ਸੀਗੀ, ਔਰ ਦੂਸਰੀ ਕਿਤਾਬ ਇਹਨਾਂ ਦੀ ਸ਼ੀਸ਼ਾ, ਜੋ ਕਿ ਸ਼ਾਹਮੁਖੀ ਵਿੱਚ ਵੀ ਹੋਈ ਔਰ ਬਾਅਦ 'ਚ ਗੁਰਮੁਖੀ ਵਿੱਚ ਵੀ ਪਬਲਿਸ਼ ਹੋਈ। ਇਹਨਾਂ ਨੇ ਤਰੰਜਨ ਵੈਲਫੇਅਰ ਫਾਊਂਡੇਸ਼ਨ ਸ਼ੁਰੂ ਕੀਤਾ ਹੈ, ਜੋ ਖਵਾਤੀਨ ਹਨ ਉਹਨਾਂ ਦੀ ਭਲਾਈ ਵਾਸਤੇ ਯਤਨਸ਼ੀਲ ਹਨ, ਔਰ ਜੇ ਕਿਸੇ ਔਰਤ ਨੂੰ, ਕਿਸੇ ਖਵਾਤੀਨ ਨੂੰ ਕੋਈ ਮੁਸ਼ਕਿਲਾਤ ਆ ਰਹੀਆਂ ਨੇ ਉਹਨਾਂ ਦੀ ਘਰੇਲੂ ਜ਼ਿੰਦਗੀ 'ਚ ਜਾਂ ਕਿਸੇ ਵੀ ਜ਼ਿੰਦਗੀ ਵਿੱਚ ਕਿਸੇ ਪਾਸਿਓਂ ਵੀ, ਤਾਂ ਉਹ ਉਹਨਾਂ ਨਾਲ ਰਾਬਤਾ ਕਰ ਸਕਦੇ ਹਨ ਤਾਹਿਰਾ ਸਰਾਂ ਜੀ ਨਾਲ। ਤਾਹਿਰਾ ਸਰਾਂ ਜੀ ਸਾਡਾ ਪੰਜਾਬੀ ਮੈਗਜ਼ੀਨ ਦੀ ਚੀਫ ਐਡੀਟਰ ਵੀ ਹਨ, ਔਰ ਬਹੁਤ ਕਮਾਲ ਦਾ ਕੰਮ ਕਰ ਰਹੇ ਹਨ। ਇਹਨਾਂ ਦੀਆਂ ਜੋ ਸ਼ਬਦਾਵਲੀ ਆ, ਇਹਨਾਂ ਦੀਆਂ ਗਜ਼ਲਾਂ ਵਿੱਚ, ਇਹਨਾਂ ਦੀਆਂ ਕਵਿਤਾਵਾਂ ਵਿੱਚ, ਬੋਲੀਆਂ ਵਿੱਚ, ਉਹ ਇੱਕ ਆਮ ਪੇਂਡੂ ਸਾਡੀ ਜਿਹੜੀ ਪੇਂਡੂ ਸੱਭਿਆਚਾਰ ਆ, ਪੇਂਡੂ ਭਾਸ਼ਾ, ਉਹ ਹੈ। ਸੋ ਜਿਹੜੇ ਆਮ ਪਾਠਕ ਨੇ ਜਾਂ ਆਮ ਲੋਕ ਨੇ ਬਹੁਤ ਜਲਦੀ ਜੁੜਦੇ ਹਨ ਇਹਨਾਂ ਨਾਲ। ਤੇ ਇਹਨਾਂ ਦੀਆਂ ਮਨਜੀਤ ਮੈਡਮ ਇਹਨਾਂ ਦੀਆਂ ਤੁਹਾਨੂੰ ਸਾਂਝੇ ਕਰਦੇ ਆ ਚੰਦ ਲਾਈਨਾਂ ਤਾਹਿਰਾ ਜੀ ਦਾ, ਤੇ ਲਿਖਦੇ ਨੇ ਕਿ ਕੀ ਬੋਲਾਂ ਤੇ ਕੀ ਨਾ ਬੋਲਾਂ, ਮੇਰੀ ਅਸਲ ਕਹਾਣੀ ਚੁੱਪੇ, ਚੁੱਪ ਦੇ ਅੱਗੇ ਚੁੱਪੇ ਤਾਹਿਰਾ, ਕਦ ਤੱਕ ਹੋਰ ਹੰਡਾਣੀ ਚੁੱਪੇ। ਸੋ ਅਸੀਂ ਇਸਤਕਬਾਲ ਕਰਦੇ ਹਾਂ ਤਾਹਿਰਾ ਸਰਾਂ ਜੀ ਦਾ ਇਸ ਪ੍ਰੋਗਰਾਮ ਵਿੱਚ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਮ ਹੋ ਕੁਛ ਟੈਕਨੀਕਲ ਡਿਫੀਕਲਟੀ, ਉਹਨਾਂ ਦੀ ਵੀਡੀਓ ਅਜੇ ਵੀ ਸ਼ੋ ਨਹੀਂ ਹੋ ਰਹੀ, ਪਰ ਫਿਰ ਵੀ ਬਹੁਤ ਬਹੁਤ ਸਵਾਗਤ ਉਹਨਾਂ ਦਾ। ਉਸ ਤੋਂ ਅੱਗੇ ਚੱਲਦੇ ਹਾਂ ਜੀ, ਅਸੀਂ ਗੱਲ ਕਰਦੇ ਹਾਂ ਮੈਡਮ ਮਨਜੀਤ ਇੰਦਰਾ ਜੀ ਦੀ। ਸੋ ਸਭ ਤੋਂ ਪਹਿਲਾਂ ਤਾਂ ਮੈਡਮ ਸਾਡਾ ਇੱਕ ਧੰਨ ਭਾਗ ਹੈ, ਸਾਡਾ ਸਵਾਗਤ ਹੈ, ਸਾਡੇ ਤਹਿ ਦਿਲੋਂ ਸਵਾਗਤ ਹੈ ਕਿ ਤੁਸੀਂ ਸਾਡੇ ਨਾਲ ਜੁੜੇ ਹੋ। ਮੈਡਮ ਮਨਜੀਤ ਇੰਦਰਾ ਜੀ ਦਾ ਇੱਕ ਲੰਬਾ ਸਾਹਿਤਕ ਸਫ਼ਰ ਹੈ, ਇੱਕ ਲੰਬਾ ਔਰ ਇੱਕ ਕਾਮਯਾਬ ਸਾਹਿਤਕ ਸਫ਼ਰ ਹੈ। ਇਹਨਾਂ ਦੀਆਂ ਕਵਿਤਾਵਾਂ, ਇਹਨਾਂ ਦੀ ਸ਼ਾਇਰੀ, ਵੱਡੀ ਗੱਲ ਹੈ ਕਿ ਉਹ ਆਮ ਲੋਕਾਂ ਨੇ ਪੜ੍ਹੀ, ਆਮ ਲੋਕਾਂ ਤੱਕ ਪਹੁੰਚੀ, ਜੋ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਇੱਕ ਲੇਖਕ ਦੀ। ਇਹਨਾਂ ਦੀਆਂ ਕਿਤਾਬਾਂ ਵਿੱਚ ਜਿਹੜੀ ਪਹਿਲੀ ਕਿਤਾਬ ਸੀਗੀ 1962 ਵਿੱਚ ਅੰਤःਕਰਨ, ਉਸ ਤੋਂ ਬਾਅਦ 74 ਵਿੱਚ, ਹਾਂਜੀ, ਔਰ ਬਾਅਦ ਚ ਇਹਨਾਂ ਕਿਤਾਬਾਂ ਵਿੱਚ ਰੋ ਵਿਦਰੋਹ, ਕਾਲਾ ਬਾਗ, ਚੰਦਰੇ ਹਨੇਰੇ, ਤਾਰਿਆਂ ਦਾ ਛੱਜ, ਅਲਖ, ਪੂਰਤੀ ਅਪੂਰਤੀ, ਤੂੰ ਆਵਾਜ਼ ਮਾਰੀ ਹੈ। ਇਹਨਾਂ ਦੀਆਂ ਕਈ ਕਿਤਾਬਾਂ ਦਾ ਜਿਹੜਾ ਉਹ ਟ੍ਰਾਂਸਲੇਸ਼ਨ ਹੋ ਚੁੱਕੀ ਹੈ ਦੂਜੀਆਂ ਭਾਸ਼ਾਵਾਂ ਵਿੱਚ ਵੀ, ਜਿਵੇਂ ਫॉर ਐਗਜ਼ਾਮਪਲ ਟਵਿਲਾਈਟ ਜ਼ੋਨ ਇਹਨਾਂ ਦੀ ਕਿਤਾਬ ਹੈ। ਬਟ ਤੁਹਾਡੇ ਕੋਲ ਜੇ ਕਿਤਾਬ ਤੁਸੀਂ ਸ਼ੋਅ ਕਰ ਸਕਦੇ ਆਪਾਂ, ਜਦੋਂ ਤੁਹਾਡੇ ਕੋਲ ਕਿਤਾਬ ਪਈ ਹੋਵੇ ਤਾਂ, ਤੇ ਉਹ ਇੰਗਲਿਸ਼ ਵਿੱਚ ਟ੍ਰਾਂਸਲੇਟ ਹੋਈ ਕਿਤਾਬ ਇਹਨਾਂ ਦੀ, ਸੋ ਤੁਸੀਂ ਦੇਖ ਸਕਦੇ ਹੋ। ਔਰ ਇੱਕ ਕਿਤਾਬ ਦਾ, ਹਾਂਜੀ ਕਿਆ ਬਾਤ ਹੈ, ਇੱਕ ਖਾਸ ਕਿਤਾਬ ਦਾ ਜ਼ਿਕਰ ਕਰਾਂਗਾ ਮੈਂ, ਤਾਰਿਆਂ ਦਾ ਛੱਜ, ਉਜ਼ਬੇਕ ਭਾਸ਼ਾ ਵਿੱਚ ਇਹਨਾਂ ਦੀ ਕਿਤਾਬ ਆ ਚੁੱਕੀ ਹੈ ਜੀ। ਵਾਹ ਕਿਆ ਬਾਤ ਹੈ। ਔਰ ਇੱਕ ਕਿਤਾਬ ਦਾ ਖਾਸ ਜ਼ਿਕਰ ਜੋ ਕਰਨਾ ਚਾਹਾਂਗਾ ਉਹ ਹੈ ਤਾਰਿਆਂ ਦਾ ਛੱਜ। ਔਰ ਜਿੰਨੀ ਵੀ ਆਪਣੇ ਨਵੀਂ ਪੀੜ੍ਹੀ ਹੈ, ਨਵੇਂ ਜਿੰਨੇ ਵੀ ਸਾਡੇ ਨਾਲ ਜੁੜੇ ਨੇ ਨਵੇਂ, ਉਹਨਾਂ ਨੂੰ ਇੱਕ ਗੁਜ਼ਾਰਿਸ਼ ਹੈ ਕਿ ਜ਼ਰੂਰ ਜਦੋਂ ਵੀ ਤੁਹਾਨੂੰ ਸੌਂ ਮਿਲੇ, ਪਲੀਜ਼ ਇਹ ਕਿਤਾਬ ਇਹਨਾਂ ਦੀ ਜ਼ਰੂਰ ਪੜ੍ਹਿਓ, ਤਾਰਿਆਂ ਦਾ ਛੱਜ, ਕਿਉਂਕਿ ਉਸ ਵਿੱਚ ਤੁਸੀਂ ਉਸ ਵਕਤ 'ਚ ਪਹੁੰਚ ਜਾਂਦੇ ਹੋ ਜਿਸ ਵਕਤ ਅਸੀਂ ਗੱਲ ਕਰ ਰਹੇ ਹਾਂ ਪ੍ਰੋਫੈਸਰ ਮੋਹਨ ਸਿੰਘ ਦੀ, ਜਾਂ ਉਸ ਦੌਰ ਦੀ ਗੱਲ ਕਰ ਰਹੇ ਹਾਂ, ਅੰਮ੍ਰਿਤਾ ਪ੍ਰੀਤਮ ਦੀ ਗੱਲ ਕਰਦੇ ਹਾਂ ਆਪਾਂ। ਸੋ ਅਸੀਂ ਜਿਹੜੇ ਲੇਖਕਾਂ ਨੂੰ ਅਸੀਂ ਪੜ੍ਹਿਆ ਕਿਤਾਬਾਂ ਵਿੱਚ, ਜਿਨ੍ਹਾਂ ਨੂੰ ਮਾਣਿਆ ਆਪਾਂ, ਚਾਹੇ ਸ਼ਿਵ ਬਟਾਲਵੀ ਆ, ਚਾਹੇ ਪ੍ਰੋਫੈਸਰ ਮੋਹਨ ਸਿੰਘ ਹੋਣੀ ਹੋਈ, ਅੰਮ੍ਰਿਤਾ ਪ੍ਰੀਤਮ ਹੋਣੀ, ਉਹਨਾਂ ਨਾਲ ਇਹਨਾਂ ਨੇ ਆਪਣਾ ਕਵੀ ਦਰਬਾਰ ਕੀਤੇ, ਔਰ ਇੱਕ ਵਧੀਆ ਸਾਂਝ ਇਹਨਾਂ ਦੀ ਉਹਨਾਂ ਨਾਲ ਰਹੀ। ਸੋ ਸਾਡੇ ਬੜੇ ਧੰਨ ਭਾਗ ਨੇ ਕਿ ਸਾਡੇ ਨਾਲ ਅੱਜ ਮੈਡਮ ਮਨਜੀਤ ਇੰਦਰਾ ਹਨ। ਔਰ ਜਦੋਂ ਲਿਖਦੇ ਹਨ ਤਾਂ ਇਹਨਾਂ ਦੀ ਜਿਹੜੀ ਗੱਲ ਸਹੀ ਹੈ ਕਿ ਕਵੀ ਲਿਖਦਾ ਬੇਸ਼ੱਕ ਆਪਣੇ ਵਾਸਤੇ, ਪਰ ਜਿਹੜੀ ਉਹਨਾਂ ਦੀ ਗੱਲ ਹੁੰਦੀ ਆ ਉਹ ਇੱਕ ਆਮ ਲੋਕਾਂ ਤੱਕ ਪਹੁੰਚ ਜਾਂਦੀ ਆ। ਸੋ ਜਿਵੇਂ ਮੈਂ ਮੈਡਮ ਜੀ ਤੁਹਾਡੇ ਨਾਲ ਸਾਂਝੀ ਕਰਦਾ ਕੁਛ ਚੰਦ ਲਾਈਨਾਂ, ਕਿ
ਇਹਨਾਂ ਦੀ ਇੱਕ ਤਾਂ ਹੋਰ ਖਾਸੀਅਤ ਕਿਹੜੀ ਤਰਨਮ ਬੜੀ ਕਮਾਲ ਦੀ ਹੈ। ਜਦੋਂ ਤਰਨਮ ਦੀ ਗੱਲ ਕਰਦੇ ਤਾਂ ਬਹੁਤ ਚੰਗੀ ਲੱਗਦੀ ਹੈ। ਔਰ ਮੈਨੂੰ ਯਕੀਨ ਮੰਨਿਓ, ਮੈਂ ਇੱਥੇ ਪਬਲਿਕ ਤੌਰ ਤੇ ਕਰ ਰਿਹਾ ਕਿ ਮੈਂ ਤੁਹਾਡਾ ਵਾਕਿਆ ਬਹੁਤ ਵੱਡਾ ਫੈਨ ਹੈ। ਇਹਦੇ ਚ ਕੋਈ ਦੋ ਰਾਏ ਨਹੀਂ। ਇਹ ਲਿਖਦੇ ਨੇ ਕਿ ਰੋਨੀ ਆਣੀ ਮਾਏ ਗਲ ਲੱਗ ਤੇਰੀ ਯਾਦ ਦੇ, ਰੋਨੀ ਆਣੀ ਮਾਏ ਗਲ ਲੱਗ ਤੇਰੀ ਯਾਦ ਦੇ, ਦੇਵੇ ਨਾ ਦਿਲਾਸਾ ਤੇਰੀ ਯਾਦ। ਸੋ ਦੋ ਲਾਈਨਾਂ ਵਿੱਚ ਵੀ ਬਹੁਤ ਕੁਛ ਕਮਾਲ ਦਾ, ਇੱਕ ਇਮੋਸ਼ਨਲ ਪੋਇਟਰੀ, ਕਮਾਲ ਦੀ ਪੋਇਟਰੀ। ਔਰ ਜੇ ਗੱਲ ਕਰੀਏ ਆਪਾਂ ਧੀਆਂ ਬਾਰੇ ਜਾਂ ਔਰਤਾਂ ਬਾਰੇ, ਜੇ ਉਹਨਾਂ ਦੇ ਦੁੱਖ ਦੀ ਗੱਲ ਕਰਨੀ ਹੋਵੇ, ਬਿਆਨ ਕਰਨੀ ਹੋਵੇ, ਤਾਂ ਇਹ ਲਿਖਦੇ ਨੇ ਕਿ ਮਾਏ ਨੀ ਕਹੀ ਜਨਨੀ, ਮਾਏ ਨੀ ਕਹੀ ਮੈਂ ਜਾਨੀ, ਧੀ ਜੰਮਣ ਤੋਂ ਡਰ ਲੱਗਦਾ ਹੈ। ਸੋ ਦੋ ਲਾਈਨਾਂ ਵਿੱਚ ਵੀ ਉਹ ਪੂਰੀ ਦੀ ਪੂਰੀ ਇੱਕ ਸਮਾਜਿਕ ਹਾਲਤ ਨੂੰ ਬਿਆਨ ਕਰ ਜਾਂਦੇ ਨੇ। ਸੋ ਇੱਕ ਬਹੁਤ ਵੱਡੀ ਗੱਲ। ਔਰ ਸਭ ਤੋਂ ਜੋ ਵੱਡੀ ਗੱਲ ਜੋ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਮੈਡਮ ਮਨਜੀਤ ਇੰਦਰਾ ਜੀ ਇੱਕ ਬਹੁਤ ਹੀ ਬੇਬਾਕੀ ਨਾਲ ਲਿਖਦੇ ਹਨ। ਜਦੋਂ ਮੈਂ ਗੱਲ ਕਰਦਾ, ਮੈਂ ਤੇ ਆਪ ਉਸ ਦਿਨ ਗੱਲ ਕਰ ਰਿਹਾ ਸੀ ਮੈਡਮ ਨਾਲ ਕਿ ਮੇਰਾ ਦਿਲ ਕਰਦਾ ਕਿ ਚਾਹੇ ਮੇਰੀ ਧੀ, ਚਾਹੇ ਮੇਰੀ ਭੈਣ, ਚਾਹੇ ਮੇਰੀ ਪਤਨੀ, ਮੈਂ ਚਾਹਾਂਗਾ ਕਿ ਉਹਨਾਂ ਵਿੱਚ ਇੱਕ ਬੇਬਾਕੀ ਆਵੇ। ਬਹੁਤ ਜ਼ਰੂਰੀ ਆ। ਜੋ ਤੁਹਾਡੇ ਮਨ ਦੀ ਜਿਹੜੀ ਗੱਲ ਹੈ ਉਹ ਕਹਿਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਕਿਉਂਕਿ ਜੇ ਤੁਸੀਂ ਆਪਣੇ ਅੰਦਰੋਂ ਉਸ ਗੱਲ ਨੂੰ ਘੁੱਟਦੇ ਰਹੋ, ਵੱਟਦੇ ਰਹੋ, ਤੇ ਕਈ ਵਾਰੀ ਉਹ ਚੀਜ਼ ਸਹੀ ਨਹੀਂ ਹੁੰਦੀ। ਉਸ ਤੋਂ ਬੈਟਰ ਹੈ ਕਿ ਜਿਹੜੀ ਆਪਣੀ ਤੁਸੀਂ ਗੱਲ ਹੈ ਉਹਨੂੰ ਪੂਰੀ ਆਪਣੇ ਦਿਲ ਖੋਲ ਕੇ ਗੱਲ ਨੂੰ ਕਰ ਦਿਓ। ਸੋ ਤੁਹਾਡੀ ਇਸ ਗੱਲ ਵਾਸਤੇ ਵੀ ਮੈਂ ਕਾਇਲ ਹਾਂ ਉਸ ਚੀਜ਼ ਦਾ, ਤੁਹਾਡੀ ਬੇਬਾਕੀ ਦਾ। ਔਰ ਪੰਜਾਬੀ ਸਾਹਿਤ ਵਿੱਚ ਵੀ ਇਹ ਸਾਨੂੰ ਬਹੁਤ ਜ਼ਰੂਰਤ ਆ ਕਿ ਆਪਾਂ ਜਿਹੜੀ ਗੱਲ ਆ ਔਰਤਾਂ ਦੀ, ਕਿਉਂਕਿ ਅਜੇ ਵੀ ਬਹੁਤ ਵੱਡਾ ਇੱਕ ਗੈਪ ਹੈ ਆ ਸਾਡੇ ਔਰਤਾਂ ਵਿੱਚ, ਤੇ ਜਿਹੜਾ ਆਪਣਾ ਮਰਦ ਸਮਾਜ ਆ ਉਹਦੇ ਵਿੱਚ ਅਜੇ ਬਹੁਤ ਗੈਪ ਹੈ, ਬਹੁਤ ਕੰਮ ਕਰਨ ਵਾਲਾ ਬਾਕੀ ਪਿਆ ਜੀ। ਸੋ ਮੈਂ ਇਸ ਤੋਂ ਪਹਿਲਾਂ ਕਿ ਮੈਂ ਸ਼ੁਰੂ ਕਰਾਂ, ਮੈਨੂੰ ਲੱਗਦਾ ਸੀ ਕਿ ਮੈਨੂੰ ਉਹ ਤਾਹਿਰ ਜੀ ਪਤਾ ਨਹੀਂ ਕੀ ਗੱਲ ਹੋਈ। ਸੋ ਮੈਂ ਉਹਨਾਂ ਨੂੰ ਇੱਕ ਟੈਕਸਟ ਮੈਸੇਜ ਭੇਜ ਦੇਣਾ ਵੈਸੇ ਕਿ ਪਤਾ ਨਹੀਂ ਕੀ ਗੱਲ ਹੋਈ ਆ। ਇੱਕ ਮਿੰਟ ਜੀ ਪਲੀਜ਼। ਹਾਂਜੀ, ਤੇ ਮੈਡਮ ਉਸ ਤੋਂ ਪਹਿਲਾਂ ਮੈਂ ਸ਼ੁਰੂ ਕਰਾਂ, ਜਦ ਤੱਕ ਤਾਹਿਰਾ ਜੀ ਆਉਂਦੇ ਨੇ, ਮੈਂ ਤੁਹਾਡੇ ਨਾਲ ਇੱਕ ਨਾ ਮੇਰਾ ਮਨ ਕੀਤਾ ਲਿਖਣ ਨੂੰ ਕੁਛ, ਕਿਉਂਕਿ ਚੜ੍ਹਦਾ ਪੰਜਾਬ, ਲਹਿੰਦੇ ਪੰਜਾਬ ਇਕੱਠੇ ਹੋ ਰਹੇ ਨੇ, ਤੇ ਮੈਂ ਕੁਛ ਇੱਕ ਚੰਦ ਲਾਈਨਾਂ ਲਿਖੀਆਂ ਤੁਹਾਡੇ ਨਾਲ ਸਾਂਝੀ ਕਰਦਾ, ਤੁਹਾਡੇ ਨਾਲ ਉਹ ਦਰਸ਼ਕਾਂ ਨਾਲ ਸਾਂਝੀ ਕਰਦਾ। ਇਵੇਂ ਸੀ ਕਿ ਹਾਂਜੀ ਕਿ ਚੜ੍ਹਦੇ ਲੈਂਦੇ ਆਪਣੇ ਲੋਕ, ਚੜ੍ਹਦੇ ਲੈਂਦੇ ਆਪਣੇ ਲੋਕ, ਦਿਲ ਵਿੱਚ ਰਹਿੰਦੇ ਆਪਣੇ ਲੋਕ, ਦਿਲ ਵਿੱਚ ਰਹਿੰਦੇ ਆਪਣੇ ਲੋਕ। 47 ਫਿਰ 65 ਤੇ 71, 47 ਫਿਰ 65 ਤੇ 71, ਕੀ ਸਹਿੰਦੇ ਆਪਣੇ ਲੋਕ, ਕੀ ਸਹਿੰਦੇ ਆਪਣੇ ਲੋਕ। ਉੱਠ ਖਲੋਂਦੇ ਨੇ ਫਿਰ ਤੋਂ, ਉੱਠ ਖਲੋਂਦੇ ਨੇ ਫਿਰ ਤੋਂ, ਡਿੱਗਦੇ ਟਹਿੰਦੇ ਆਪਣੇ ਲੋਕ, ਡਿੱਗਦੇ ਟਹਿੰਦੇ ਆਪਣੇ ਲੋਕ। ਲੀਕ ਦਿਲਾਂ ਵਿੱਚ ਨਾ ਜੀ ਨਾ, ਲੀਕ ਦਿਲਾਂ ਵਿੱਚ ਨਾ ਜੀ ਨਾ, ਹੱਸ ਹੱਸ ਕਹਿੰਦੇ ਆਪਣੇ ਲੋਕ, ਹੱਸ ਹੱਸ ਕਹਿੰਦੇ ਆਪਣੇ ਲੋਕ। ਈਦ ਮੁਬਾਰਕ ਲੈਂਦੇ ਨੂੰ, ਈਦ ਮੁਬਾਰਕ ਲੈਂਦੇ ਨੂੰ, ਚੜ੍ਹਦੇ ਕਹਿੰਦੇ ਆਪਣੇ ਲੋਕ, ਚੜ੍ਹਦੇ ਕਹਿੰਦੇ ਆਪਣੇ ਲੋਕ, ਚੜ੍ਹਦੇ ਲੈਂਦੇ ਆਪਣੇ ਲੋਕ, ਦਿਲ ਵਿੱਚ ਰਹਿੰਦੇ ਆਪਣੇ ਲੋਕ, ਦਿਲ ਵਿੱਚ ਰਹਿੰਦੇ ਆਪਣੇ ਲੋਕ। ਥੈਂਕ ਯੂ ਮੈਡਮ। ਇੱਕ ਮਨ ਚ ਕੁਛ ਖਿਆਲ ਆਏ ਸੀਗੇ ਚੜ੍ਹਦੇ ਪੰਜਾਬ, ਲਹਿੰਦੇ ਪੰਜਾਬ ਬਾਰੇ। ਸੋ ਨਹੀਂ, ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਔਰ ਸ਼ੁਕਰੀਆ ਸਾਰੇ ਦਰਸ਼ਕਾਂ ਦਾ ਜੋ ਇਸ ਟਾਈਮ ਜੁੜੇ ਨੇ ਸਾਡੇ ਨਾਲ ਲਾਈਵ ਟੀਵੀ ਤੇ ਵੀ ਔਰ ਫੇਸਬੁੱਕ ਤੇ ਵੀ। ਸੋ ਮੈਡਮ ਤੁਹਾਡਾ ਬਹੁਤ ਬਹੁਤ ਸਵਾਗਤ। ਮੈਂ ਸੋਚਿਆ ਕੁਛ ਹੋਰ ਸੀ, ਲੱਗਦਾ ਕੁਛ ਟੈਕਨੀਕਲ ਡਿਫੀਕਲਟੀ ਆ ਰਹੀ ਹੈ ਮੈਡਮ ਤਾਹਿਰਾ ਸਾਨੂੰ, ਪਰ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਰਹਾਂਗੇ, ਪ੍ਰੋਗਰਾਮ ਚੱਲਦਾ ਰਹੇਗਾ। ਸੋ ਮੈਡਮ ਤੁਹਾਡਾ ਬਹੁਤ ਬਹੁਤ ਸਵਾਗਤ।
ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਤੁਹਾਨੂੰ ਕਿਵੇਂ ਲੱਗ ਰਿਹਾ ਪ੍ਰੋਗਰਾਮ ਕਲਮਾਂ ਦੇ ਅੰਗ ਸੰਗ ਵਿੱਚ ਆ ਕੇ ਬਹੁਤ ਅੱਛਾ ਤੁਹਾਡੇ? ਪ੍ਰੋਗਰਾਮ ਕਰਨੇ ਆ, ਪਰ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਚੜ੍ਹਦੇ ਔਰ ਲਹਿੰਦੇ ਪੰਜਾਬ ਦੇ ਲੋਕ ਇਕੱਠੇ ਹੁੰਦੇ ਆ, ਇਹ ਚੜ੍ਹਦੇ ਤੇ ਲਹਿੰਦੇ ਹੋ ਗਏ ਨੇ, ਪਰ ਅਸੀਂ ਸਾਰੇ ਇੱਕ ਆ। ਬਿਲਕੁਲ ਬਿਲਕੁਲ। ਇਹ ਰਾਜਨੀਤੀਵਾਨਾਂ ਦੀਆਂ ਪਾਈਆਂ ਹੋਈਆਂ ਲੀਕਾਂ ਨੇ, ਸਾਡੇ ਮਨਾਂ ਦੇ ਵਿੱਚ ਤੇ ਕੋਈ ਲੀਕਾਂ ਨਹੀਂ ਹੈਗੀਆਂ। ਸਹੀ ਗੱਲ ਹੈ, ਬਿਲਕੁਲ। ਮੈਂ ਪਾਕਿਸਤਾਨ ਗਈ ਆ, ਜਾਂ ਪਾਕਿਸਤਾਨ ਦੇ ਦੋਸਤ ਨੇ ਉਹ ਇੱਧਰ ਆਉਂਦੇ ਨੇ, ਤਾਂ ਕਦੀ ਲੱਗਦਾ ਹੀ ਨਹੀਂ ਕਿ ਅਸੀਂ ਦੋ ਦੇਸ਼ਾਂ ਵਾਲੇ ਆ। ਅਸੀਂ ਤਾਂ ਹਿੰਦੁਸਤਾਨ ਦੇ ਵਾਸੀ ਆ। ਭਾਰਤ ਪਾਕਿਸਤਾਨ ਤਾਂ ਪਤਾ ਨਹੀਂ ਕਿਹੜੀਆਂ ਕੁਰਸੀਆਂ ਦੀਆਂ ਦੌੜਾਂ 'ਚ ਬਣਾ ਲਿਆ ਹੈ, ਪਰ ਸਹੀ ਗੱਲ ਜੀ, ਅਸੀਂ ਸਾਰੇ ਇੱਕ। ਵਾਹ ਕਿਆ ਬਾਤਾਂ ਨੇ, ਸਹੀ ਗੱਲ, ਤੁਸੀਂ ਸਹੀ ਕਹਿ ਰਹੇ ਜੀ, ਕਿਆ ਬਾਤਾਂ ਨੇ। ਔਰ ਮੈਡਮ ਗੱਲ ਕਰਦੇ ਹਾਂ ਆਪਾਂ, ਤੁਹਾਡਾ ਇੱਕ ਬਹੁਤ ਲੰਬਾ ਸਾਹਿਤਿਕ ਸਫ਼ਰ ਆ, ਠੀਕ ਹੈ ਨਾ, ਔਰ ਇੱਕ ਲੰਬਾ ਵੀ ਆ ਔਰ ਇੱਕ ਕਾਮਯਾਬ ਵੀ ਆ। ਜਿਵੇਂ ਤੁਸੀਂ ਅੱਗੇ ਕਿਹਾ ਕਿ ਜਿਹੜੀ ਪਹਿਲੀ ਕਿਤਾਬ ਤੁਹਾਡੀ ਸੀਗੀ ਉਹ ਪ੍ਰੋਫੈਸਰ ਮੋਹਨ ਸਿੰਘ ਜੀ ਤੇ ਕੁਲਵੰਤ ਸਿੰਘ ਸੂਰੀ ਜੀ ਨੇ ਸ਼ਾਇਦ ਪ੍ਰਕਾਸ਼ਿਤ ਕੀਤੀ, ਔਰ ਤੁਸੀਂ ਕਦੀ ਵੀ ਕਿਸੇ ਕਿਤਾਬ ਦਾ ਕਦੀ ਆਪਣੇ ਪੱਲਿਓਂ ਕਦੀ ਪੈਸੇ ਨਹੀਂ ਖਰਚੇ, ਸੋ ਇੱਕ ਬਹੁਤ ਵੱਡੀ ਗੱਲ ਹੈ ਪੰਜਾਬੀ ਲੇਖਕ ਵਾਸਤੇ। ਜੀ ਜੀ। ਤੇ ਤੁਸੀਂ ਆਪਣੀ ਉਸ ਕਿਤਾਬ ਬਾਰੇ ਕੁਝ ਕਹਿਣਾ ਚਾਹੋਗੇ ਅੰਤਿ ਕਰਨ ਬਾਰੇ, ਕਿ ਉਹ ਕਿਵੇਂ ਸਫ਼ਰ ਤੁਹਾਡਾ ਸ਼ੁਰੂ ਹੋਇਆ? ਬਾਰੇ ਮੈਂ ਇਹ ਗੱਲ ਕਹਿਣੀ ਚਾਹੂੰਗੀ ਕਿ ਜਦੋਂ ਇਹ ਸਾਰੇ ਬੱਚੇ ਹੁਣ ਵੀ ਨੇ ਹਾਂਜੀ ਹਾਂਜੀ ਕਿ ਬੜੇ ਉਤਸੁਕ ਹੁੰਦੇ ਨੇ। ਜਦੋਂ ਮੈਂ ਪੜ੍ਹਦੀ ਸਾਂ, ਮੇਰਾ ਖਿਆਲ ਆ ਕਿ ਵੀ ਮੈਂ 10ਵੀਂ ਜਮਾਤ ਤੱਕ ਸਾਰੇ ਵੱਡੇ ਲੇਖਕ ਪੜ੍ਹ ਲਏ ਸੀ, ਹਾਂਜੀ ਹਾਂਜੀ ਕਿਉਂਕਿ ਮੇਰੇ ਘਰ ਦਾ ਮਾਹੌਲ ਬੜਾ ਸਾਹਿਤਕ ਸੀ। ਇੱਥੇ ਮੈਂ ਥੋੜੀ ਜਿਹੀ ਆਪਣੀ ਜੇ ਪਿੱਛੇ ਪਿਛੋਕੜ ਦੱਸਦੇ ਆ ਕਿ ਮੈਂ ਬੜੀ ਵਾਰ ਕਹਿ ਚੁੱਕੀ ਹਾਂ ਕਿ ਮੈਂ ਇੱਕ ਬਹੁਤ ਪੜ੍ਹੇ ਲਿਖੇ ਪਰਿਵਾਰ ਦੀ ਧੀ ਹਾਂ। ਹਾਂਜੀ ਮੇਰੇ ਪਿਤਾ ਮੇਰੇ ਟੀਚਰ ਰਹੇ, ਮੇਰੇ ਹੈਡਮਾਸਟਰ ਰਹੇ, ਮੇਰੇ ਪ੍ਰਿੰਸੀਪਲ ਰਹੇ, ਤੇ ਬਾਅਦ ਵਿੱਚ ਮੈਂ ਉਹਨਾਂ ਦੇ ਅਧੀਨ ਨੌਕਰੀ ਵੀ ਕੀਤੀ। ਔਰ ਮੇਰੀ ਜਿਹੜੇ ਮਦਰ ਸੀਗੇ ਉਹ ਵਿਸ਼ਾਰਦ ਸੀ ਮਿਊਜ਼ਿਕ ਵੋਕਲ ਦੇ, ਜਿਹਨੂੰ ਬਾਅਦ ਚ MA ਮਿਊਜ਼ਿਕ ਕਿਹਾ ਗਿਆ। ਬੜੀ ਖੂਬਸੂਰਤ ਆਵਾਜ਼ ਸੀ ਮੇਰੀ ਮਾਂ ਦੀ, तो बड़ी जल्दी इस दुनिया तो चली गई। और मेरा जन्म जिस पिंड च होया, ਹਾਂਜੀ ਤੁਹਾਨੂੰ ਥੋੜਾ ਜਿਹਾ ਹਾਂਜੀ ਹਾਂਜੀ ਜੀ, ਕਿ ਮੇਰੇ ਨਾਨਕੇ ਪਿੰਡ ਦਾ ਨਾਮ ਬਜਵਾੜਾ। ਬਜਵਾੜਾ, ਹਾਂਜੀ ਹਾਂਜੀ। ਬੈਜੂ ਬਾਬਰੇ ਦਾ ਪਿੰਡ ਸੀ। ਤੁਸੀਂ ਦੇਖੋ ਵਾਹ ਬੈਜੂ ਬਾਬਰਾ ਕਿੱਡਾ ਵੱਡਾ ਸੀ। ਵਾਹ। ਸ਼ੇਰ ਸ਼ਾਹ ਸੂਰੀ ਜੀ ਨੇ GT ਰੋਡ ਟਰੰਕ ਬਣੀ ਹੈ, ਸਾਡੀ ਸਰਕਾਰ ਨੇ ਬਣਾਈ। ਸ਼ੇਰ ਸ਼ਾਹ ਸੂਰੀ ਦੇ ਨਾਨਕੇ ਸੀ। ਵਾਹ। ਔਰ ਹਰਵੰਬ ਸੰਗੀਤ ਕਰਾਇਆ ਜਾਂਦਾ ਜਲੰਧਰ। ਹਾਂਜੀ ਹਾਂਜੀ। ਤੇ ਉਹ ਜਿਹੜੇ ਸ਼ਾਸਤਰੀ ਸੰਗੀਤজ্ঞ ਆਪਣੇ ਹਰਵੱਲਭ ਸੀ, ਉਹਨਾਂ ਦਾ ਪਿੰਡ ਵੀ ਉਹੀ ਹੈ। ਵਾਹ। ਪਿਛਲੇ ਦਿਨਾਂ ਦੇ ਵਿੱਚ ਮੈਂ ਦੇਖ ਰਹੀ ਸੀ ਕਿ ਮਾਤਾ ਸੁੰਦਰੀ ਜੀ ਨਾਲ ਵੀ ਇਹ ਪਿੰਡ ਜੁੜਿਆ ਹੋਇਆ ਹੈ। ਵਾਹ ਕੀ ਬਾਤ ਹੈ। MS ਰੰਧਾਵਾ ਦੀ ਸਿਸਟਰ ਉੱਥੇ ਹੈ। ਮਤਲਬ ਇਸ ਤਰ੍ਹਾਂ ਦੇ ਨਾਮਚੀਨ ਲੋਕ, ਔਰ ਮੈਨੂੰ ਮਾਣ ਹਾਸਲ ਕਰ ਰਹੀ ਹਾਂ ਕਿ ਉਹ ਪ੍ਰਮਾਤਮਾ ਦੀ ਕਿਰਪਾ ਹੋਈ, ਮਿਹਰ ਹੋਈ ਕਿ ਮੇਰਾ ਜਨਮ ਉਸ ਪਿੰਡ 'ਚ ਹੋਇਆ। ਵਾਹ ਕੀ ਬਾਤ ਹੈ। ਵਾਹ। ਤੋ ਮੇਰਾ ਖਿਆਲ ਆ ਵੀ ਉਹ ਸੰਗੀਤ ਦੀ ਜਿਹੜੀ ਉਹ ਕੰਨਾਂ 'ਚ ਜਾਂ ਗੁੜਤੀ ਜਿਹੜੀ ਮਿੱਟੀ ਦੀ ਸੀ, ਉਹ ਮੇਰੇ ਕੋਲ ਆਈ। ਮਾਂ ਦਾ ਮਿਊਜ਼ਿਕ ਮੇਰੇ ਕੋਲ ਆਇਆ, ਪਿਤਾ ਦੀ। ਤੋ ਇਹ ਇਸ ਤਰ੍ਹਾਂ ਨਾਲ। ਤੋ ਦੂਸਰੀ ਗੱਲ ਕਿ ਮੇਰੀ ਕਵਿਤਾ ਦੇ ਵਿੱਚ ਜਿਹੜਾ ਮੈਨੂੰ ਸਹਾਇਕ ਹੋਣ ਵਾਲਾ ਮੇਰੇ ਮਾਪਿਆਂ ਦਾ ਸਥਾਨ ਹੈ ਹੀ ਹੈ, ਲੇਕਿਨ ਅਧਿਆਪਕਾਂ ਦਾ ਬਹੁਤ ਵੱਡਾ ਰੋਲ ਹੈ। ਬਿਲਕੁਲ, ਵਾਹ ਬਿਲਕੁਲ ਜੀ। ਕਿਉਂਕਿ ਮੈਂ ਪੁਰਾਣਾ ਪੰਜਾਬ ਸੀ, ਜਿਵੇਂ ਪੁਰਾਣਾ ਹਿੰਦੁਸਤਾਨ ਸੀ ਸਾਡਾ, ਦੋ ਚ ਵੰਡਿਆ ਗਿਆ, ਇਸੇ ਤਰ੍ਹਾਂ ਸਾਡਾ ਪੁਰਾਣਾ ਪੰਜਾਬ ਸੀ ਜਿਹੜਾ ਅੱਧਾ ਤਾਂ ਲਹਿੰਦੇ ਚ ਚਲਾ, ਉਧਰ ਚੜ੍ਹਦੀ ਚਲਾ ਗਿਆ, ਠੀਕ ਹੈ, ਲਹਿੰਦੇ ਪੰਜਾਬ ਚ ਚਲਾ ਗਿਆ। ਸਾਡੇ ਕੋਲ ਛੋਟਾ ਜਿਹਾ ਪੰਜਾਬ ਰਹਿ ਗਿਆ। ਉਹ ਪੰਜਾਬ ਜਿਹੜਾ ਉਹਦੇ ਵੀ ਟੁਕੜੇ ਹੋਏ, ਹਰਿਆਣਾ ਬਣ ਗਿਆ, ਹਿਮਾਚਲ ਬਣ ਗਿਆ, ਤੇ ਹਲੇ ਵੀ ਕਹਿੰਦੇ ਨੇ ਵੀ ਟੁਕੜੇ ਕਰ ਦਿਓ, ਪਤਾ ਨਹੀਂ ਕੀ ਕੀ ਬਣਾਉਣਾ ਹੈ। ਪੰਜਾਬ ਦੇ ਵਿੱਚ ਮੈਂ ਰਹੀ ਹਾਂ, ਚਾਹੇ ਉਹ ਡਿਸਟ੍ਰਿਕਟ ਮਹਿੰਦਰਗੜ੍ਹ ਸੀ, ਚਾਹੇ ਉਹ ਹਰਿਆਣਾ, ਜੋ ਵੀ ਸੀ। ਮੈਂ ਜਦੋਂ ਸੰਗਰੂਰ ਜ਼ਿਲ੍ਹੇ ਦੇ ਭਸੌੜ ਮਲੇਰਕੋਟਲਾ ਧੂਰੀ ਦੇ ਦਰਮਿਆਨ ਸਕੂਲ ਹੈ, ਮੈਂ 5ਵੀਂ ਤੋਂ 10ਵੀਂ ਜਮਾਤ ਤੱਕ ਪੜ੍ਹੀ ਹਾਂ। ਤੋ ਮੇਰੇ ਅਧਿਆਪਕ ਸੀ ਗਿਆਨੀ ਭਾਗ ਸਿੰਘ, ਜਿਨ੍ਹਾਂ ਨੇ ਮੇਰੇ ਵਿੱਚ ਦੇਖਿਆ ਕਿ ਵੀ ਕੋਈ ਐਸਾ ਹੈਗਾ। ਤੋ ਮੈਂ ਲਾਲੀ ਜੀ ਇੱਥੇ ਵੀ ਦੱਸ ਦਿਆਂ ਕਿ ਵੀ ਮੈਂ ਰੋਜ਼ ਮੇਰੇ ਮਾਪਿਆਂ ਨੂੰ ਸ਼੍ਰੇ ਜਾਂਦਾ ਹੈ ਕਿ ਜਦੋਂ ਮੈਂ ਪੜ੍ਹਦੀ ਸੀ, ਮੇਰੇ ਵੇਲੇ ਤਾਂ ਉਹ ਤੁਸੀਂ 65 ਦਾ ਜ਼ਿਕਰ ਕੀਤਾ, 71 ਦਾ ਜ਼ਿਕਰ ਕੀਤਾ, ਮੇਰੇ ਵੇਲੇ ਸੀ, ਮੇਰਾ ਠੀਕ ਹੈ, ਆ ਗਿਆ, ਠੀਕ ਹੈ।
ਔਰ ਉਸ ਵੇਲੇ ਮੈਂ ਹਰ ਰੋਜ਼ ਇੱਕ ਨਵਾਂ ਦੇਸ਼ ਪਿਆਰ ਦਾ ਗੀਤ ਆਪਣੀ ਅਸੈਂਬਲੀ 'ਚ ਗਾਇਆ ਕਰਦੀ ਸੀ। क्या बात है, वाह ਉਹਨਾਂ वाह, ਦਿਨਾਂ 'ਚ ਹੈ ਮੇਰੇ ਵਤਨ ਕੇ ਲੋਗੋ ਜ਼ਰਾ ਆਂਖ ਮੇ ਭਰ ਲੋ ਪਾਣੀ, ਤੇ जो शहीद हुए हैं या, ਦੇ ਦਿਨਾਂ ਦੀ ਗੱਲ ਹੈਗੀ ਹੈ। वाह क्या बात है, नहीं ਇਸ ਤਰ੍ਹਾਂ ਨਾਲੋਂ ਮੇਰੇ ਟੀਚਰ ਨੇ ਮੈਨੂੰ ਇੱਕ ਲੇਖ ਲਿਖਾਇਆ ਸੀ, ਐ ਮੇਰੇ ਪਿਆਰੇ ਵਤਨ। जी जी ਤੇ ਮੈਨੂੰ ਕਹਿੰਦੇ ਵੀ ਤੂੰ ਬੀਬਾ ਇਸ ਨੂੰ ਇੱਕ ਪਾਸੇ ਕਾਗਜ਼ ਤੇ ਲਿਖ ਲਿਆ। ਤਾਂ ਮੈਂ ਜ਼ੈਡ ਦੀ ਨਿਗਮ ਇੱਕ ਪਾਸੇ ਲਿਖ ਕੇ ਲੈ, ਸਾਡੇ ਵੇਲੇ ਬਾਲ ਪੈਨ ਨਹੀਂ ਸੀ ਹੁੰਦੇ, ਸਾਡੇ ਬਿਲਕੁਲ ਜੀ। ਵੇਲੇ ਤਖਤੀਆਂ ਨਹੀਂ ਸੀ ਹੁੰਦੀਆਂ, ਸਾਡੇ ਵੇਲੇ ਤਾਂ ਫਟੀਆਂ ਹੁੰਦੀਆਂ ਸੀ ਤਖਤੀਆਂ, ਪੂਰਨੇ ਹਾਂਜੀ। ਪਾਉਂਦੇ ਲਿਖਦੇ। ਤੋਂ ਜੀ, ਜੀ। ਬਾਅਦ ਵਿੱਚ ਖਾਕੀ ਰੰਗ ਦੇ ਕਾਗਜ਼ਾਂ ਦੀ ਇੱਕ ਰਫ ਕਾਪੀ ਅਸੀਂ ਹੁੰਦੀ ਸੀ ਸਾਡੇ ਕੋਲ। ਮੈਂ ਉਹਦੇ ਚ ਉਹ ਲਿਖਿਆ, ਜੀ ਜਿਹੜਾ ਉਹਨਾਂ ਨੇ ਮੈਨੂੰ ਚਿੱਠੀ ਲਿਖਾਈ, ਬਹੁਤ ਦੇਰ ਮੈਂ ਯੂਜ਼ ਕਰਦੀ ਰਹੀ, ਮੈਂ ਕਰ ਰਿਹਾ। ਤੋਂ ਹਾਂਜੀ, ਹਾਂਜੀ। ਉਹ ਜਿਹੜੀ ਮੇਰੀ ਪਹਿਲੀ ਲਿਖਤ ਸੀ 1962 ਵਿੱਚ, ਜਦੋਂ ਮੈਂ 7ਵੀਂ ਜਮਾਤ ਚ ਪੜ੍ਹਦੀ ਸੀ। ਅੰਮ੍ਰਿਤਸਰ ਤੋਂ ਧਨਵੰਤ ਸਿੰਘ ਸੀਤਲ 2 ਪਰਚੇ ਕੱਢਦੇ ਹੁੰਦੇ ਸੀ, ਇੱਕ ਬੀਬਾ ਰਾਣਾ ਤੇ ਹਾਂਜੀ ਇੱਕ ਹਾਂਜੀ ਭਾਰਤੀ। ਜੀ ਮੈਂ ਸਭ ਤੋਂ ਪਹਿਲਾਂ 1962 ਵਿੱਚ 7ਵੀਂ ਜਮਾਤ ਚ ਪੜ੍ਹਦਿਆਂ ਉਸ ਮੈਗਜ਼ੀਨ ਦੇ ਵਿੱਚ ਛਪੀ ਸੀ। क्या ਤੇ बात ਉਦੋਂ है, वाह ਬਾਅਦ ਮੇਰਾ ਖਿਆਲ ਹੈ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ। क्या बात है, ਜਦੋਂ ਹਾਂਜੀ। ਅੰਤਿਆ ਕਰਨ ਦੀ ਗੱਲ ਆਉਂਦੀ ਹੈ, ਜਦੋਂ ਮੈਂ 10ਵੀਂ ਜਮਾਤ ਪਾਸ ਕਰਕੇ ਲੁਧਿਆਣੇ ਆ ਗਈ, हाँ जी ਉਸ ਵੇਲੇ ਮੇਰੇ ਮਨ ਚ ਆਇਆ, ਕਿਉਂਕਿ ਰੰਧਾਵਾ ਸਾਹਿਬ ਦਾ ਜ਼ਿਕਰ ਅਕਸਰ ਸਾਡੇ ਘਰ ਚ, ਕਿਤਾਬਾਂ ਦਾ ਜ਼ਿਕਰ, ਮੇਰੇ ਪਿਤਾ ਇੱਥੇ ਵੀ ਦੱਸਦੇ ਆ ਕਿ ਮੇਰੇ ਪਿਤਾ ਪ੍ਰੋਫੈਸਰ ਮੋਹਨ ਸਿੰਘ ਦੇ ਵਿਦਿਆਰਥੀ ਸਨ, जी जी बिल्कुल ਆਪਣੇ ਖਾਲਸਾ ਕਾਲਜ ਲੁਧਿਆਣੇ, ਸਿੱਖ ਨੈਸ਼ਨਲ ਕਾਲਜ ਲਾਹੌਰ, हाँ जी हाँ जी ਤੇ ਸੰਤ ਸਿੰਘ ਸੇਖੋਂ ਦੇ जी जी 2 ਇਹ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਮੈਂ ਬੜੇ ਨੇੜਿਓਂ ਜਾਣਦੀ ਸਾਂ। ਤੋ ਜਦੋਂ ਮੈਂ ਉਹਨਾਂ ਨੂੰ, ਰੰਧਾਵਾ ਜੀ ਨੂੰ ਮੈਂ ਚਿੱਠੀ ਲਿਖਤੀ ਵੀ ਕਿਤਾਬ ਛਾਪਣੀ ਆ, ਵੀ ਅਮਰਤਾ ਪ੍ਰੀਤਮ ਲਿਖ, ਮੈਂ ਆਪਣੇ ਸਰਾਣੇ ਹੇਠ ਇਹਨਾਂ ਲੇਖਕਾਂ ਦੀਆਂ ਕਿਤਾਬਾਂ ਰੱਖ ਕੇ ਸੌਂਦੀ ਸੀ, ਕਿ ਇੱਕ ਅਜੀਬ ਕਿਸਮ ਦਾ ਸੀਗਾ ਕਿ ਵੀ ਮੈਂ ਵੀ ਇਦਾਂ ਦਾ ਲਿਖੂੰਗੀ। हाँ जी ਤੋ हाँ जी बिल्कुल ਮੈਂ ਰੰਧਾਵਾ सही ਜੀ गल है ਨੂੰ ਕਿ ਵੀ ਮੈਂ ਕਵਿਤਾ ਲਿਖਦੀ ਆ, ਕਿ ਮੇਰੀ ਕਿਤਾਬ ਦਾ ਮੁੱਖਬੰਦ ਲਿਖੋ, ਕੱਟ ਸ਼ਾਰਟ ਕਰਦੀ ਆ। ਰੰਧਾਵਾ हाँ ਜੀ जी हाँ जी ਪੇਸ਼ ਗਏ ਹੋਏ ਸੀ, 2 ਮਹੀਨੇ ਬਾਅਦ ਉਹਨਾਂ ਨੇ ਜਵਾਬ ਦਿੱਤਾ जी ਬਈ जी ਤੁਸੀਂ ਮੈਨੂੰ ਕਿਹਾ ਮੁੱਖਬੰਦ ਲਿਖਣ ਲਈ, ਵਧਾਈ ਹੋਵੇ ਤੁਹਾਨੂੰ, ਕਵਿਤਾ ਲਿਖਦੇ ਹੋ। ਪਰ क्या बात है, ਪੰਜਾਬੀ ਕਵਿਤਾ ਦਾ ਮਾਹਰ ਪ੍ਰੋਫੈਸਰ ਮੋਹਨ ਸਿੰਘ ਇਸ ਯੂਨੀਵਰਸਿਟੀ ਵਿੱਚ ਹੈ, नहीं बहुत बिल्कुल जी बिल्कुल ਉਹਨਾਂ ਨੇ कोई ਮੈਨੂੰ ਮਿਲਾਇਆ। ਤਾਂ ਮੈਂ ਪ੍ਰੋਫੈਸਰ ਮੋਹਨ ਸਿੰਘ ਨੂੰ ਮਿਲੀ। ਤਾਂ वाह ਪ੍ਰੋਫੈਸਰ ਮੋਹਨ ਸਿੰਘ, ਇੱਥੇ ਮੈਂ ਇੱਕ ਗੱਲ ਕਹਿਣਾ ਚਾਹੁੰਦੀ, ਜੋ ਮੈਨੂੰ ਪ੍ਰੋਫੈਸਰ ਮੋਹਨ ਸਿੰਘ ਨੇ ਉਸ ਵੇਲੇ ਕਿਹਾ ਸੀ, ਇਹ हाँ ਅੱਜ जी ਦੇ हाँ जी ਜਿਹੜੇ ਨਵੇਂ ਮੁੰਡੇ ਕੁੜੀਆਂ ਲਿਖਣਾ ਸ਼ੁਰੂ ਕਰਦੇ ਨੇ ਕਿ 4-5 ਕਵਿਤਾਵਾਂ ਲਿਖੀਆਂ, ਜਿਵੇਂ ਮੈਂ ਕਰਦੀ ਸੀ ਵੀ जी जी ਕਿਤਾਬ ਛਪ ਜਾਓ, ਬਸ ਮੇਰੀ ਕਿਤਾਬ ਛਪ ਜਾਣੀ ਚਾਹੀਦੀ ਸੀ, ਛਪ नहीं नहीं ਚਾਹੀਦੀ ਹੈ। ਰੰਧਾਵਾ सही ਸਾਹਿਬ गल है ਨੇ, ਔਰ ਮੈਂ ਧੰਨਵਾਦੀ ਹਾਂ ਰੰਧਾਵਾ ਸਾਹਿਬ नहीं ਦੀ नहीं ਕਿ ਉਹਨਾਂ ਨੇ क्या ਮੈਨੂੰ बात ਮੋਹਨ ਸਿੰਘ ਦੇ ਕੋਲ ਭੇਜਿਆ। रूबरू ਤੇ किया वाह ਪ੍ਰੋਫੈਸਰ वाह, ਮੋਹਨ क्या ਸਿੰਘ बात ਕਹਿੰਦੇ ਮੈਨੂੰ, ਕਹਿੰਦੇ ਆ ਜਾਇਆ ਕਰ, ਕਵਿਤਾ ਸੁਣਾ ਜਾਇਆ ਕਰ। जी ਫਿਰ जी ਉਹਨਾਂ ਨੇ वाह ਮੈਨੂੰ क्या बात है ਉਹਨਾਂ ਨੇ ਮੈਨੂੰ ਚਿੱਠੀ ਲਿਖੀ, ਜਿਹੜੀ ਚਿੱਠੀ ਅੱਜ ਦੇ ਉਹ ਜਿਹੜੇ ਨੌਜਵਾਨ ਲਿਖ ਰਹੇ ਨੇ ਉਹਨਾਂ ਲਈ ਹੈ, ਉਹ ਮੇਰੇ ਲਈ ਤਾਂ ਹੈ, हाँ जी ਪਰ हाँ ਇਹ जी ਉਹਨਾਂ बिल्कुल ਲਈ ਹੈ ਕਿ ਜਿਸ ਦਿਨ ਤੇਰਾ ਕਾਵ ਹੁਨਰ ਤੇਰੇ ਦਿਲ ਦਾ ਹਾਣੀ ਹੋ ਗਿਆ, हाँ जी ਦੁਨੀਆ मैडम ਆਪੇ ਮੰਨ ਜਾਏ। हाँ जी मैडम एक मिनट दिओ, एक मिनट दिओ। ਸਾਡੇ ਨਾਲ ਤਾਹਰਾ ਜੁੜ ਚੁੱਕੇ ਨੇ। ਤਾਹਰਾ ਜੀ ਤੁਹਾਡਾ ਬਹੁਤ ਸਵਾਗਤ ਆ, ਬਹੁਤ ਬਹੁਤ ਤੁਹਾਡਾ ਸਵਾਗਤ ਆ। ਕੁਝ ਟੈਕਨੀਕਲ ਡਿਫਿਕਲਟੀ ਆ ਗਈ ਸੀ, ਤੁਸੀਂ ਬਹੁਤ ਬਹੁਤ ਇਸਤਕਬਾਲ ਤੁਹਾਡਾ, ਔਰ ਤੁਹਾਨੂੰ ਮਨਜੀਤ ਮੈਡਮ ਮਨਜੀਤ ਵੱਲੋਂ, ਸਾਡੇ ਪ੍ਰੋਗਰਾਮ ਵੱਲੋਂ, ਸਾਰੇ ਦਰਸ਼ਕਾਂ ਵੱਲੋਂ ਈਦ ਮੁਬਾਰਕ। ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ। खैर मुबारक जी, बहुत ਬਿਲਕੁਲ शुक्रिया। ਹਾਂ ਜੀ ਮੈਡਮ ਪਲੀਜ਼ ਤੁਸੀਂ ਪਲੀਜ਼ ਸਲਾਮ, ਸਤਿ ਸ਼੍ਰੀ ਪਲੀਜ਼ ਅਕਾਲ, ਆਦਾਬ। सत श्री अकाल जी। ਕੀ ਬਾਤ ਹੈ, ਬਹੁਤ ਥੈਂਕ ਯੂ ਜੀ। ਮੇਰੇ ਹਾਂਜੀ ਲਈ ਮੈਡਮ ਇਹ ਪਲੀਜ਼ ਬੜਾ ਵਧੀਆ ਮੌਕਾ ਹੈ ਕਿ ਮੈਂ ਪਿਛਲੇ ਸਾਲ ਕੈਨੇਡਾ 'ਚ ਸਾਂ ਤੇ ਤਾਹਰਾ ਜੀ ਮੇਰੇ ਨਾਲ ਸਨ, ਤੇ ਤਾਹਰਾ ਜੀ ਦੇ ਇੱਕ ਸਮਾਗਮ ਦੇ ਵਿੱਚ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਤੇ ਮੈਂ ਗਈ ਸੀ। ਤਾਹਰਾ ਕੀ ਜੀ, ਬਾਤ, ਮੈਂ ਤੁਹਾਡੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ। ਵਾਹ ਕੀ ਬਾਤ ਹੈ। बहुत शुक्रिया मैडम, ਮੈਨੂੰ ਖੁਦ ਬਹੁਤ ਚੰਗਾ ਲੱਗਾ ਜਦੋਂ ਮੈਨੂੰ ਪਤਾ ਚੱਲਿਆ ਕਿ ਤੁਹਾਡਾ ਪ੍ਰੋਗਰਾਮ ਵਿੱਚ ਤੁਸੀਂ ਮੇਰੇ ਨਾਲ ਹੋ, ਮੈਨੂੰ ਬਹੁਤ ਚੰਗਾ ਲੱਗਿਆ। ਵਾਹ ਥੈਂਕ ਯੂ, ਔਰ ਸ਼ੁਕਰੀਆ, ਮੇਰੇ ਮਿਹਰਬਾਨੀ। ਕਿਆ ਬਾਤ ਨਹੀਂ ਮੈਡਮ, ਔਰ ਵੱਡੀ ਗੱਲ ਇਹੀ ਹੈ ਕਿ ਸਾਨੂੰ ਇਹ ਪ੍ਰੋਗਰਾਮ 'ਚ ਇਹ ਜ਼ਰੂਰ ਹੈ ਕਿ ਆਪਾਂ ਕੁਛ ਨਾ ਕੁਛ, ਆਪਾਂ ਕੁਛ ਮੁੱਦਿਆਂ ਤੇ, ਕੁਛ ਤੁਹਾਡੀ ਸਿਰਜਣ ਪ੍ਰਕਿਰਿਆ ਬਾਰੇ ਗੱਲ ਕਰਾਂਗੇ, ਤਾਂ ਜੋ ਦਰਸ਼ਕ ਜੋ ਦੇਖ ਰਹੇ, ਜੋ ਨਵੀਂ ਪੀੜ੍ਹੀ ਦੇਖ ਰਹੀ ਆ, ਉਹ ਕੁਛ ਸਿੱਖਣਗੇ, ਕੁਝ ਜਾਣਨ ਦੀ ਕੋਸ਼ਿਸ਼ ਕਰਨਗੇ। ਔਰ ਇੱਕ ਮੇਰੀ ਗੁਜ਼ਾਰਿਸ਼ ਹੈ, ਜੋ ਇਸ ਟਾਈਮ ਦਰਸ਼ਕ ਟੀਵੀ ਤੇ ਦੇਖ ਰਹੇ ਨੇ, ਫੇਸਬੁੱਕ ਤੇ ਦੇਖ ਰਹੇ ਨੇ, ਫੇਸਬੁੱਕ ਲਾਈਵ ਤੇ, ਕਿ ਪਲੀਜ਼ ਆਪਣੇ ਕਮੈਂਟ ਕਰ ਦਿਓ, ਤੁਹਾਡੇ ਮਨ 'ਚ ਕੋਈ ਸ਼ੰਕਾ, ਕੋਈ ਸਵਾਲ ਆ। ਮੇਰਾ ਯਤਨ ਰਹੇਗਾ ਤੁਹਾਡਾ ਸਵਾਲ ਮੈਂ ਤਾਹਰਾ ਜੀ ਤੱਕ ਔਰ ਮੈਡਮ ਜੀ ਤੱਕ ਪਹੁੰਚਾਵਾਂ। ਠੀਕ ਹੈ, ਥੈਂਕ ਯੂ ਸੋ ਮਚ ਮੈਡਮ। ਪਲੀਜ਼ ਤੁਸੀਂ ਆਪਣਾ ਕੈਰੀ ਔਨ ਪਲੀਜ਼। ਹਾਂਜੀ, ਮੈਂ ਫਿਰ ਉਹ ਕਿਤਾਬ ਜਿਹੜੀ ਕਿ ਮੈਂ 69 ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਨੂੰ ਮਿਲਦੀ ਆ, ਇੱਕ ਟੀਨੇਜ ਦੀ ਕੁੜੀ, ਹਾਂਜੀ ਤੇ ਹਾਂਜੀ ਉਹ ਕਿਤਾਬ ਫਿਰ 74 ਵਿੱਚ ਪ੍ਰੋਫੈਸਰ ਮੋਹਨ ਸਿੰਘ ਨੇ ਉਹਦਾ ਐਡੀਟਿੰਗ ਕੀਤੀ, ਸਾਰੀਆਂ ਕਵਿਤਾਵਾਂ ਵਿੱਚੋਂ ਚੋਣ ਕੀਤੀ, ਤੇ ਉਹ ਮੁੱਖਬੰਦ ਲਿਖਿਆ। ਤੇ ਪ੍ਰੋਫੈਸਰ ਮੋਹਨ ਸਿੰਘ ਨੇ ਨਾਨਕ ਸਿੰਘ ਨਾਵਲਿਸਟ ਦੇ ਬੇਟੇ
ਕੁਲਵੰਤ ਸਿੰਘ ਸੂਰੀ ਤੋਂ ਇਹ ਕਿਤਾਬ ਛਪਾਈ, ਤਾਂ ਮੇਰੇ ਲਈ ਵਡਭਾਗੀ ਹੈ। ਉਸ ਕਿਤਾਬ ਆਉਣ ਨਾਲ ਮੈਂ ਪੰਜਾਬੀ ਸਾਹਿਤ ਜਗਤ ਵਿੱਚ ਪ੍ਰਵੇਸ਼ ਕੀਤਾ। ਤੇ ਉਦੋਂ ਬਾਅਦ 11 ਸਾਲਾਂ ਬਾਅਦ ਫਿਰ ਮੈਂ ਉਹੀ ਕਿਹਾ ਕਿ ਜਿਸ ਦਿਨ ਤੇਰਾ ਹਲੇ ਨਾ ਕਾਹਲੀ ਨਾ ਕਰ, ਵੀ ਕਿਤਾਬ ਛਪਾਉਣ ਵਾਸਤੇ ਕਾਹਲੀ ਨਹੀਂ ਕਰਨੀ ਚਾਹੀਦੀ। ਤੇ ਫਿਰ ਮੈਂ ਜਿਹੜੀਆਂ ਮੇਰੀਆਂ ਨਜ਼ਮਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਪੜ੍ਹਦਿਆਂ ਸੰਨ 78, 79, 77, 76, 78, 79, 80, 80 ਤੱਕ ਕਵਿਤਾਵਾਂ ਜਿਹੜੀਆਂ ਨੇ ਉਹ ਕਾਲਾ ਬਾਗ ਮੇਰੇ ਕੋਲ, ਕਾਲਾ ਬਾਗ ਵੀ ਮੈਂ ਦਿਖਾ ਸਕਦੀ ਹਾਂ। ਜੀ ਪਲੀਜ਼। ਕਿਤਾਬ ਮੇਰੀ 1985 'ਚ ਆਈ। ਇਸ ਕਿਤਾਬ ਨੇ ਮੈਨੂੰ ਪੰਜਾਬੀ ਸਾਹਿਤ ਜਗਤ ਵਿੱਚ ਇੱਕ ਸ਼ਾਇਰਾ ਦੇ ਤੌਰ ਤੇ ਮਕਬੂਲ ਕੀਤਾ। ਤੇ ਉਦੋਂ ਬਾਅਦ ਤੁਹਾਨੂੰ ਫਿਰ ਪਤਾ ਹੈ ਕਿ ਉਸ ਤੋਂ ਬਾਅਦ ਮੇਰਾ ਕਾਲਾ ਬਾਗ 84 ਆ ਗਿਆ। 84 ਦੇ ਜੋ ਕੁਛ ਵੀ ਸੀ, ਚਾਹੇ 84 'ਚ ਕਿਤਾਬ ਛਪੀ ਹੈ, ਕਿਉਂਕਿ 80 ਤੇ ਕਿਤਾਬ ਛਪਣੀ ਸੀ ਪਬਲਿਸ਼ਰਸ ਦੀ ਹੁਣ। 84 ਦੇ ਵਿੱਚ ਜੋ ਕੁਛ ਅਸੀਂ ਭੋਗਿਆ, ਮੈਂ 47 ਨਹੀਂ ਦੇਖਿਆ ਕਿ 1947 ਕੀ ਵਾਪਰਿਆ ਹੋਏਗਾ। ਸਾਡੇ ਮਾਪੇ ਦੱਸਦੇ ਨੇ, ਸਾਡੇ ਦਾਦਾ ਦਾਦੀ ਦੱਸਦੇ, ਆਮ ਲੋਕ ਦੱਸਦੇ ਸੀ ਕਿ 47 ਵਿੱਚ ਕਿੰਨਾ ਸੰਤਾਪ ਭੋਗਿਆ ਸੀ। ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ। ਅੜੇ ਪਏ, ਤਰੀਮਤਾਂ ਦੀਆਂ ਅਜ਼ਮਤਾਂ ਲੁੱਟੀਆਂ ਗਈਆਂ। ਹਾਂਜੀ ਬੜਾ ਤਕਲੀਫ ਹੁੰਦੀ ਹੈ ਇਤਿਹਾਸ ਪੜ੍ਹ ਕੇ। ਕਿਆ ਬਾਤ ਹੈ। ਤੇ ਇਹ ਰਿਪੀਟ ਹੋਇਆ, ਅਸੀਂ ਆਪਣੀ ਅੱਖੀਂ ਦੇਖਿਆ 1984 ਦਾ ਕਤਲੇਆਮ। ਬਿਲਕੁਲ ਨਹੀਂ ਮੈਡਮ, ਤੁਸੀਂ ਸਹੀ ਕਹਿ ਰਹੇ ਜੇ ਕਿ ਜਿਹੜਾ ਅਸੀਂ ਜੋ ਕੁਛ ਆਪਾਂ ਹੰਢਾਇਆ, ਆਪਾਂ ਚਾਹੇ ਤਾਹਿਰਾ ਜੀ ਆਪਾਂ ਲੈਂਦੇ ਪੰਜਾਬ ਤੋਂ, ਚੜ੍ਹਦੇ ਪੰਜਾਬ ਤੋਂ, ਅਸੀਂ ਉਹ ਸੰਤਾਪ ਸਾਡੀਆਂ ਬਜ਼ੁਰਗਾਂ ਨੇ ਸਾਡੇ ਤੱਕ ਪਹੁੰਚਿਆ, ਆਪਾਂ ਹੱਥ ਲਾਇਆ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਅਸੀਂ ਦੋ ਧਿਰ ਅਲੱਗ ਨਹੀਂ ਹੈਗੇ। ਹਾਂਜੀ ਬਿਲਕੁਲ। ਇਹ ਤਾਂ ਕਹਿੰਦੇ ਹੁੰਦੇ ਨੇ ਵੀ ਰਾਜਨੇਤਾਵਾਂ ਦੀਆਂ ਪਾਈਆਂ ਹੋਈਆਂ ਵੰਡੀਆਂ ਨੇ। ਬਿਲਕੁਲ ਜੀ, ਕੋਈ ਸ਼ੱਕ ਨਹੀਂ। ਜਦੋਂ ਵੀ ਅਸੀਂ ਇਹ ਲਹਿੰਦਾ ਪੰਜਾਬ ਤੋਂ, ਮੈਂ ਤੁਹਾਨੂੰ ਕਿਹਾ ਵੀ ਇਹ ਤਾਂ ਇੱਕ ਪੰਜਾਬ ਹੈ। ਬਿਲਕੁਲ ਅਸੀਂ ਕਦੋਂ ਚਾਹਿਆ, ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਨਹੀਂ। ਅਸੀਂ ਜਦੋਂ ਮਿਲਦੇ ਹਾਂ ਅੱਜ ਵੀ ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਇਹ ਕੰਡਿਆਲੀ ਤਾਰ ਲੱਗੀ ਹੋਈ ਹੈ, ਇੱਕ ਕੀ ਮਨਾਂ 'ਚ ਤੇ ਕੰਡਿਆਲੀ ਤਾਰ ਨਹੀਂ ਹੈ, ਮਨਾਂ ਵਿੱਚ ਤਾਂ ਰੇਸ਼ਮ ਦੇ ਧਾਗੇ ਨੇ ਜਿਨ੍ਹਾਂ ਨਾਲ ਅਸੀਂ ਮੁਹੱਬਤ ਬੁਣੀ ਹੋਈ ਹੈ। ਉਸ ਮੁਹੱਬਤ ਨੂੰ ਇਹ ਲਹਿੰਦਾ ਚੜ੍ਹਦਾ ਕੀ ਅਸੀਂ ਸਾਰੇ ਮਹਿਸੂਸ ਕਰ ਰਹੇ। ਬਿਲਕੁਲ ਨਹੀਂ ਤੁਹਾਡੀ ਗੱਲ ਸਹੀ ਹੈ। ਆਪਾਂ ਸਾਰੇ ਹੈ ਇੱਕੋ ਹੀ ਆ। ਔਰ ਮੈਂ ਤੁਹਾਡੇ ਤੋਂ ਬਾਅਦ ਮੈਂ ਗੁਜ਼ਾਰਿਸ਼ ਕਰਾਂਗਾ ਤਾਹਿਰਾ ਜੀ ਨੂੰ ਕਿ ਤਾਹਿਰਾ ਜੀ ਤੁਸੀਂ ਥੋੜਾ ਜਿਹਾ 84 'ਚ ਫਿਰ ਮੇਰੀ ਇੱਕ ਕਿਤਾਬ ਆਈ ਸੀ। ਹਾਂਜੀ ਚੱਤਰੇ ਹਨੇਰੇ, ਜਿਹਦੇ ਵਿੱਚ ਸੰਤਾਪ ਹੈ ਇੱਕ ਔਰਤ ਦੀ ਨਜ਼ਰ ਨਾਲ ਕਿ ਉਹਨਾਂ ਦਿਨਾਂ 'ਚ ਜਿਵੇਂ 84 'ਚ ਔਰਤਾਂ ਨੇ ਭੁਗਤਿਆ, ਤੇ ਅਮਰਤਾ ਜੀ ਨੇ ਲਿਖਿਆ ਕਿ ਮੇਰੀ ਮਾਂ ਦੀ ਕੁੱਖ ਮਜਬੂਰ ਸੀ, ਮੈਂ ਫਲ ਹਾਂ ਉਸ ਵਕਤ ਦਾ ਜੀ। ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ, ਸਣੇ ਡਾਲੀਆਂ ਪੀਂਘ ਪਿੱਪਲਾਂ ਦਿੱਤੀ ਤੋੜ, ਜਿੱਥੇ ਵੱਜਦੀ ਸੀ ਭੂਕ ਪਿਆਰ ਦੀ, ਵੀ ਉਹ ਵੰਝਲੀ ਗਈ ਗੁਆਚ, ਰਾਂਝੇ ਦੇ ਭੁੱਲ ਗਏ ਉਹਦੀ ਜਾਚ। ਤੇ ਉਹ ਜਿਹੜੀ ਜਾਚ ਭੁੱਲੇ ਹੋਏ ਜਿਹੜੇ ਮੇਰੇ ਵੀਰ, ਮੇਰੇ ਲੋਕ ਸੀਗੇ, ਉਹ ਮੈਂ 84 'ਚ ਦੇਖਿਆ। ਤੇ ਉਸ ਔਰਤ ਦੀ ਨਜ਼ਰ ਤੋਂ ਮੈਂ 84 ਦਾ ਜਿਹੜਾ ਦਰਦ ਹੈ ਉਹ ਮੈਂ ਬਿਆਨ ਕੀਤਾ। ਕਿਆ ਬਾਤ ਹੈ, ਵਾਹ। ਨਹੀਂ ਬਹੁਤ ਜ਼ਰੂਰੀ ਹੋ ਜਾਂਦਾ ਜਦੋਂ ਤੁਸੀਂ ਕੁਛ ਤੁਹਾਡੇ ਆਲੇ ਦੁਆਲੇ ਵਾਪਰਦਾ ਆ, ਉਸ ਚੀਜ਼ ਨੂੰ ਕਲਮਬੰਦ ਕਰਨਾ ਬਹੁਤ ਕਮਾਲ ਦੀ ਗੱਲ ਹੈ। ਔਰ ਆਪਾਂ ਇਹ ਗੱਲਾਂ ਵੀ ਕਰਦੇ ਰਹਾਂਗੇ, ਆਪਾਂ ਨਾਲ ਵਿਚਾਰ ਚਰਚਾ ਕਰਾਂਗੇ, ਨਾਲ ਤੁਹਾਡੀਆਂ ਕਵਿਤਾਵਾਂ, ਤੁਹਾਡੀਆਂ ਗਜ਼ਲਾਂ ਜ਼ਰੂਰ ਸੁਣਦੇ ਰਹਾਂਗੇ ਆਪਾਂ। ਮੈਂ ਤਦ ਤੱਕ ਪਹੁੰਚਦਾ ਜੀ ਤਾਹਿਰਾ ਸਰਾਂ ਜੀ ਕੋਲ। ਤਾਹਿਰਾ ਜੀ ਤੁਹਾਡਾ ਫਿਰ ਇੱਕ ਵਾਰੀ ਬਹੁਤ ਸਵਾਗਤ ਹੈ ਪ੍ਰੋਗਰਾਮ ਕਲਮਾਂ ਦੇ ਅੰਗ ਸੰਗ ਵਿੱਚ। ਔਰ ਸਾਡਾ ਯਤਨ ਹੈ ਕਿ ਥੋੜੀ ਜਿਹੀ ਆਪਣੀ ਦੱਸੋ ਆਪਣੀ ਸਿਰਜਣ ਪ੍ਰਕਿਰਿਆ ਬਾਰੇ। ਜਦੋਂ ਤੁਸੀਂ ਕਵਿਤਾ ਲਿਖਦੇ ਜੇ ਜਾਂ ਗਜ਼ਲ ਲਿਖਦੇ, ਤੁਹਾਡੇ ਮਨ ਵਿੱਚ ਕੀ ਹੁੰਦਾ ਹੈ, ਤੁਸੀਂ ਕੀ ਸੋਚ ਕੇ ਲਿਖਦੇ ਜੇ? ਕਿ ਜਿਵੇਂ ਮੈਂ ਤੁਹਾਡੀ ਗੱਲ ਕੀਤੀ ਸੀਗੀ, ਕੀ ਬੋਲਾਂ ਤੇ ਕੀ ਨਾ ਬੋਲਾਂ, ਮੇਰੀ ਅਸਲ ਕਹਾਣੀ ਚੁੱਪ ਏ। ਸੋ ਜੇ ਤੁਸੀਂ ਲਿਖਦੇ, ਤੁਹਾਡੀ ਬਹੁਤ ਮਕਬੂਲ ਰਚਨਾ ਹੈ ਕਿ ਪਹਿਲੀ ਗਲਤੀ ਸਾਰੀ ਗਲਤੀ ਮੇਰੀ ਨਹੀਂ ਹਨਾ। ਸੋ ਜਦੋਂ ਤੁਸੀਂ ਗੱਲ ਕਰਦੇ, ਤੁਸੀਂ ਖਵਾਤੀਨ ਦੀ ਗੱਲ ਕਰਦੇ ਜੇ, ਖਵਾਤੀਨ ਬਾਰੇ ਤੁਸੀਂ ਆਪਣਾ ਤ੍ਰਿੰਜਨ ਫਾਊਂਡੇਸ਼ਨ ਸ਼ੁਰੂ ਕੀਤੀ ਆ। ਸੋ ਪਲੀਜ਼ ਦੱਸਿਓ ਆਪਣੇ ਬਾਰੇ, ਆਪਣੀ ਸਿਰਜਣ ਪ੍ਰਕਿਰਿਆ ਬਾਰੇ ਥੋੜਾ ਜਿਹਾ। ਜੀ ਮੈਂ ਸਭ ਤੋਂ ਪਹਿਲੇ ਤੇ ਬ੍ਰਿਟਿਸ਼ ਪੰਜਾਬੀ ਟੀਵੀ ਦਾ ਸ਼ੁਕਰੀਆ। ਰਾਜ ਬਟਾਲੇ ਜੀ ਤੁਹਾਡਾ, ਲਾਲੀ ਜੀ ਤੁਹਾਡਾ ਸ਼ੁਕਰੀਆ, ਆਪਣਾ ਮੈਡਮ ਦਾ ਸ਼ੁਕਰੀਆ। ਸਭ ਦੇ ਨਾਲ ਬਹੁਤ ਚੰਗਾ ਲੱਗ ਰਿਹਾ ਹੈ ਮੈਨੂੰ ਪ੍ਰੋਗਰਾਮ ਕਰਕੇ। ਤੇ ਦੂਸਰਾ ਜਿਹੜਾ ਹੈ ਉਹ ਯਾਨੀ ਜਿਹੜੀ ਮੇਰੀ ਇਹ ਤੁਸੀਂ ਪੁੱਛਿਆ ਹੈ ਕਿ ਮੈਂ ਕੀ ਮਹਿਸੂਸ ਕਰਦੀ ਹਾਂ ਜੀ, ਤੇ ਉਹਦੇ ਵਿੱਚ ਮੈਂ ਇਹ ਕਹਿਣਾ ਚਾਹਾਂਗੀ ਕਿ ਮੈਂ ਮਿੱਟੀ ਦੇ ਨਾਲ ਜੁੜੀ ਹੋਈ ਹਾਂ।
ਬਿਲਕੁਲ ਜੀ, ਵਾਹ ਮਿੱਟੀ ਦੇ ਨਾਲ, ਕਿਉਂਕਿ ਮੇਰਾ ਤਾਲੁਕ ਜਿਹੜਾ ਹੈ ਇੱਕ ਨਿੱਕਾ ਜਿਹਾ ਕਸਬਾ ਹੈ, ਪਿੰਡ ਹੈ ਜੀ ਮੰਡੀ ਟਾਵਾ ਸਿੰਘ, ਮੈਂ ਉੱਥੇ ਰਹਿੰਦੀ ਹਾਂ। ਹਾਂਜੀ ਸ਼ੇਖੂਪੁਰਾ ਦੀ ਤਹਿਸੀਲ ਹੈ। ਜੀ ਜੀ ਤੇ ਮੈਂ ਚੂੰਕਿ ਇੱਕ ਤੇ ਹੁੰਦਾ ਹੈ ਜਗ ਬੀਤੀ ਨਾ, ਜੀ ਜੀ ਜਗ ਬੀਤੀ ਅਸੀਂ ਦੂਸਰਿਆਂ ਨੂੰ ਦੇਖਦੇ ਹਾਂ, ਦੂਸਰਿਆਂ ਦੀ ਤਕਲੀਫ ਜਿਹੜੀ ਹੈ ਉਹ ਸ਼ਾਇਰ ਚੂੰਕਿ ਹਸਾਸ ਹੁੰਦਾ ਹੈ ਨਾ, ਉਹ ਜੀ ਮਹਿਸੂਸ ਕਰਦਾ ਹੈ, ਉਹ ਲਿਖ ਦਿੰਦਾ ਹੈ। ਮੈਂ ਇਹ ਸਾਰਾ ਕੁਝ ਭੋਗਿਆ ਹੈ, ਜੀ ਮੈਂ ਜੀ ਜੀ ਭੋਗਿਆ ਹੈ। ਉਸ ਤੋਂ ਬਾਅਦ ਮੈਂ ਜਦੋਂ ਲਿਖਤੇ, ਖੈਰ ਮੈਂ ਪਹਿਲੇ ਹੀ ਰਹੀ ਸੀ, ਹਾਂਜੀ ਹਾਂਜੀ ਲੇਕਿਨ ਇਹ ਸਾਰਾ ਕੁਝ ਭੋਗ ਕੇ ਮੇਰੇ ਅੰਦਰ ਜਿਹੜਾ ਹੈ, ਯਾਨੀ ਜਿਸ ਤਰ੍ਹਾਂ ਰਿਫਾਈਨ ਹੋ ਜਾਂਦਾ ਹੈ ਨਾ ਬੰਦਾ, ਬਿਲਕੁਲ ਬਿਲਕੁਲ ਜੀ ਜਿਸ ਤਰ੍ਹਾਂ ਤੁਸੀਂ ਟੁੱਟਦੇ ਜੇ ਬਣਦੇ ਜੇ, ਟੁੱਟਦੇ ਜੇ ਬਣਦੇ ਜੇ, ਉਹ ਕੁਦਰਤ ਤੁਹਾਨੂੰ ਕੁਝ ਖਾਸ ਬਣਾ ਰਹੀ ਹੁੰਦੀ ਹੈ। ਕਿਆ ਬਾਤ ਹੈ, ਵਾਹ ਜਦੋਂ ਉਹ ਤੁਹਾਨੂੰ ਤੋੜ ਰਹੀ ਹੁੰਦੀ ਹੈ, ਤੁਹਾਨੂੰ ਆਪਣੀ ਪਸੰਦ ਚ ਢਾਲ ਰਹੀ ਹੁੰਦੀ ਹੈ, ਜਿਸ ਤਰ੍ਹਾਂ ਦਾ ਉਹ ਤੁਹਾਨੂੰ ਵੇਖਣਾ ਚਾਹ ਰਹੀ ਹੁੰਦੀ ਹੈ ਕੁਦਰਤ, ਉਸ ਤਰ੍ਹਾਂ ਦਾ ਤੁਹਾਨੂੰ ਬਣਾਉਣ ਵਾਸਤੇ ਉਹ ਫਿਰ ਤੋੜਦੀ ਹੈ, ਫਿਰ ਜੋੜਦੀ ਹੈ, ਫਿਰ ਤੋੜਦੀ ਹੈ। ਈਵਨ ਕਿ ਮੇਰੇ ਵਰਗੀ ਆਮ ਕੁੜੀ ਇੱਕ ਪਿੰਡ ਚੋਂ ਉੱਠ ਕੇ ਜਿਹੜੀ ਪੂਰੀ ਦੁਨੀਆ ਦੇ ਵਿੱਚ ਆਪਣੀ ਪਹਿਚਾਨ ਬਣਾਉਂਦੀ ਹੈ, ਜੀ ਜੀ ਉਹ ਤਾਹਿਰਾ ਸਰਾ ਬਣਾ ਦਿੰਦੀ ਹੈ। ਬਿਲਕੁਲ ਬਿਲਕੁਲ ਤੁਹਾਡੀ ਬਿਲਕੁਲ, ਔਰ ਤੁਹਾਡੀ ਗੱਲ ਸਹੀ ਹੈ ਜੀ ਜੀ ਉਸ ਪਲੀਜ਼ ਵੇਲੇ ਲੱਗ ਰਿਹਾ, ਉਸ ਵੇਲੇ ਸਾਨੂੰ ਲੱਗ ਰਿਹਾ ਹੁੰਦਾ ਹੈ ਕਿ ਮੈਂ ਵੀ ਸੋਚਦੀ ਹੁੰਦੀ ਸੀ ਕਿ ਮੇਰੇ ਨਾਲ ਹੀ ਸਭ ਕੁਝ ਕਿਉਂ ਹੋ ਰਿਹਾ ਹੈ, ਜੀ ਜੀ ਹੋਰ ਵੀ ਤਾਂ ਦੁਨੀਆ ਹੈ ਨਾ, ਮੈਂ ਹੀ ਕਿਉਂ ਯਾਨੀ ਇਸ ਚੀਜ਼ ਜਿਹੜਾ ਇਹਦਾ ਟਾਰਗੇਟ ਹੈ, ਜਿੰਨੀਆਂ ਵੀ ਪ੍ਰੋਬਲਮਸ ਨੇ, ਜਿਹੜੇ ਜੀ ਜੀ ਮਸਾਇਲ, ਇਹ ਮੈਂ ਹੀ ਕਿਉਂ। ਤੇ ਹੁਣ ਮੈਂ ਸੋਚਨੀ ਆ, ਤੇ ਮੈਂ ਇਹ ਸੋਚਨੀ ਕਿ ਮੈਂ ਖਾਸ ਸੀ ਨਾ, ਵਾਹ ਮੈਂ ਬਿਲਕੁਲ ਖਾਸ ਸੀ, ਔਰ ਜਦੋਂ ਤੁਸੀਂ ਖਾਸ ਹੁੰਦੇ ਜੇ ਤੇ ਉਹਦੇ ਵਾਸਤੇ ਤੁਹਾਨੂੰ ਇੱਕ ਸਾਰਾ ਜਿਹੜਾ ਆਪਣਾ ਜੀਵਨ ਭੋਗਣਾ ਪੈਂਦਾ ਹੈ। ਬਿਲਕੁਲ ਦੂਸਰਾ ਜਿਹੜਾ ਆਪਣਾ ਤੁਸੀਂ ਉਹ ਤ੍ਰਿੰਜਨ ਫਾਊਂਡੇਸ਼ਨ ਦੀ ਗੱਲ ਕੀਤੀ, ਉਹ ਰੀਸੈਂਟਲੀ ਮੈਂ ਯਾਨੀ ਇੱਕ ਤੇ ਛੁੱਟੀਆਂ ਸੀ ਜੀ ਜੀ ਕਰੋਨਾ ਦੀ ਵਜ੍ਹਾ ਤੋਂ, ਤੇ ਮੈਂ ਆਪਣੇ ਘਰ ਯਾਨੀ ਟਾਈਮ ਸੀ, ਔਰ ਕ੍ਰੀਏਸ਼ਨ ਵੀ ਨਹੀਂ ਹੋ ਰਹੀ ਸੀ ਨਾ, ਯਾਨੀ ਹਾਂਜੀ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਚੁੱਕੀ ਸੀ ਸਾਡੇ ਚਾਰ ਚ, ਕਿ ਇੱਕ ਰਾਈਟਰ, ਇੱਕ ਕ੍ਰੀਏਟਰ ਜਿਹੜਾ ਹੈ, ਉਹ ਕੁਝ ਗੈਰ ਯਕੀਨੀ ਸੂਰਤ ਹਾਲ, ਬਿਲਕੁਲ ਕੁਝ ਵੀ ਕਲੀਅਰ ਨਹੀਂ, ਕਿਦੋਂ ਕਿਸ ਤਰ੍ਹਾਂ ਖਤਮ ਹੋ ਸਕਦਾ ਹੈ, ਕਿਦੋਂ ਖਤਮ ਹੋਏਗਾ, ਕਿਦੋਂ ਇਹ ਪ੍ਰੋਬਲਮ ਜਿਹੜੀਆਂ ਨੇ, ਸਾਰੀ ਦੁਨੀਆ ਜਿਹੜੀ ਹੈ ਉਹ ਇੱਕ ਹੀ ਉਹਦੇ ਚ ਲੱਗ ਰਹੀ ਹੈ। ਜੀ ਜੀ ਇਹਦੇ ਚ ਨਾ ਇਹਦੇ ਚ ਮਸ਼ਰਕ ਮਗਰਬ ਦਾ ਕੋਈ ਫਰਕ ਰਹਿ ਗਿਆ, ਨਾ ਮਜ਼ਹਬ ਧਰਮ ਦਾ ਜਿਹਨੂੰ ਅਸੀਂ ਕਹਿੰਦੇ ਆ, ਨਾ ਕੋਈ ਧਰਮ ਦੀ ਵੰਡ ਰਹਿ ਗਈ, ਨਾ ਕਿਸੇ ਆਪਣਾ ਜਿਹੜੀ ਕੰਟਰੀਜ਼ ਦੀ ਜੀ ਤਕਸੀਮ ਹੈ, ਸਭ ਨੂੰ ਇੱਕ ਲੈਵਲ ਤੇ ਲੈ ਆਇਆ ਹੈ ਕਰੋਨਾ। ਅਸੀਂ ਬਿਲਕੁਲ ਸਾਰੇ ਬਿਲਕੁਲ ਉਹਦਾ ਸ਼ਿਕਾਰ। ਉਸ ਜੀ ਤੋਂ ਜੀ ਬਾਅਦ ਸਹੀ ਗੱਲ ਖਾਸ ਤੌਰ ਤੇ ਮੇਰੇ ਜਿਹੜਾ ਚਾਰ ਚੁਫੇਰੇ ਮੈਂ ਵੇਖਦੀ ਹਾਂ ਕਿ ਚੀਨੀ ਜਿਹੜੀ ਬਿਲਕੁਲ ਇੱਕ ਮਿਡਲ ਕਲਾਸ ਜਿਹੜਾ ਹਰ ਜਿਹੜਾ ਉਹ ਆਪਣੀ ਸਤਾ ਤੋਂ ਥੱਲੇ ਆ ਗਿਆ ਹੈ। ਜੀ ਮਿਡਲ ਕਲਾਸ ਲੋਅਰ ਦੇ ਲੈਵਲ ਤੇ ਚਲਾ ਗਿਆ, ਲੋਅਰ ਵਾਲੇ ਮੋਸਟ ਲੋਅਰ ਦੇ ਲੈਵਲ ਤੇ ਚਲੇ ਗਏ। ਤੇ ਮੈਂ ਉਦੋਂ ਹੁਣ ਮੈਂ ਜ਼ਾਤੀ ਤੌਰ ਤੇ ਕੁਝ ਲੋਕਾਂ ਦੀ ਜਿੰਨੀ ਕੁ ਮਦਦ ਕਰ ਸਕਦੀ ਸੀ ਕੀਤੀ, ਜੀ ਜੀ ਲੇਕਿਨ ਉਸ ਤੋਂ ਬਾਅਦ ਸੋਚਿਆ ਕਿ ਮੈਂ ਕਿੰਨੇ ਕੁ ਲੋਕਾਂ ਦੀ ਇੰਡੀਵਿਜੂਅਲੀ ਕਿੰਨਾ ਮਦਦ ਕੀ ਕਰ ਕਰ ਸਕਦੇ ਸਕਦੀ, ਹਾਂ ਜੀ ਜੀ ਕੀ ਕਰ ਸਕਦੀ। ਫਿਰ ਮੈਂ ਬਿਲਕੁਲ ਸੋਚਿਆ ਕਿ ਇੱਕ ਜਿਹੜਾ ਹੱਥ ਹੈ ਇਸ ਤਰ੍ਹਾਂ ਹੈ, ਜੀ ਉਹਨੂੰ ਕਿਉਂ ਨਾ ਇਸ ਤਰ੍ਹਾਂ ਕਰਨ ਵਾਲਾ ਬਣਾ ਦਿੱਤਾ ਜਾਏ। ਵਾਹ ਬਹੁਤ ਵੱਡੀ ਗੱਲ ਕਹੀ ਤੁਸੀਂ, ਬਹੁਤ ਵੱਡੀ ਗੱਲ, ਕਿ ਕੀ ਬਾਤ। ਸਪੋਜ਼ ਮੈਂ ਵਾਂ ਜਾਂ ਤੁਸੀਂ ਹੋ ਜਾਂ ਕੋਈ ਵੀ ਕੁਛ ਅਸੀਂ ਕਿਸੇ ਦੀ ਹੈਲਪ ਕਰਨੇ ਆ, ਬਿਲਕੁਲ ਜੀ ਉਹ ਖਾ ਲੈਂਦਾ ਹੈ, ਜੀ ਖਤਮ ਹੋ ਜਾਂਦਾ, ਦੁਬਾਰਾ ਫਿਰ ਉਹਦਾ ਹੱਥ ਇਸ ਤਰ੍ਹਾਂ ਹੋ ਜਾਂਦਾ ਹੈ। ਵਾਹ ਕੀ ਬਾਤ। ਕਿਉਂ ਮੈਂ ਸੋਚਿਆ ਕਿ ਅਸੀਂ ਔਰਤ ਨੂੰ ਹੁਨਰ ਦਈਏ, ਜੀ ਜੀ ਔਰਤ ਨੂੰ ਹੁਨਰ ਦੇ ਕੇ ਤੇ ਉਹਨੂੰ ਆਪਣੀ ਜਿਹੜੀ ਫੈਮਿਲੀ ਨੂੰ ਸਪੋਰਟ ਕਰੇ, ਕੰਮ ਕਰੇ, ਬਾਹਰ ਨਿਕਲੇ। ਉਹ ਔਰਤ ਜਿਹੜੀ ਆਪਣੇ ਘਰ ਦੇ ਅੰਦਰ ਹੈ, ਜਿਹਦੇ ਕੋਲ ਹੁਨਰ ਨਹੀਂ, ਜਿਹਦੇ ਕੋਲ ਤਾਲੀਮ ਨਹੀਂ, ਉਹਨੂੰ ਅਸੀਂ ਬਾਹਰ ਲੈ ਕੇ ਆਵਾਂਗੇ, ਉਹਦੇ ਕੋਲੋਂ ਕੁਝ ਕਰਵਾਵਾਂਗੇ ਆਪਣੀ ਫੈਮਿਲੀ ਦੀ ਸਪੋਰਟ। ਕਿਆ ਬਾਤ ਹੈ, ਵਾਹ ਨਹੀਂ ਤੁਸੀਂ ਬਿਲਕੁਲ ਸਹੀ ਕਿਹਾ ਤਾਹਿਰਾ ਜੀ। ਔਰ ਵੱਡੀ ਗੱਲ ਇਹ ਹੈ ਕਿ ਜਦ ਤੱਕ ਜਿਹੜੀਆਂ ਖਵਾਤੀਨ ਨੇ ਜਾਂ ਔਰਤਾਂ ਨੇ,
ਜਦ ਤੱਕ ਉਹ ਫਾਈਨੈਂਸ਼ੀਅਲੀ ਸਿਕਿਉਰ ਨਹੀਂ ਹੁੰਦੀਆਂ। ਫਾਈਨੈਂਸ਼ੀਅਲੀ ਸਿਕਿਉਰ ਹੋਣਾ ਬਹੁਤ ਜ਼ਰੂਰੀ ਆ। ਸੋ ਫਾਈਨੈਂਸ਼ੀਅਲ ਸਿਕਿਉਰ ਹੋਣ ਵਾਸਤੇ ਉਹਨਾਂ ਨੂੰ ਕੋਈ ਨਾ ਕੋਈ ਟੈਲੈਂਟ, ਕੋਈ ਨਾ ਕੋਈ ਟੈਕਨੀਕ ਜਿਹੜੀ ਚੀਜ਼ ਹੈ ਉਹਨਾਂ ਨੂੰ ਚਾਹੀਦੀ ਹੈ, ਤਾਂ ਕਿ ਜਿਹੜਾ ਸਮਾਜ ਉਹਨਾਂ ਨੂੰ ਇੱਕ ਪਹਿਚਾਣ ਦੇ ਸਕੇ। ਔਰ ਦੋ ਗੱਲਾਂ ਬਹੁਤ ਲਾਜ਼ਮੀ ਹੋ ਜਾਂਦੀਆਂ, ਇੱਕ ਤਾਂ ਫਾਈਨੈਂਸ਼ੀਅਲੀ, ਔਰ ਦੂਸਰੀ ਗੱਲ ਉਹੀ ਗੱਲ ਮੈਂ ਜਾਂਦੀ ਕਿ ਮੈਡਮ ਮਨਜੀਤ ਵਾਲੀ ਗੱਲ, ਕਿ ਜਿਹੜੀ ਬੇਬਾਕੀ ਨਾਲ ਗੱਲ ਕਰਨੀ ਆਪਣੀ, ਕਿ ਗੱਲ ਨੂੰ ਆਪਣੇ ਅੰਦਰ ਕੁੱਟੋ ਨਾ, ਉਹਨੂੰ ਬਾਹਰ ਆਉਣ ਦਿਓ। ਜਿਵੇਂ ਤੁਸੀਂ ਲਿਖਦੇ ਜੇ, ਤੁਹਾਡੀ ਗੱਲ ਕਰਦਾ, ਤੁਸੀਂ ਲਿਖ ਕੇ ਪਹਿਲੀ ਗੱਲ ਤੇ ਸਾਰੀ ਗਲਤੀ ਮੇਰੀ ਨਹੀਂ, ਠੀਕ ਹੈ ਨਾ, ਜੇਕਰ ਮੇਰੀ ਵੀ ਏਕੀ ਮੈਂ ਤੇਰੀ ਨਹੀਂ, ਠੀਕ ਹੈ ਨਾ, ਤੇ ਤੂੰ ਕਹਿਣਾ ਹੈ ਪਿਆਰ ਤੇ ਜੰਗ ਵਿੱਚ ਸਭ ਜਾਇਜ਼ ਸਭ, ਮੈਂ ਕਹਿੰਦੀ ਹਾਂ ਉਹ ਹੇਰਾ ਫੇਰੀ ਨਹੀਂ। ਸੋ ਕਹਿਣ ਦਾ ਮਕਸਦ ਹੈ, ਜੋ ਤੁਸੀਂ ਲਿਖਦੇ ਜੇ, ਤੁਸੀਂ ਆਪਣੇ ਮਨ ਦੀ ਗੱਲ ਕਰਦੇ ਜੇ, ਬੇਸ਼ੱਕ ਤੁਸੀਂ ਆਪਣੇ ਮਨ ਦੀ ਗੱਲ ਕਰਦੇ, ਪਰ ਤੁਹਾਡੇ ਮਨ ਦੇ ਅੰਦਰ ਹੀ ਉਹ ਪੂਰੀ ਦੀ ਪੂਰੀ ਗੱਲ ਪੂਰੇ ਸਮਾਜ ਦੀ ਗੱਲ ਹੋ ਜਾਂਦੀ ਹੈ। ਸੋ ਤੁਹਾਨੂੰ ਤ੍ਰਿੰਜਨ ਫਾਊਂਡੇਸ਼ਨ ਵਾਸਤੇ ਬਹੁਤ ਬਹੁਤ ਮੁਬਾਰਕਾਂ। ਔਰ ਸਾਨੂੰ ਗੁਜ਼ਾਰਿਸ਼ ਹੈ, ਜੋ ਦਰਸ਼ਕ ਦੇਖ ਰਹੇ ਨੇ, ਜੋ ਵੀ ਪਾਠਕ ਦੇਖ ਰਹੇ ਨੇ, ਕਿ ਗੱਲ ਸਹੀ ਹੈ ਕਿ ਇਕੱਲਾ ਬੰਦਾ ਸ਼ਾਇਦ ਕੁਛ ਨਾ ਕਰ ਸਕੇ, ਪਰ ਆਪਾਂ ਰਲ ਕੇ ਕੁਛ ਨਾ ਕੁਛ ਹਿੱਸਾ ਪਾ ਕੇ ਆਪਾਂ ਉਸ ਚੀਜ਼ ਨੂੰ ਹੋਰ ਅੱਗੇ ਕਰ ਸਕਦੇ ਹਾਂ, ਠੀਕ ਹੈ ਨਾ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਕਿਆ ਬਾਤ ਹੈ। ਔਰ ਆਪਾਂ ਗੱਲਾਂ ਅਜੇ ਸਾਡੇ ਕੋਲ ਟਾਈਮ ਅੱਜ ਹੈ, ਆਪਾਂ ਤੁਹਾਡੀਆਂ ਗਜ਼ਲਾਂ ਵੀ ਸੁਣਾਂਗੇ, ਤੁਹਾਡੀਆਂ ਕਵਿਤਾਵਾਂ ਵੀ ਸੁਣਾਂਗੇ, ਮੈਡਮ ਮਨਜੀਤ ਦੀਆਂ ਵੀ ਕਵਿਤਾਵਾਂ ਸੁਣਾਂਗੇ, ਗੱਲਾਂ ਆਪਾਂ ਕਰਾਂਗੇ। ਔਰ ਇੱਕ ਮੇਰਾ ਖਾਸ ਜਿਹੜਾ ਯਤਨ ਹੈਗਾ ਜ਼ਰੂਰ ਹੈ, ਕਿਹੜੀਆਂ ਖਵਾਤੀਨ ਬਾਰੇ ਉਹ ਗੱਲ ਜ਼ਰੂਰ ਹੋਵੇ, ਕਿਹੜੀ ਖਵਾਤੀਨ ਦੀ ਜਿਹੜੀ ਅੱਜ ਦੀ ਜਿਹੜੀ ਹਾਲਤ ਹੈ, ਚਾਹੇ ਪਾਕਿਸਤਾਨ 'ਚ, ਚਾਹੇ ਸਾਡੇ ਪੰਜਾਬ 'ਚ ਆ, ਕਿ ਆਪਾਂ ਕਿੱਥੇ ਖੜੇ ਹਾਂ ਤੇ ਸਾਨੂੰ ਕੀ ਕੁਛ ਹੋਰ ਕਰਨ ਦੀ ਲੋੜ ਆ। ਮੈਂ ਪਹੁੰਚਾਂਗਾ ਮੈਡਮ ਮਨਜੀਤ ਜੀ ਕੋਲੋਂ, ਕਿ ਮੈਡਮ ਪਲੀਜ਼ ਤੁਹਾਡੇ ਵੱਲ ਮੈਂ ਆਵਾਂਗਾ ਫਿਰ ਦੁਬਾਰਾ, ਕਿ ਜਿਹੜੀਆਂ ਖਵਾਤੀਨ ਨੇ ਜਾਂ ਔਰਤਾਂ ਬਾਰੇ ਤੁਹਾਡੇ ਆਪਣੇ ਮਨ ਦੇ ਵਿਚਾਰ, ਤੁਸੀਂ ਆਪਣਾ ਕੁਛ ਕਹਿਣਾ ਚਾਹੋਗੇ, ਸਾਨੂੰ ਬਹੁਤ ਖੁਸ਼ੀ ਹੋਏਗੀ। ਦੇਖੋ, ਜਿੱਥੋਂ ਤੱਕ ਔਰਤਾਂ ਹੈਗੀਆਂ ਨੇ, ਮੇਰਾ ਖਿਆਲ ਹੈ ਕਿ ਵੀ ਇਹ ਜਦੋਂ ਜਿਹੜੀ ਗੱਲ ਸਿੱਧੀ ਜੀ ਕਰਦੇ ਨੇ ਕਿ ਔਰਤਾਂ ਹੁਣ ਮਰਦਾਂ ਦੇ ਬਰਾਬਰ ਹੋ ਗਈਆਂ ਨੇ, ਮੈਨੂੰ ਇੱਕ ਗੱਲ ਲੱਗਦਾ ਹੈ ਕਿ ਔਰਤਾਂ ਮਰਦਾਂ ਦੇ ਬਰਾਬਰ ਹੋਣ ਵਾਲੀ ਕੋਈ ਲੋੜ ਨਹੀਂ ਹੈ। ਔਰਤਾਂ ਦੀ ਇਹ ਦੌੜ ਹਰਗਿਜ਼ ਨਾ ਹੈਗੀ ਹੈ ਤੇ ਨਾ ਹੋਣੀ ਚਾਹੀਦੀ ਹੈ। ਔਰਤ ਇੱਕ ਤੁਹਾਨੂੰ ਮੈਂ ਕਹਿੰਦੀ ਹਾਂ ਕਿ ਕੋਮਲ ਹੈ, ਕਮਜ਼ੋਰ ਨਹੀਂ ਹੈ। ਔਰਤ ਜਿਹੜੀ ਹੈ, ਉਸ ਦੀ ਕੋਮਲਤਾ ਜਿਹੜੀ ਆ ਉਹਦਾ ਗਹਿਣਾ ਆ, ਬਿਲਕੁਲ, ਠੀਕ ਹੈ। ਅੱਜ ਦੀ ਜ਼ਮਾਨੇ ਵਿੱਚ ਔਰਤ ਜਿਹੜੀ ਹੈਗੀ ਹੈ, ਉਹ ਇਕਨੋਮਿਕ ਤੌਰ ਦੇ ਉੱਤੇ ਮਰਦ ਸਮਝਦੇ ਨੇ ਵੀ ਉਹਨਾਂ ਨੂੰ ਆਜ਼ਾਦੀ ਹੈ। ਹਾਂਜੀ, ਜਿਹੜੀ ਆਜ਼ਾਦੀ ਸਾਨੂੰ ਉਸ ਮੈਂ ਇੱਕ ਨਜ਼ਮ, ਤੁਸੀਂ ਜ਼ਿਕਰ ਵੀ ਕਰ ਰਹੇ ਸੀ ਕਿ ਮਾਏ ਨੀ ਕਹੀ ਮੈਂ ਜਨਨੀ, ਧੀ ਜੰਮਣ ਤੋਂ ਡਰ ਲੱਗਦਾ ਹੈ। ਵਾਹ, ਕਿਆ ਬਾਤਾਂ ਨੇ, ਬਿਲਕੁਲ। ਕਿੱਥੇ ਧੀ ਖੇਡਣ ਭੇਜਾਂਗੀ, ਕਿਸ ਵਿਦਿਆਲੇ ਪੜ੍ਹਨ ਪਾਵਾਂਗੀ, ਆਸੇ ਪਾਸੇ ਵਹਿਸ਼ੀ ਜਰਵਾਣੇ, ਕਿਸ ਤੋਂ ਰਾਖੀ ਕਰ ਲਾਂਗੀ, ਇਸੇ ਲਈ ਮੈਂ ਕਹਿੰਦੀ ਹਮਾਏ ਨੀ, ਧੀ ਜੰਮਣ ਤੋਂ ਡਰ ਲੱਗਦਾ ਹੈ। ਧੀਆਂ ਮਾਵਾਂ ਨੂੰ, ਮਾਪਿਆਂ ਨੂੰ ਦੁਪਿਆਰੀਆਂ ਨਹੀਂ ਹੁੰਦੀਆਂ। ਪਰ ਮੈਂ ਤੁਸੀਂ ਮੈਨੂੰ ਕਹੋਗੇ ਕਿ ਮੈਂ ਤੁਹਾਡੀ ਗੱਲ ਨੂੰ ਕਿੱਦਾਂ ਕਰ ਰਹੀ ਹਾਂ, ਪਰ ਮੈਂ ਤੁਹਾਡੀ ਇਹ ਗੱਲ ਸਮਝ ਉਦੋਂ ਹੀ ਆ ਸਕਦੀ ਹੈ ਜਦੋਂ ਅਸੀਂ ਧੀਆਂ ਨੂੰ, ਕੁੜੀਆਂ ਨੂੰ, ਖਵਾਤੀਨ ਨੂੰ ਉਹ ਆਜ਼ਾਦੀ ਦੇਵਾਂਗੇ। ਇਹ ਸਾਡੇ ਜਿਹੜੇ ਮਰਦਾਂ ਨੇ ਹੀ ਆਜ਼ਾਦੀ ਦੇਣੀ ਆ, ਉਹ ਭਰਾ ਵੀ ਨੇ, ਪਿਓ ਵੀ ਨੇ ਜੀ, ਉਹ ਖਾਵੰਦ ਵੀ ਨੇ, ਉਹ ਮਿੱਤਰ ਵੀ ਨੇ, ਉਹ ਪੁੱਤਰ ਵੀ ਨੇ। ਜਿੰਨਾ ਚਿਰ ਤੱਕ ਇੱਕ ਐਸਾ ਕਿ ਮੈਂ ਆਪਣੇ ਆਪ ਨੂੰ ਬੜੀ ਬੇਬਾਕ ਸਮਝਦੀ ਹਾਂ, ਹਾਂਜੀ, ਪਰ ਜਦੋਂ ਮੈਂ ਕਿਸੇ ਭੀੜੀ ਗਲੀ ਚੋਂ ਹਨੇਰੀ ਰਾਤ ਵਿੱਚ ਕਿਤੇ ਜਾ ਰਹੀ ਹਾਂ, ਚਾਹੇ ਮੈਂ ਕਾਰ ਵਿੱਚ ਜਾ ਰਹੀ ਹੋਵਾਂ, ਚਾਹੇ ਮੈਂ ਅਦਰਵਾਈਜ਼, ਡਰ ਲੱਗਦਾ ਵੀ ਪਤਾ ਨਹੀਂ ਕਿਉਂ ਉਹੀ ਅੱਲਾ ਅੱਲਾ, ਵਾਹਿਗੁਰੂ 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 ਕਰਦੇ ਅਸੀਂ ਆਪਣੇ ਘਰ ਪਹੁੰਚਦੇ ਹਾਂ। ਇਹ ਕੀ ਔਰਤ ਦੀ, ਮੈਂ ਫਿਰ ਉਹੀ ਕਹਾਂਗੀ, ਕੋਮਲ ਹੈ, ਔਰਤ ਦੀ ਸਰੀਰਕ ਬਣਤਰ ਹੈ। ਜਿੰਨਾ ਚਿਰ ਤੱਕ ਮਰਦ ਸਮਾਜ ਔਰਤ ਨੂੰ ਆਜ਼ਾਦ ਜਾਣ ਦੀ, ਵਿਚਰਨ ਦੀ ਆਗਿਆ ਨਹੀਂ, ਉਹ ਆਗਿਆ ਕਿਵੇਂ ਹੋਏਗੀ? ਉਹ ਆਪਣੇ ਆਪ ਨੂੰ ਬਿਲਕੁਲ ਸਮਝਾਏਗਾ, ਕਰੇਗਾ ਕਿ ਉਹ ਹਰ ਔਰਤ ਉਹਦੀ ਬੇਟੀ ਵਰਗੀ, ਉਹਦੀ ਭੈਣ ਵਰਗੀ, ਉਹਦੀ ਮਾਂ ਵਰਗੀ, ਉਹਦੀ ਬੀਵੀ ਵਰਗੀ ਹੈ। ਜਿੰਨਾ ਚਿਰ ਇਹ ਨਹੀਂ ਸਮਝਦਾ ਔਰਤ ਦੀ ਬਰਾਬਰੀ ਦਾ, ਮੇਰਾ ਖਿਆਲ ਹੈ ਕਿ ਮੈਂ ਉਹਨੂੰ ਨਹੀਂ ਸਮਝਦੀ ਕਿ ਔਰਤ ਨੂੰ ਅਸੀਂ ਬਰਾਬਰੀ ਦੇ ਹੱਕ ਦਿੱਤੇ ਨੇ। ਔਰਤਾਂ ਵੀ ਕਹਿੰਦੇ ਹਨ ਹੱਕ ਲੈ ਲਏ ਨੇ, ਤਾਹਿਰਾ ਜੀ ਵੀ ਕਹਿੰਦੇ, ਇਸ ਨੂੰ ਵੀ ਮੈਂ ਕਹਿ ਰਹੀ ਹਾਂ ਕਿ ਉਹ ਹੱਕ ਜਿਹੜਾ ਸਾਨੂੰ ਅਸਲ 'ਚ ਮਿਲਣਾ ਚਾਹੀਦਾ ਹੈ, ਉਹ ਹੱਕ ਜਿਹੜਾ ਅਸੀਂ ਸਾਡੀ ਇਸ ਸਾਰੀ ਨੂੰ ਸਮਝਦਿਆਂ ਹੋਇਆ ਕਿ ਔਰਤ ਇੱਕ ਮਾਂ ਆ, ਇੱਕ ਜਨਨੀ ਹੈ, ਔਰਤ ਧਰਤੀ ਵਰਗਾ ਰੂਪ ਹੈ। ਜਿਵੇਂ ਧਰਤੀ ਆਪ ਸਾਨੂੰ ਅੰਨ ਦਿੰਦੀ ਹੈ, ਅਸੀਂ ਖਾਣ ਪੀਣ ਦਿੰਦੀ ਹੈ, ਸਾਨੂੰ ਸਾਰਾ ਕੁਝ ਸਹਿੰਦੀ ਹੈ, ਕਈਆਂ ਵੀ ਮਾਰਦੇ ਹਾਂ ਅਸੀਂ ਉਹਦੇ ਤੇ,
ਪਰ ਫਿਰ ਵੀ ਉਹ ਤੁਹਾਨੂੰ ਅਸੀਸ ਹੀ ਦਿੰਦੀ ਹੈ। ਸੋ ਇਸੇ ਤਰ੍ਹਾਂ ਦੀ ਔਰਤ ਹੈ। ਮੈਂ ਸਮਝਦੀ ਹਾਂ ਕਿ ਅਜੇ ਔਰਤ ਨੂੰ ਇੱਕ ਲੰਬਾ ਪੈਂਡਾ ਤੈਅ ਕਰਨਾ ਪਏਗਾ ਆਪਣੀ ਵਾਹ, ਆਜ਼ਾਦੀ ਬਿਲਕੁਲ। ਔਰ ਤੁਹਾਡੀ ਜੀ ਔਰ ਤੁਹਾਡੀ ਗੱਲ ਨਾਲ ਸਹਿਮਤ ਹੋ ਰਹੇ ਨੇ ਇਸ ਟਾਈਮ ਸਾਡੇ ਜੋ ਦਰਸ਼ਕ ਦੇਖ ਰਹੇ ਨੇ ਫੇਸਬੁੱਕ ਲਾਈਵ ਤੇ। ਕੁਝ ਨਾਮ ਲੈਣਾ ਚਾਹਾਂਗਾ, ਦਵਿੰਦਰ ਮਲਹਾਂਸ ਜੀ, ਜਗਤਾਰ ਧਮਾਨ ਜੀ, ਚਿਰਾਗ ਸਾਹਿਬ, ਨੂਰ ਸਾਹਿਬ, ਸੁਨੀਤਾ ਸ਼ਰਮਾ ਜੀ, ਗੁਰਚਰਨ ਜੋਗੀ ਭਾਜੀ, ਕੈਲਾਸ਼ ਅਮਰੋਹੀ ਜੀ ਤੇ ਹੋਰ ਵੀ। ਉਹ ਤੁਹਾਡੀ ਹਰ ਗੱਲ ਨਾਲ ਸਹਿਮਤ ਹੋ ਰਹੇ ਨੇ, ਚਾਹੇ ਤਾਹਿਰਾ ਜੀ ਗੱਲ ਕਰ ਰਹੇ ਨੇ, ਚਾਹੇ ਮਨਜੀਤ ਮੈਡਮ ਤੁਸੀਂ ਗੱਲ ਕਰ ਰਹੇ ਜੀ। ਸ਼ੁਕਰੀਆ ਤੇ ਇਹਨਾਂ ਵਾਕਈ ਸਾਰਿਆਂ ਦਾ, ਸ਼ੁਕਰੀਆ ਹਾਂਜੀ, ਸਾਰਿਆਂ ਦਾ। ਬਿਲਕੁਲ। ਮੈਂ ਔਰ ਜੀ ਤਾਹਿਰਾ ਜੀ, ਉਹ ਗੁਜ਼ਾਰਿਸ਼ ਜੀ। ਜੀ ਲਾਲੀ ਜੀ, ਔਰ ਮੈਂ ਜੀ ਤਾਹਿਰਾ ਜੀ, ਮੈਂ ਸੋਚਦਾ ਪਿਆ ਕਿ ਜੇ ਤੁਹਾਡਾ ਮਨ ਵਿਚਾਰ ਕਰਦਾ ਹੋਵੇ, ਤੁਹਾਡਾ ਮਨ ਕਵੇ, ਹਨਾ, ਤੁਹਾਡੀ ਉਹੀ ਗਜ਼ਲ ਤੁਸੀਂ ਗੱਲ ਕਰ, ਤੁਹਾਡੀ ਉਹੀ ਕਵਿਤਾ ਕਿ ਪਹਿਲੀ ਗੱਲ ਤੇ ਸਾਰੀ ਗਲਤੀ ਮੇਰੀ ਨਹੀਂ। ਹੁਣ ਜਿਹੜਾ ਜਿਸ ਮਾਹੌਲ ਬਣਿਆ ਪਿਆ, ਇਸ ਮਾਹੌਲ 'ਚ ਜੇ ਤੁਸੀਂ 2 ਲਾਈਨਾਂ ਚੰਦ ਲਾਈਨਾਂ ਉਹਦੀ ਸੁਣਾ ਦਿਓ ਤੇ ਮੇਰੇ ਖਿਆਲ ਉਹਦੇ ਮਾਇਨੇ ਇਸ ਟਾਈਮ ਕੁਝ ਬਦਲ ਜਾਣਗੇ ਉਸ ਚੀਜ਼ ਦੇ, ਲੋਕਾਂ ਤੱਕ ਪਹੁੰਚਣ ਲੱਗਿਆ। ਜੀ ਤੁਹਾਡੇ ਅੱਗੇ ਗੁਜ਼ਾਰਿਸ਼ ਹੈ, ਤੁਸੀਂ ਕੁਝ ਕਹਿ ਸਕੋ ਆਪਣੀ ਉਸ ਰਚਨਾ ਬਾਰੇ। ਸਭ ਤੋਂ ਪਹਿਲੇ ਤੇ ਮੈਂ ਮਨਜੀਤ ਮੈਡਮ ਦੇ ਨਾਲ ਬਹੁਤ ਸਾਰੀਆਂ ਗੱਲਾਂ 'ਚ ਸਹਿਮਤ ਹਾਂ। ਜੀ ਲੇਕਿਨ ਮੈਂ ਇੱਕ ਚੀਜ਼ ਜਿਹੜੀ ਹੈ ਉਹ ਥੋੜਾ ਜਿਹਾ ਅੱਗੇ ਵਧਾਉਣਾ ਚਾਹਾਂਗੀ ਜੀ ਕਿ ਮੈਡਮ ਮਨਜੀਤ ਸਾਹਿਬਾ ਜਿਹੜੀਆਂ ਨੇ, ਇਹ ਸਾਡੇ ਨਾਲੋਂ ਥੋੜਾ ਪਹਿਲੋਂ ਦੀ ਪੀੜ੍ਹੀ ਦੇ ਨਾਲ ਇਹਨਾਂ ਦਾ ਹਾਂਜੀ, ਤਾਲੁਕ ਹੈ। ਬਿਲਕੁਲ ਜੀ। ਲੇਕਿਨ ਅੱਜ ਦੀ ਔਰਤ, ਜਿਸ ਤਰ੍ਹਾਂ ਕਹਿ ਰਹੇ ਕਿ ਮੈਂ ਅਜੇ ਵੀ ਇਕੱਲੀ ਹੋਵਾਂ ਤੇ ਮੈਨੂੰ ਡਰ ਲੱਗਦਾ ਹੈ ਨੇਰੀ ਗਲੀ ਚੋਂ ਲੰਘਦਿਆਂ। ਜੀ ਮੈਂ ਇਹਨਾਂ ਨੂੰ ਇਸ ਚੀਜ਼ ਦੀ ਮੁਬਾਰਕ ਦੇਣਾ ਚਾਹਾਂਗੀ ਕਿ ਇਹਨਾਂ ਤੋਂ ਅਗਲੀ ਪੀੜ੍ਹੀ ਜਿਹੜੀ ਹੈ, ਮੈਂ ਉਹ ਤੰਗ ਨੇਰੀ ਗਲੀ ਚੋਂ ਲੰਘਦਿਆਂ ਹੋਇਆ ਡਰਦੀ ਨਹੀਂ। ਕਿਆ ਬਾਤ ਹੈ, ਵਾਹ। ਮੈਂ ਨਹੀਂ ਡਰ ਰਹੀ। ਔਰ ਮੈਂ ਇਹ ਇਤਮਾਦ ਨਾਲ ਕਹਿ ਸਕਦੀ ਹਾਂ ਕਿ ਮੇਰੀ ਧੀ ਮੇਰੇ ਤੋਂ ਵੀ ਜ਼ਿਆਦਾ ਯਾਨੀ ਆਪਣਾ ਹੱਕ ਲੈਣ ਵਾਸਤੇ ਅੱਗੇ ਜਾਏਗੀ। ਸਲੂਟ ਜੀ। ਕਿਉਂਕਿ ਉਹਨਾਂ ਦੀ, ਮਨਜੀਤ ਮੈਡਮ ਜੀ ਦੀ ਵਰਗੀਆਂ ਮਾਵਾਂ ਨੇ ਸਾਡੀ ਜਿਹੜੀ ਪਰਵਰਿਸ਼ ਕੀਤੀ ਹੈ, ਜੀ ਅਸੀਂ ਜਿਹੜੀ ਹੈ ਅਗਲੀ ਪੀੜ੍ਹੀ ਦੀ ਕਰ ਰਹੇ ਹਾਂ। ਬਿਲਕੁਲ ਅਗਲੀ ਜੀ। ਪੀੜ੍ਹੀ ਦੂਸਰਾ, ਅੱਜ ਕੁੜੀਆਂ ਸਾਡੇ ਤੇ ਪੰਜਾਬ 'ਚ ਜਾਂ ਪਾਕਿਸਤਾਨ 'ਚ ਕੁੜੀਆਂ ਮੁੰਡਿਆਂ ਨਾਲੋਂ ਹਰ ਲੈਵਲ ਤੇ ਅੱਗੇ ਨੇ। ਬਿਲਕੁਲ, ਉਹ ਜ਼ਰੂਰੀ ਵੀ ਆ। ਇੱਕ ਹੋਰ ਗੱਲ ਤੁਹਾਡੀ ਗੱਲ ਸੀ ਕਿ ਜੇ ਤੁਸੀਂ ਆਪਣਾ ਪਾਕਿਸਤਾਨ ਦੀ ਗੱਲ ਕਰ ਰਹੇ ਆ ਆਪਾਂ, ਤੇ ਜੋ ਇੱਕ ਗਲੋਬਲ ਤੌਰ ਤੇ ਗੱਲ ਕਰੀਏ ਆਪਾਂ, ਗਲੋਬਲ ਪੱਧਰ ਤੇ, ਠੀਕ ਹੈ ਨਾ, ਜਦੋਂ ਕਿਤਾਬ ਆਉਂਦੀ ਹੈ ਤਾਂ ਮਲਾਲਾ ਯੂਸਫਜ਼ਈ ਦੀ, ਠੀਕ ਹੈ, ਮੈਂ ਕਿਤਾਬ ਪੂਰੀ ਕਿਤਾਬ ਪੜ੍ਹੀ ਹੈ, ਤੇ ਮੇਰੇ ਖਿਆਲ ਨਾਲ ਕਈ ਵਾਰੀ ਜਿਹੜਾ ਖਾਸ ਨਜ਼ਰੀਆ ਲੋਕਾਂ ਦਾ, ਉਹਨੂੰ ਕੀ ਕਹਿੰਦੇ, ਟਵਿਸਟ ਕਰਤਾ ਜਾਂਦਾ ਉਸ ਚੀਜ਼ ਨੂੰ। ਜਿਵੇਂ ਤੁਸੀਂ ਕਹਿ ਰਹੇ, ਬਿਲਕੁਲ ਸਹੀ ਕਹਿ ਰਹੇ ਜੇ ਕਿ ਸਾਨੂੰ ਜਿਹੜੀ ਪਰਵਰਿਸ਼ ਕਰਨ ਦੀ ਲੋੜ ਹੈ ਆਪਣੀ ਧੀਆਂ ਦੀ, ਚਾਹੇ ਮੇਰੀ ਦੀ, ਚਾਹੇ ਤੁਹਾਡੀ ਧੀ ਆ, ਕਿ ਕੋਈ ਵੀ ਜ਼ਿੰਦਗੀ 'ਚ ਕੋਈ ਮੁਸ਼ਕਿਲ ਆਵੇ ਉਹਦਾ ਡਟ ਕੇ ਮੁਕਾਬਲਾ ਕਰੋ, ਕੋਈ ਗੱਲ ਨਹੀਂ, ਜੋ ਹੋਗਾ ਵੇਖੀ ਜਾਏਗੀ। ਲਾਲੀ ਜੀ, ਮੈਂ ਇੱਥੇ ਤੁਹਾਡੀ ਗੱਲ ਕੱਟ ਰਹੀ ਹਾਂ, ਸੌਰੀ। ਤਾਹਿਰਾ ਜੀ, ਮੇਰਾ ਮਤਲਬ ਕੀ ਹੈ, ਜਦੋਂ ਪੁਰਾਣੀ ਪੀੜ੍ਹੀ ਜਾਂ ਨਵੀਂ ਪੀੜ੍ਹੀ ਦੀ ਗੱਲ ਨਹੀਂ, ਮੈਂ ਅੱਜ ਦੀ ਪੀੜ੍ਹੀ ਦੇ ਵਿੱਚ, ਮੈਂ ਕਾਲਜਾਂ ਦੇ ਵਿੱਚ ਨੌਜਵਾਨ ਕੁੜੀਆਂ ਨੂੰ ਪੜ੍ਹਾਉਂਦੀ ਰਹੀ ਹਾਂ ਲੰਬਾ ਅਰਸਾ, ਠੀਕ ਹੈ। ਇੱਕ ਅਧਿਆਪਕ ਆ, ਚਾਹੇ ਉਹ ਸਕੂਲ ਦਾ ਹੋਵੇ, ਕਾਲਜ ਦਾ ਅਧਿਆਪਕ ਜਿਹੜਾ ਹੁੰਦਾ ਹੈ ਉਹ ਵੱਡੀਆਂ ਕੁੜੀਆਂ ਨੂੰ, ਕਿ ਸਾਨੂੰ ਬੇਬਾਕੀ, ਸਾਨੂੰ ਖੁੱਲ੍ਹ ਕੀ ਮਿਲੀ ਆ ਕਿ ਅਸੀਂ ਤੁਰ ਸਕਦੇ ਹਾਂ। ਪਰ ਤਾਹਿਰਾ ਜੀ, ਮੇਰੀਆਂ ਨਜ਼ਰਾਂ ਸਾਹਮਣੇ ਹੁਣ ਵੀ 3 ਸਾਲ ਦੀ ਕੁੜੀ, ਤੁਸੀਂ ਦੇਖਦੇ ਹੋਗੇ ਲਾਲੀ ਜੀ, ਅਖਬਾਰਾਂ 'ਚ ਪੜ੍ਹਦੇ ਆ ਰੋਜ਼, 5 ਸਾਲ ਦੀ ਬੱਚੀ ਸੜਕ ਤੇ ਤੁਰੀ ਜਾਂਦੀ। ਉਹਦਾ ਕੀ ਕਸੂਰ ਸੀ? ਵੱਡੀ ਕੁੜੀ ਜਿਹਦਾ ਕੋਈ ਹੈਗਾ, ਉਹਨੂੰ ਰੇਪ ਕਰ ਦਿੱਤਾ ਜਾਂਦਾ ਹੈ। ਜੀ ਬਿਲਕੁਲ ਸਹੀ ਗੱਲ। ਧੀ ਦਾ ਰੇਪ ਕਰਦਾ, ਉਹ ਸ਼ਿਵ ਕੁਮਾਰ ਬਟਾਲਵੀ ਮੈਨੂੰ ਯਾਦ ਆਉਂਦਾ, ਪਿਤਾ ਜੇ ਧੀ ਦਾ ਰੂਪ ਹੰਡਾਵੇ, ਲੋਕਾਂ ਵੇ ਤੈਨੂੰ ਲਾਜ ਨਾ ਆਵੇ, ਵਰਗੀ ਸਲਵਾਨ ਦੀ। ਇਹ ਜਿਹੜਾ ਤਾਹਿਰਾ ਜੀ, ਇਹ ਆਜ਼ਾਦੀ ਤੁਸੀਂ, ਮੈਂ ਕਹਿੰਦੀ ਆ ਕਿ ਮੈਂ ਖੁੱਲੀ ਜ਼ਮੀਨ ਦੇ ਉੱਤੇ ਗੱਲ ਕਰਦੀ ਆ, ਮੈਂ ਇਕੱਲੀ ਰਹਿੰਦੀ ਆ, ਮੈਂ ਆਪਣੇ ਆਪ ਨਾਲ ਰਹਿੰਦੀ ਆ, ਮੈਂ ਨਾ ਪੁਰਾਣੀ ਪੀੜ੍ਹੀ ਦਾ, ਮੈਂ ਬਿਲਕੁਲ ਪੀੜ੍ਹੀਆਂ ਦਾ ਕੋਈ ਪੜ। ਅੱਜ ਵੀ ਜਦੋਂ ਮੈਂ ਚੰਡੀਗੜ੍ਹ ਵਰਗੇ ਸ਼ਹਿਰ 'ਚ ਰਹਿ ਰਹੀ ਹਾਂ, ਇਹ ਬਿਲਕੁਲ ਵੀ ਕੁੜੀਆਂ ਨੂੰ ਓਨੀ ਕਿੰਨੀ ਕੁ ਆਜ਼ਾਦੀ ਹੈ ਮੈਨੂੰ ਨਹੀਂ ਪਤਾ, ਪਾਕਿਸਤਾਨ ਹੋਏਗੀ ਸ਼ਾਇਦ, ਮੇਰੇ ਮੁਲਕ ਦੇ ਵਿੱਚ ਇੱਥੇ ਹੁੰਦੇ ਆ ਕਿ ਉਹ ਜੇ ਨਿੱਕੀ ਜੀ 1 ਦਿਨ ਦੀ ਬੱਚੀ, 1 ਸਾਲ ਦੀ ਬੱਚੀ, 5 ਸਾਲ ਦੀ ਬੱਚੀ, 6 ਸਾਲ ਦੀ ਬੱਚੀ, ਜਾਂ ਇੱਕ ਅਡੋਲਸੈਂਟ ਏਜ ਦੀ ਕੁੜੀ ਦਾ ਰੇਪ ਕੀਤਾ ਜਾ ਰਿਹਾ ਹੈ, ਜੀ ਥੇ ਸੇਫ ਕਹੋਗੇ ਕੁੜੀ ਨੂੰ? ਤੁਹਾਡੀ ਗੱਲ ਮੈਂ ਕਿਉਂ ਡਰਦੀ ਹਾਂ ਤਾਹਿਰਾ ਜੀ? ਮੈਂ ਇਸ ਕਰਕੇ ਨਹੀਂ ਡਰਦੀ ਕਿ ਰਾਤ ਹੋ ਗਈ ਹੈ, ਮੈਂ ਇਸ ਕਰਕੇ ਡਰਦੀ ਹਾਂ ਕਿ ਮੈਂ
ਸਰੀਰਕ ਤੌਰ ਤੇ ਜਿਸਮਾਨੀ ਤੌਰ ਤੇ ਕਮਜ਼ੋਰ ਹਾਂ। ਮੇਰੀ ਜਿਸਮਾਨੀ ਬਣਤਰ ਇਸ ਕਿਸਮ ਦੀ ਹੈ ਕਿ ਜੇ ਕੁਝ ਵਾਪਰਦਾ ਤੇ ਉਹਦਾ ਸਾਰਾ ਕੁਝ ਭੋਗਾਂਗੀ ਮੈਂ, ਕਿਸੇ ਮਰਦ ਨੇ ਨਹੀਂ ਭੋਗਣਾ। ਸੋ ਤਾਹਿਰਾ ਜੀ, ਮੈਂ ਮੁਆਫੀ ਚਾਹੁੰਦੀ ਹਾਂ ਕਿ ਔਰਤ, ਮੈਂ ਆਪਣੇ ਮੁਲਕ ਦੀ ਗੱਲ ਕਰਦੀ ਹਾਂ, ਮੈਂ ਬਾਹਰ ਦੀ ਵੀ ਗੱਲ ਕਰਦੀ ਹਾਂ। ਬਾਹਰ ਇਹ ਕੋਈ ਬਹੁਤ ਜ਼ਿਆਦਾ, ਇਹ ਕੋਈ ਫੋਰਨ ਕੰਟਰੀ ਨਹੀਂ ਹੈ ਕਿ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਕੋਈ ਲੜਕਾ ਪੁੱਛੇਗਾ ਕਿ ਵਿਲ ਯੂ ਗੋ ਔਨ ਡੇਟ ਵਿਦ ਮੀ, ਤੇ ਮੁੰਡਾ ਕਹੂਗਾ ਨਹੀਂ। ਪਰਸੋਂ ਚੌਥ ਦੇ ਅਖਬਾਰ ਵਿੱਚ ਮੈਂ ਦੇਖ ਰਹੀ ਸੀ ਕਿ ਇੱਕ ਕੁੜੀ ਦਾ ਵਿਆਹ 3 ਵਾਰ ਰੋਕਿਆ, ਉਹਦੇ ਤੇਜ਼ਾਬ ਪਾ ਕੇ ਸੁੱਟ ਦਿੱਤਾ ਗਿਆ ਕਿਉਂਕਿ ਮੁੰਡਾ ਕਹਿੰਦਾ ਆ ਕਿ ਤੂੰ ਮੇਰੇ ਨਾਲ ਦੋਸਤੀ ਕਿਉਂ ਨਹੀਂ ਕਰਦੀ ਤੇ ਮੈਂ ਤਾਂ ਤੇਰਾ ਵਿਆਹ ਨਹੀਂ ਹੋਣ ਦੇਣਾ। ਸੋ ਇਸ ਕਿਸਮ ਦੀਆਂ ਹਾਲਾਤਾਂ ਵਿੱਚ ਤਾਹਿਰਾ ਜੀ, ਔਰਤ ਅਜੇ ਬਹੁਤ ਸੰਘਰਸ਼ ਦੀ ਲੋੜ ਹੈ। ਉਹ ਜਿਹਦੀ ਅੱਜ ਦੀ ਕੁੜੀ ਦੀ ਗੱਲ ਕਰਦੀ ਆ, ਇੱਕ ਕਾਲਜ ਦੀ ਪੜ੍ਹੀ ਲਿਖੀ ਗ੍ਰੈਜੂਏਟ ਕੁੜੀ ਹੈ, ਪੋਸਟ ਗ੍ਰੈਜੂਏਸ਼ਨ ਕਰ ਰਹੀ ਹੈ, ਉਹਦੇ ਮਾਪਿਆਂ ਨੇ ਉਹਦਾ ਵਿਆਹ ਰਚਾਇਆ, ਮੁੰਡੇ ਨੇ ਆਇਆ ਤੇਜ਼ਾਬ ਸੁੱਟਤਾ ਕਿ ਤੂੰ ਮੇਰੇ ਨਾਲ ਦੋਸਤੀ ਕਿਉਂ ਨਹੀਂ ਕੀਤੀ। ਸੋ ਇਹ ਹੈ ਕਿ ਮੈਂ ਪਿੱਛੇ ਕਿਉਂ ਕਹਿੰਦੀ ਆ, ਬੰਦਿਆਂ ਨੂੰ ਅਕਲ ਕਿਉਂ ਆਉਣੀ ਚਾਹੀਦੀ ਹੈ ਕਿ ਔਰਤ ਸਿਰਫ ਤੇ ਸਿਰਫ ਸਰੀਰਕ ਬਣਤਰ ਕਰਕੇ ਕਮਜ਼ੋਰ ਹੈ। ਮੈਂ ਫੇਰ ਲਾਈਨ ਰਿਪੀਟ ਕਰਦੀ ਹਾਂ, ਕੋਮਲ ਹੈ, ਕਮਜ਼ੋਰ ਨਹੀਂ ਹੈ, ਬਿਲਕੁਲ ਜੀ, ਨਾਰੀ ਹੈ। ਬਿਲਕੁਲ। ਔਰ ਤੁਸੀਂ ਮੇਰੇ ਖਿਆਲ ਨਾਲ ਆਪਣਾ ਇੱਕ ਕਾਫੀ ਗੰਭੀਰ ਵਿਸ਼ਾ ਜੇ ਗੱਲ ਕੀਤੀ ਜਾਵੇ ਇਸ ਵਿਸ਼ੇ ਤੇ, ਮੈਂ ਇਹਦੇ ਤੇ ਨਾਵਲ ਵੀ ਲਿਖਿਆ, ਤੂੰ ਆਵਾਜ਼ ਆਈ ਹੈ, ਜਿਹਦੇ ਚ ਮੈਂ ਕੁੜੀ ਨੂੰ ਪਿੱਛੇ ਹਟਾਇਆ ਸੀ। ਕਿੱਡਾ ਹਿਪੋਕ੍ਰੇਸੀ ਹੈ ਮਰਦ ਦੀ ਅੱਜ ਦੇ ਜ਼ਮਾਨੇ ਚ। ਮੈਂ ਇਹ ਗੱਲ 2003-04 ਦੀ ਕਰ ਰਹੀ ਹਾਂ ਤਾਹਿਰਾ ਜੀ, ਮੇਰੇ ਪੜੋਸ ਦੀ ਗੱਲ ਕਰ ਰਹੀ ਹਾਂ, ਚੰਡੀਗੜ੍ਹ ਦੀ, ਜਿੱਥੇ ਵਿਆਹਿਆ ਵਰਿਆ ਬੰਦਾ, ਬੱਚਿਆਂ ਦਾ ਬਾਪ, ਇੱਕ ਅਨਮੈਰਿਡ ਇਨੋਸੈਂਟ ਕੁੜੀ ਨਾਲ ਆਪਣਾ ਰਿਸ਼ਤਾ ਬਣਾਉਂਦਾ ਆ। ਬਾਅਦ ਚ ਕਹਿੰਦਾ ਮੈਂ ਤਾਂ ਆਪਣੀ ਘਰ ਵਾਲੀ ਤੋਂ ਬੜਾ ਦੁਖੀ ਆ। ਪਹਿਲੀ ਵਾਰ ਉਹ ਪ੍ਰੈਗਨੈਂਟ ਹੁੰਦੀ ਹੈ, ਕਹਿੰਦਾ ਅਬੋਰਸ਼ਨ ਕਰਾ ਚੱਲ ਕੇ। ਦੂਜੀ ਵਾਰ ਉਹ ਕਹਿੰਦੀ ਹੈ ਵੀ ਤੇਰਾ ਹੀ ਆ, ਮੈਂ ਅਬੋਰਸ਼ਨ ਕਿਉਂ ਕਰਾਵਾਂ? ਕਹਿੰਦਾ ਰੱਖ ਲੈ ਫਿਰ ਜੇ ਰੱਖਣਾ ਆ, ਮੈਂ ਆਪਣੇ ਬੱਚਿਆਂ ਨੂੰ, ਆਪਣੀ ਬੀਵੀ ਨੂੰ ਕਿੱਥੇ ਛੱਡੂੰਗਾ? ਵੱਡੇ ਸਟੂਪਿਡ। ਇਹ ਕਿਹੜੀ ਪੀੜ੍ਹੀ ਦੀ ਗੱਲ ਕਰਦੇ ਆ ਆਪਾਂ? ਇਹ ਅੱਜ ਦੀ ਪੀੜ੍ਹੀ ਚ ਇਹ ਨਵ ਯੁਵਤੀਆਂ ਨਾਲ ਹੋ ਰਹੀ ਹੈ। ਫਿਰ ਉਦੋਂ ਬਾਅਦ ਮੈਂ ਕਿਤਾਬ ਲਿਖੀ ਸੀ ਅਲਖ, ਜਿਹੜੀ ਮੈਂ ਕਵਿਤਾ ਲਿਖੀ ਕਿ ਮੈਂ ਜਿੰਨੇ ਆਪਣੀ ਬੇਬਾਕੀ ਦਾ ਫਾਇਦਾ ਲਿਆ, ਜਿੰਨੇ ਮੇਰੇ ਬਿਊਰੋਕਰੈਟ ਮਿੱਤਰ ਸੀਗੇ, ਜਿੰਨੇ ਮੇਰੇ ਪੋਲੀਟੀਸ਼ੀਅਨ ਮਿੱਤਰ ਸੀ, ਮੇਰੇ ਕਲੀਗ ਸੀ, ਮੇਰੇ ਆਮ ਦੁਨੀਆ ਦੇ ਮੇਰੇ ਆਲੇ ਦੁਆਲੇ ਵਸਦੇ, ਮੈਂ ਆਪਣੀ ਬੇਬਾਕੀ ਨਾਲ ਉਹਨਾਂ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਕਿ ਮੈਂ ਉਹਨਾਂ ਦੀ ਇੰਟਰਵਿਊ ਕਰ ਰਹੀ ਹਾਂ। ਔਰਤਾਂ ਦੀ ਇੰਟਰਵਿਊ ਲਈ ਇਹ ਸਾਰਾ ਕੁਝ ਔਰਤਾਂ ਨਾਲ ਹੀ ਵਾਪਰਦਾ ਹੈ। ਔਰਤਾਂ ਵੀ ਉਨੀ ਜ਼ਿੰਮੇਵਾਰ ਨੇ। ਮੈਂ ਤੁਹਾਡੀ ਗੱਲ ਨਾਲ ਪੂਰਾ ਤੁਹਾਡੀ ਗੱਲ ਨਾਲ ਮੇਰੇ ਖਿਆਲ ਨਾਲ ਹਾਂਜੀ। ਪਤਾ ਗੱਲ ਕੀ ਜੇ ਗੱਲ ਇਹ ਹੈ ਕਿ ਮੈਂ ਤਾਹਿਰਾ ਜੀ ਨਾਲ ਵੀ, ਮਨਜੀਤ ਮੈਂ ਤੁਹਾਡੇ ਨਾਲ ਵੀ, ਔਰ ਜਿਹੜੇ ਦਰਸ਼ਕ ਦੇਖ ਰਹੇ ਨੇ ਉਹ ਵੀ ਪੂਰੇ ਇਸ ਗੱਲ ਨਾਲ ਸਹਿਮਤ ਹੋ ਰਹੇ ਨੇ ਵੀ ਜਿਹੜੇ ਵਿਚਾਰ ਰੱਖੇ ਜਾ ਰਹੇ ਨੇ ਬਿਲਕੁਲ ਸਹੀ ਰੱਖੇ ਜਾ ਰਹੇ ਨੇ ਕਿ ਅਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ, ਚਾਹੇ ਆਪਾਂ ਠੀਕ ਹੈ ਨਾ। ਔਰ ਅਜੇ ਬਹੁਤ ਕੁਝ ਕਰਨ ਦੀ ਲੋੜ ਸਾਡੇ ਭਰਾਵਾਂ ਨੂੰ ਹੈ ਕਿ ਆਪਣੀਆਂ ਧੀਆਂ ਨੂੰ, ਆਪਣੀਆਂ ਭੈਣਾਂ ਨੂੰ, ਆਪਣੀਆਂ ਮਾਵਾਂ ਨੂੰ ਉਹ ਹੱਕ, ਉਹ ਦੰਦਨਾਉਂਦੇ ਦਿਨ ਰਾਤ ਫਿਰ ਸਕਦੇ ਨੇ, ਉਹ ਵੀ ਘੁੰਮ ਸਕਦਾ ਹੈ। ਮੁਆਫ ਕਰਨਾ ਮੈਂ ਤੁਹਾਨੂੰ ਨਾ ਚੰਗਾ ਲੱਗਾ ਹੋ ਪਲੀਜ਼, ਕਿਉਂਕਿ ਮੇਰੇ ਆਲੇ ਦੁਆਲੇ ਵਾਪਰ ਰਿਹਾ ਹੈ। ਮੇਰੀਆਂ ਅਖਬਾਰਾਂ, ਹਿੰਦੁਸਤਾਨ ਦੀਆਂ ਅਖਬਾਰਾਂ, ਪੰਜਾਬ ਦੀਆਂ ਅਖਬਾਰਾਂ ਰੋਜ਼ ਭਰੀਆਂ ਹੁੰਦੀਆਂ ਨੇ, ਫਲਾ ਇੰਨੀ ਕੁੜੀ ਨਾਲ ਬਲਾਤਕਾਰ ਹੋ ਗਿਆ, ਫਲਾਣੀ ਕੁੜੀ ਨੂੰ ਵੱਢ ਦਿੱਤਾ ਗਿਆ, ਇਹ ਰੋਜ਼ ਹੁੰਦਾ ਹੈ ਜੀ ਮੈਡਮ। ਔਰ ਮੈਂ ਤਾਂ ਇਹ ਨਾ ਮੇਰੇ ਖਿਆਲ ਨਾਲ ਹਾਂਜੀ ਕਾਫੀ ਇੱਕ ਮਸਲਾ ਕਾਫੀ ਗੰਭੀਰ ਹੋ ਜਾਂਦਾ ਗੱਲ ਕਰੀਏ ਆਪਾਂ। ਮੈਂ ਥੋੜਾ ਜਿਹਾ ਇਸ ਵਿਸ਼ੇ ਨੂੰ ਇੱਥੇ ਥੋੜਾ ਰੱਖ ਕੇ ਥੋੜਾ ਅੱਗੇ, ਕਿਉਂਕਿ ਸਾਡੇ ਸਮੇਂ ਦੀ ਪਾਬੰਦੀ ਆ, ਕਿਉਂਕਿ ਸਮਾਂ ਆਪਾਂ ਸਮੇਂ ਤੋਂ ਗਾਹ ਨਹੀਂ ਚੱਲ ਸਕਾਂਗੇ ਆਪਾਂ। ਸੋ ਮੈਂ ਚਾਹਾਂਗਾ ਕਿ ਕੁਛ ਨਾ ਕੁਛ ਜਿਹੜੀ ਇੱਕ ਸਾਂਝ ਆ ਇਸ ਵਿਸ਼ੇ ਨੂੰ, ਜਿਹੜੇ ਆਪਣੇ ਦਰਸ਼ਕ ਆ ਇਸ ਨੂੰ ਜ਼ਰੂਰ ਲੈਣ। ਪਰ ਆਪਾਂ ਕਿਤੇ ਨਾ ਕਿਤੇ ਤੁਹਾਡੀਆਂ ਰਚਨਾਵਾਂ ਨਾਲ, ਤੁਹਾਡੀਆਂ ਗਜ਼ਲਾਂ, ਤੁਹਾਡੀਆਂ ਕਵਿਤਾਵਾਂ ਨਾਲ ਵੀ ਦਰਸ਼ਕਾਂ ਦੀ ਸਾਂਝ ਪਾਈਏ, ਕਿਉਂਕਿ ਉਹ ਸਾਰੇ ਇਸ ਟਾਈਮ ਕਮੈਂਟ ਕਰ ਰਹੇ ਨੇ ਕਿ ਭਾਈ ਸਮਾਂ ਘੱਟ ਰਹਿ ਗਿਆ ਤੇ ਕੁਛ ਨਾ ਕੁਛ ਸੁਣਾਈ ਜਾਵੇ। ਸੋ ਮੇਰੀ ਤਾਹਿਰਾ ਜੀ ਤੁਹਾਨੂੰ ਮੈਂ ਹਾਂਜੀ ਜੀ ਮੈਂ ਤੁਹਾਨੂੰ ਹੁਣੇ ਸੁਣਾਨੀ ਆ ਗਜ਼ਲ। ਸੁਣਾਉਣ ਤੋਂ ਪਹਿਲੇ ਬਹੁਤ ਮੁਖਤਸਰ, ਮੈਂ ਬਹੁਤ ਲੰਬੀ ਗੱਲ ਨਹੀਂ ਕਰਾਂਗੀ ਜੀ। ਮੈਂ ਇਸ ਚੀਜ਼ ਨਾਲ ਇਤਫਾਕ ਕਰਦੀ ਹਾਂ ਜੀ, ਮੇਰੇ ਚੁਫੇਰੇ ਵੀ 2 ਸਾਲ ਦੀ ਕੁੜੀ ਦਾ ਵੀ ਰੇਪ ਹੋ ਰਿਹਾ ਹੈ, ਬਿਲਕੁਲ ਜੀ, 80 ਸਾਲ ਦੀ ਔਰਤ ਦਾ ਵੀ ਰੇਪ ਹੋ ਰਿਹਾ ਹੈ ਜੀ। ਲੇਕਿਨ ਮੈਂ ਇਸ ਚੀਜ਼ ਤੇ ਇੱਕ ਤੇ ਮੇਰਾ ਖਿਆਲ ਹੈ ਕਿ ਸਾਨੂੰ ਅੱਜ ਦੀ ਮਾਂ ਨੂੰ ਧੀ ਨਾਲੋਂ ਜ਼ਿਆਦਾ ਪੁੱਤਰ ਦੀ ਜਿਹੜੀ ਤਰਬੀਅਤ ਹੈ ਉਹ ਕਰਨੀ ਪਏਗੀ। ਬਿਲਕੁਲ ਜੀ, ਬਿਲਕੁਲ। ਪਰਵਰਿਸ਼ ਹਾਂਜੀ ਜੀ, ਉਹਦੀ ਤਰਬੀਅਤ
ਕਰਨੀ ਪਏਗੀ। ਦੂਸਰਾ, ਆਪਣੀ ਧੀ ਨੂੰ ਬਜਾਏ ਇਹਦੇ ਕਿ ਅਸੀਂ ਲੁਕਾਈਏ, ਜੀ ਉਹਨੂੰ ਇਤਮਾਦ ਦੇ ਕੇ ਉਹਨੂੰ ਸਾਨੂੰ ਇਸ ਸਮਾਜ ਚ ਕੱਢਣਾ ਪਏਗਾ, ਹਾਂਜੀ ਔਰ ਇਹੀ ਬਿਹਤਰ ਹੱਲ ਹੈ। ਜੀ ਬਿਲਕੁਲ ਸਹੀ ਹੈ, ਬਿਲਕੁਲ ਸਹੀ। ਜੀ ਇਹ ਹੁਣ ਸਾਨੂੰ ਇੱਕ ਆਪਣਾ ਤੁਸੀਂ ਉਹੀ ਤਾਰੇ ਤੁਹਾਡੇ ਤਾਰੇ ਤੁਹਾਡੇ ਬਾਰੇ ਕਾਫੀ ਕਿਹੜੇ ਕਮੈਂਟ ਆ ਰਹੇ ਨੇ ਇਸ ਟਾਈਮ, ਕੀ ਕਹਿੰਦੇ ਆ, ਪ੍ਰਕਾਸ਼ ਸੋਲ ਸਾਹਿਬ ਨੇ, ਸੁਖਦੇਵ ਬੋਹਰ ਜੀ ਨੇ, ਰੀਤ ਕਮਲ ਜੀ ਨੇ, ਔਰ ਸਾਰੇ ਕਰਨੇ ਕਿ ਮੈਡਮ ਤਾਰੇ ਜੀ ਕਹੋਗੇ ਪਲੀਜ਼ ਆਪਣਾ ਕਲਾਮ ਸੁਣਾਉਣ। ਸੋ ਜੋ ਤੁਹਾਡਾ ਮਨ ਕਰਦਾ ਜੀ, ਜਿਵੇਂ ਕਰਦਾ ਤੁਹਾਡਾ। ਜੀ ਜੀ ਉਹ ਗਜ਼ਲ ਹੈ ਕਿ ਜੀ ਸ਼ੀਸ਼ੇ ਅੱਗੇ ਬੈਠੀ ਆ, ਜੀ ਸ਼ੀਸ਼ੇ ਅੱਗੇ ਬੈਠੀ ਆ, ਆਪਣੇ ਅੱਗੇ ਬੈਠੀ, ਵਾਹ 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 ਸ਼ੀਸ਼ੇ ਅੱਗੇ ਬੈਠੀ ਆ, ਆਪਣੇ ਅੱਗੇ ਬੈਠੀ ਆ, ਵਾਹ ਤੇ ਅੰਦਰੋਂ ਕੁੰਡੀ ਵੱਜੀ ਏ, ਹੂੰ ਅੰਦਰੋਂ ਕੁੰਡੀ ਵੱਜੀ ਏ, ਬੂਹੇ ਅੱਗੇ ਬੈਠੀ ਆ, ਵਾਹ 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 ਵਾਹ। ਅੰਦਰੋਂ ਵਾਹ ਕੁੰਡੀ ਕੁੰਡੀ ਵੱਜੀ ਏ, ਵੱਜੀ ਏ, ਬੂਹੇ ਅੱਗੇ ਬੂਹੇ ਬੈਠੀ। ਅੱਗੇ ਬੈਠੀ, ਬੂਹੇ ਅੱਗੇ ਵਾਹ ਬੈਠੀ ਆ, ਵਾਹ ਤੇ ਨੀਂਦਰ ਅੱਖਾਂ ਖਾ ਗਈ ਏ, ਬਹੁਤ ਸੋਹਣੇ। ਨੀਂਦਰ ਅੱਖਾਂ ਖਾ ਗਈ ਏ, ਸੁਪਨੇ ਅੱਗੇ ਬੈਠੀ ਆ। ਵਾਹ 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 ਵਾਹ। ਬਹੁਤ ਸ਼ੁਕਰੀਆ। ਕੀ ਬਾਤ ਹੈ। ਨੀਂਦਰ ਅੱਖਾਂ ਖਾ ਗਈ ਏ, ਸੁਪਨੇ ਅੱਗੇ ਬੈਠੀ ਆ, ਵਾਹ ਤੇ ਰਾਂਝੇ ਚੂਰੀ ਮੰਗੀ ਏ, ਵਾਹ ਰਾਂਝੇ ਚੂਰੀ ਮੰਗੀ ਏ, ਬੇਬੇ ਅੱਗੇ ਬੈਠੀ ਆ, ਵਾਹ 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 ਜੀ ਵਾਹ, ਕੀ ਬਾਤ ਹੈ। ਵਾਹ ਬਹੁਤ ਸੋਹਣੇ। ਵਾਹ ਵਾਹ ਰਾਂਝੇ ਚੂਰੀ ਚੂਰੀ ਮੰਗੀ, ਬੇਬੇ ਅੱਗੇ ਬੈਠੀ ਹੈ। ਬੇਬੇ ਅੱਗੇ ਬੈਠੀ ਆ, ਵਾਹ ਤੇ ਵੇਖੋ ਕਿੰਨੀ ਸੋਹਣੀ ਆ, ਵਾਹ ਵੇਖੋ ਕਿੰਨੀ ਸੋਹਣੀ ਆ, ਸੋਹਣੇ ਅੱਗੇ ਬੈਠੀ ਆ, ਆਹ ਕਿਆ ਬਹੁਤ ਬਾਤ ਸੋਹਣਾ ਜੀ, ਹੈ। ਬਹੁਤ ਸੋਹਣਾ ਜੀ। ਵਾਹ ਕੀ ਬਾਤ ਹੈ। ਵੇਖੋ ਵੇਖੋ ਕਿੰਨੀ ਸੋਹਣੀ ਆ, ਸੋਹਣੇ ਅੱਗੇ ਸੋਹਣੇ ਬੈਠ। ਅੱਗੇ ਬੈਠੀ ਹੈ। ਵਾਹ ਸੋਹਣੇ ਅੱਗੇ ਬੈਠੀ ਆ, ਵਾਹ ਤੇ ਖਲਕਤ ਵੇਖੀ ਜਾਂਦੀ ਏ, ਵਾਹ ਖਲਕਤ ਵੇਖੀ ਜਾਂਦੀ ਏ, ਤੇਰੇ ਅੱਗੇ ਬੈਠੀ ਆ, ਵਾਹ 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 ਵਾਹ। ਜੀ ਵਾਹ, ਕੀ ਬਾਤ ਹੈ। ਵਾਹ ਖਲਕਤ ਵੇਖੀ ਜਾਂਦੀ ਏ, ਜਾਂਦੀ ਏ ਤੇਰੇ ਅੱਗੇ। ਤੇਰੇ ਅੱਗੇ ਬੈਠੀ ਆ, ਵਾਹ ਤੇ ਕਦੀ ਕਪਾਵਾਂ ਖਿੜਨਗੀਆਂ, ਹੂੰ ਕਦੀ ਕਪਾਵਾਂ ਖਿੜਨਗੀਆਂ, ਵਾਹ ਚਰਖੇ ਅੱਗੇ ਬੈਠੀ ਆ, ਕੀ ਵਾਹ ਬਾਤ। ਵਾਹ 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 ਜੀ ਵਾਹ। ਵਾਹ, ਕੀ ਕਦੀ ਬਾਤ ਹੈ। ਆਹਾਂ ਖਿੜਨਗੀਆਂ, ਖਿੰਡ ਗਈਆਂ, ਚਰਖੇ ਅੱਗੇ ਬੈਠੀਆਂ। ਵਾਹ ਚਰਖੇ ਅੱਗੇ ਬੈਠੀ। ਚਰਖੇ ਵਾਹ ਅੱਗੇ ਬੈਠੀ ਆ, ਵਾਹ ਤੇ ਸ਼ੀਸ਼ੇ ਅੱਗੇ ਬੈਠੀ ਆ, ਕਿਆ ਬਾਤ। ਆਪਣੇ ਅੱਗੇ ਬੈਠੀ ਆ। ਕੀ ਬਾਤ ਹੈ ਜੀ। ਵਾਹ ਵਾਹ ਬਹੁਤ ਸ਼ੁਕਰੀਆ। ਵਾਹ। ਨਹੀਂ ਤਾਰਾ ਜੀ, ਤੁਹਾਡਾ ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਔਰ ਮੈਡਮ ਮਨਜੀਤ ਨੇ ਵੀ, ਔਰ ਦਰਸ਼ਕਾਂ ਨੇ ਵੀ ਇਸ ਗੱਲ ਦਾ, ਇਸ ਰਚਨਾ ਦਾ ਪੂਰਾ ਆਨੰਦ ਮਾਣਿਆ। ਉਹਨਾਂ ਦੇ ਸਾਰਿਆਂ ਦੇ ਜਿਹੜੇ ਰਿਸਪੌਂਸ ਆ ਰਿਹਾ ਬੜਾ ਕਮਾਲ ਦਾ ਆ ਰਿਹਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੋ ਇਸ ਟਾਈਮ ਫੇਸਬੁੱਕ ਲਾਈਵ ਦੇਖ ਰਹੇ ਨੇ। ਔਰ ਇਸ ਗੱਲ ਤੇ ਮੈਂ ਕਰਦਿਆਂ ਮੈਨੂੰ ਯਾਦ ਆਇਆ ਕਿ ਮੈਂ ਇੱਕ ਸ਼ੇਅਰ ਲਿਖਿਆ ਸੀਗਾ ਇਸੇ ਵਿਸ਼ੇ ਨੂੰ ਲੈ ਕੇ, ਜੇ ਤੁਹਾਡੀ ਇਜਾਜ਼ਤ ਹੋਏ ਮਨਜੀਤ ਮੈਡਮ ਤਾਰਾ ਜੀ, ਕਿ ਮੈਂ ਲਿਖਿਆ ਸੀ ਕਿ ਕਿਸੇ ਪਹਿਚਾਨ ਦੀ ਖਾਤਰ ਉਹ ਸੂਲੀ ਰੋਜ਼ ਚੜ੍ਹਦੀ ਹੈ। ਵਾਹ ਵਾਹ ਵਾਹ। ਵਾਹ 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 ਵਾਹ। ਕਿਸੇ ਪਹਿਚਾਨ ਦੀ ਖਾਤਰ ਉਹ ਸੂਲੀ ਰੋਜ਼ ਚੜ੍ਹਦੀ ਹੈ। ਇਹ ਦੁਨੀਆ ਇੱਕ ਤਰਫ ਸਾਰੀ, ਮਗਰ ਉਹ ਫਿਰ ਵੀ ਲੜਦੀ ਹੈ। ਕਿਆ ਬਾਤ ਹੈ, ਕਿਆ ਬਾਤ ਹੈ। ਬਹੁਤ ਖੂਬ ਲਾਲੀ ਜੀ, ਕਿਆ ਬਾਤ। ਬਹੁਤ। ਨਹੀਂ, ਥੈਂਕ ਯੂ, ਥੈਂਕ ਯੂ। ਔਰ ਤਾਰੇ ਬਹੁਤ ਤੁਹਾਡੇ, ਹਾਂਜੀ मैं समझती हूँ कि ऐसे ही उम्मीद और उम्मीद की जरूरत है। ਜੀ ਜੀ ਬਿਲਕੁਲ, ਤੁਹਾਡੀ ਗੱਲ ਸਹੀ ਹੈ। ਔਰ ਬਿਲਕੁਲ ਤੁਹਾਡਾ ਇੱਕ ਬੜਾ ਆਨੰਦ ਹੈ ਤੁਹਾਡੀ ਗਜ਼ਲ ਸੁਣ ਕੇ। ਔਰ ਮੇਰੀ ਹੁਣ ਗੁਜ਼ਾਰਿਸ਼ ਹੋਏਗੀ ਮੈਡਮ ਮਨਜੀਤ ਜੀ ਨੂੰ ਕਿ ਮੈਡਮ ਪਲੀਜ਼ ਆਪਣੀ ਕਿਸੇ ਨਾ ਕਿਸੇ ਆਪਣੇ ਕਲਾਮ ਨਾਲ ਸਾਡੀ ਸਾਂਝ ਪਾਏ, ਫਿਰ ਆਪਾਂ ਗੱਲਾਂ ਬਾਤਾਂ ਫਿਰ ਕਰਦੇ ਹਾਂ, ਵਿਚਾਰ ਚਰਚਾ ਕਰਦੇ ਹਾਂ। ਤਦ ਤੱਕ ਮੇਰੀ ਗੁਜ਼ਾਰਿਸ਼ ਹੈ, ਫੇਸਬੁੱਕ ਤੇ ਜਿਹੜੇ ਜੁੜੇ ਨੇ ਇਸ ਟਾਈਮ, ਕਿ ਤੁਹਾਡੇ ਮਨ 'ਚ ਕੋਈ ਸਵਾਲ ਹੋਵੇ, ਕੋਈ ਸ਼ੰਕਾ ਹੋਵੇ, ਤਾਂ ਪਲੀਜ਼ ਮੈਨੂੰ ਜ਼ਰੂਰ ਕੀ ਕਹਿੰਦੇ ਇੱਥੇ ਮੈਸੇਜ ਕਰ ਦਿਓ ਫੇਸਬੁੱਕ ਲਾਈਵ ਤੇ। ਤੁਹਾਡੇ ਸਵਾਲ, ਤੁਹਾਡੀਆਂ ਸ਼ੰਕਾਵਾਂ ਜੋ ਵੀ ਹੋਣਗੀਆਂ, ਮੈਡਮ ਮਨਜੀਤ ਜੀ ਤੱਕ ਔਰ ਤਾਰਾ ਸਰਾਂ ਜੀ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ। ਮੈਡਮ ਪਲੀਜ਼ ਜੀ, ਤੁਹਾਨੂੰ ਗੁਜ਼ਾਰਿਸ਼ ਹੈ ਜੀ। ਦੋਹੇ ਪੇਸ਼ ਕਰ ਰਹੀ ਹਾਂ ਤੁਹਾਡੇ ਕੋਲ ਕੁਝ। ਵਾਹ ਜੀ ਵਾਹ ਜੀ, ਇਰਸ਼ਾਦ। ਰੁੱਸਣਾ ਜੇ ਚਾਹੇ ਚੰਨਾ,
ਮੰਨਣਾ ਵੀ ਸਿੱਖ ਵੇ, ਆਹਾ ਵਾਹ ਰੁੱਸਣਾ ਜੇ ਚਾਹੇ ਚੰਨਾ, ਮੰਨਣਾ ਵੀ ਸਿੱਖ ਵੇ, ਸੁੱਚੀਆਂ ਬਲੌਰੀ ਅੱਖਾਂ, ਸ਼ੀਸ਼ੇ ਜਿਹਾ ਮੁਖ ਵੇ, ਆਹਾ ਵਾਹ ਰੁੱਸਣਾ ਰਸਾਉਣਾ ਵੀ ਮੁਹੱਬਤਾਂ ਦੀ ਰੀਤ ਵੇ, ਰੁੱਸਣਾ ਰਸਾਉਣਾ ਵੀ ਮੁਹੱਬਤਾਂ ਦੀ ਰੀਤ ਵੇ, ਐਨਾ ਵੀ ਨਾ ਰੁੱਸੀ ਜਾਏ ਜ਼ਿੰਦਗਾਨੀ ਬੀਤ ਵੇ, ਰੁੱਸਣਾ ਵਾਹ ਰਸਾਉਣਾ ਵੀ ਮੁਹੱਬਤਾਂ ਦੀ ਰੀਤ ਵੇ, ਐਨਾ ਵੀ ਨਾ ਰੁੱਸੀ ਜਾਏ ਜ਼ਿੰਦਗਾਨੀ ਬੀਤ ਵੇ, ਵਾਹ ਸ਼ੋਹਰਤਾਂ ਦੇ ਖੰਭੀ ਚੜ ਉੱਚਾ ਨਹੀਂ ਹੋਈਦਾ, ਵਾਹ ਪੁੰਨਿਆਂ ਦੀ ਰਾਤ ਬਾਅਦ ਨੇਰਿਆਂ ਨੂੰ ਟੋਈਦਾ, ਆਹਾ ਕੀ ਬਾਤ ਹੈ ਵਾਹ ਲਾਰਿਆਂ ਦੇ ਲੜ ਲੱਗ ਜਸ਼ਨ ਮਨਾਈਏ ਨਾ, ਲਾਰਿਆਂ ਦੇ ਲੜ ਲੱਗ ਜਸ਼ਨ ਮਨਾਈਏ ਨਾ, ਰਾਹਾਂ ਦੀ ਪਛਾਣ ਬਿਨਾ ਔਜੜੇ ਵੀ ਜਾਈਏ ਨਾ, ਵਾਹ ਉਪਰੀ ਸਲੀਬਾਂ ਚਾਹੇ ਲੱਖ ਹੋਣ ਟੰਗੀਆਂ, ਮੋਦਿਆਂ ਮਾਰਿਆਂ ਦੁਆਵਾਂ ਹੀ ਤਾਂ ਮੰਗੀਆਂ, ਵਾਹ ਕੀ ਬਾਤ ਹੈ ਜੀ ਰੁਤਵੇ ਮੁਹੱਬਤਾਂ ਦੀ ਆ ਕੇ ਚਲੀ ਜਾਏ ਨਾ, ਰੁਤਵੇ ਮੁਹੱਬਤਾਂ ਦੀ ਆ ਕੇ ਚਲੀ ਜਾਏ ਨਾ, ਤੱਤੀਆਂ ਹਵਾਵਾਂ ਵੇਖੀ ਜਿੰਦ ਮੁਰਝਾਏ ਨਾ, ਆਹਾ ਵਾਹ ਕੰਡ ਕਰ ਰਿਸ਼ਤਾ, ਕੰਡ ਕਰਕੇ ਪਿੱਠ ਕਰਕੇ, ਪਿੱਠ ਕਰਕੇ ਹਾਂਜੀ ਕੰਡ ਕਰ ਰਿਸ਼ਤਾ ਖਲੋਵੇ ਜਦੋਂ ਵਿਥ ਤੇ, ਮੋਦਾਂ ਤੰਦਾਂ ਫੇਰ ਜੋੜੇ ਕੌਣ ਮਿੱਤ ਕੇ, ਆਹਾ ਵਾਹ ਤੱਤੀਆਂ ਹਵਾਵਾਂ ਜਦੋਂ ਸਾੜ ਦੇਣ ਛਾਵਾਂ ਨੂੰ, ਤੱਤੀਆਂ ਹਵਾਵਾਂ ਜਦੋਂ ਸਾੜ ਦੇਣ ਛਾਵਾਂ ਨੂੰ, ਪਿਆਰ ਦਾ ਤਰੌਂਕਾ ਠਾਰੇ ਸੁਨਸਾਨ ਰਾਹਾਂ ਨੂੰ, ਆਹਾ ਤਾਹਿਰਾ ਜੀ ਹਰ ਵਕਤ ਔਰਤਾਂ ਨੂੰ ਇੱਕ ਗੱਲ ਕਹਿੰਦੀ ਹੁੰਦੀ ਆ, ਗੈਰਾਂ ਦੇ ਮੋਢਿਆਂ ਦਾ ਆਸਰਾ ਨਾ ਲੋੜੀਏ, ਆਹਾ ਆਪਣੇ ਭਰੋਸੇ ਵਿੱਚ ਕਾਂਜੀ ਕਾਨੂੰ ਕੋਲੀਏ, ਵਾਹ ਗੈਰਾਂ ਦੇ ਮੋਢਿਆਂ ਦਾ ਆਸਰਾ ਨਾ ਲੋੜੀਏ, ਆਪਣੇ ਭਰੋਸੇ ਵਿੱਚ ਕਾਂਜੀ ਕਾਨੂੰ ਕੋਲੀਏ, ਵਾਹ ਪਤਾ ਹੁੰਦਾ ਸਾਡੇ ਨਾਲ, ਪਤਾ ਹੁੰਦਾ ਸਾਡੇ ਨਾਲ ਹੋਣੀਆਂ ਨਰਾਲੀਆਂ, ਕੱਚਿਆਂ ਕਚੂਰਾ ਸੰਗ ਪਾਉਂਦੇ ਨਾ ਪਿਆਲੀਆਂ, ਵਾਹ ਪਤਾ ਹੁੰਦਾ ਸਾਡੇ ਨਾਲ ਹੋਣੀਆਂ ਨਰਾਲੀਆਂ, ਕੱਚਿਆਂ ਕਚੂਰਾ ਸੰਗ ਪਾਉਂਦੇ ਨਾ ਪਿਆਲੀਆਂ, ਮਨ ਹੋਰ ਮੁਖ ਹੋਰ ਕਾਦੀਆਂ ਹੈਰਾਨੀਆਂ, ਕੱਚ ਦੀਆਂ ਵੰਗਾਂ ਜਿਹੜਾ ਦੇ ਗਿਆ ਨਿਸ਼ਾਨੀਆਂ, ਵਾਹ ਮਨ ਹੋਰ ਮੁਖ ਹੋਰ ਕਾਦੀਆਂ ਹੈਰਾਨੀਆਂ, ਕੱਚ ਦੀਆਂ ਵੰਗਾਂ ਜਿਹੜਾ
ਦੇ ਗਿਆ ਨਿਸ਼ਾਨੀਆਂ, ਪਤਾ ਹੁੰਦਾ ਸਾਡੇ ਨਾਲ ਕੋਣੀਆਂ ਨਰਾਲੀਆਂ, ਕੱਚਿਆਂ ਚੂਰਾਂ ਸੰਗ ਪਾਉਂਦੇ ਨਾ ਪਿਆਲੀਆਂ। वाह, क्या बात है, क्या बात है, क्या बात है। ਮੈਡਮ ਮੈਂ ਤਾਂ ਕਿਤੇ ਅਸੀਂ ਮੈਂ ਤਾਂ ਕਿ ਖਰਕੀ ਪਹੁੰਚਿਆ ਸੀਗਾ, ਚਾਹੇ ਤਾਰਾ ਜੀ ਨੇ, ਚਾਹੇ ਦਰਸ਼ਕ ਜੋ ਦੇਖ ਰਹੇ ਨੇ, ਉਹ ਸਾਰੇ ਹੀ ਉਹਨਾਂ ਦੇ ਜਿਹੜੇ ਕਮੈਂਟ ਆ ਰਹੇ ਨੇ ਕਮਾਲ ਦੇ ਆ ਰਹੇ ਨੇ। ਬਿਰਦੀ ਸਾਹਿਬ ਹਰਦੀਪ ਸਿੰਘ ਬਿਰਦੀ ਜੀ ਕਹਿ ਰਹੇ ਕਿ ਦਿਲ ਕਰਦਾ ਵੀ ਸੁਣੀ ਜਾਈਏ, ਇੱਕ ਬਹੁਤ ਵੱਡੀ ਗੱਲ ਹੈ। ਔਰ ਵਾਕਿਆ ਮੇਰਾ ਵੀ ਜਿਹੜਾ ਇੱਕ ਕਿਤੇ ਹੋਰ ਹੀ ਪਹੁੰਚਿਆ ਪਿਆ ਸੀ, ਕਮਾਲ ਹੋ ਗਿਆ। ਔਰ ਜੋਗੀ ਭਾਜੀ ਕਹਿ ਰਹੇ ਨੇ, ਜਗਤਾਰ ਧਮਾਨ ਸਰ ਕਹਿ ਰਹੇ ਨੇ, ਕੁਛ ਜੋ ਮੈਂ ਨਾਮ ਲੈਣਾ ਚਾਹਾਂਗਾ ਇੱਥੇ, ਰੀਤ ਕਮਲ ਕੌਰ ਜੱਜ ਜੀ, ਹਰਦੀਪ ਸਿੰਘ ਬਿਰਦੀ ਜੀ, ਗੁਰਮੀਤ ਸਿੰਘ ਸਿੱਧੂ ਜੀ। ਸੋ ਸਾਰੇ ਤੁਹਾਡੀ ਰਚਨਾ ਦੀ ਤਾਰੀਫ ਕਰ ਰਹੇ ਨੇ, ਕਾਫੀ ਕਮੈਂਟ ਨੇ। ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਜੋ ਦੋਸਤ ਇਸ ਤਰ੍ਹਾਂ ਦੇਖ ਰਹੇ ਨੇ, ਲਾਈਵ ਦੇਖ ਰਹੇ ਨੇ, ਔਰ ਇਹੀ ਫੀਡਬੈਕ ਹੈ। ਪਰ ਤੁਹਾਡੀ ਤਰਨੋ ਕਮਾਲ ਦੀ, ਵਾਹ, ਸ਼ੁਕਰੀਆ ਸ਼ੁਕਰੀਆ। ਮਤਲਬ ਮੈਂ ਤੁਹਾਡੀ ਸੁਣੀ ਸੀ ਰੋਨੀ ਯਾਨੀ ਮਾਏ, ਗੱਲ ਲੱਗ ਤੇਰੀ ਯਾਦ ਦੇ ਬਿਨਾਂ। ਬਸ ਤੁਹਾਡੀ ਉਹ ਜਿਹੜੀ ਤਰਨਮ ਮੈਂ ਆਪਣੀ ਜਿਹੜੀ ਪਾਠਕ ਜਾਂ ਦਰਸ਼ਕ ਆ ਉਹਨੂੰ ਆਪਣੇ ਨਾਲ ਜੋੜ ਲੈਣ ਦੀ ਖਿੱਚ ਲੈਂਦੀ ਆ। ਕਿਆ ਬਾਤ ਹੈ, ਵਾਹ, ਬੜਾ ਮਜ਼ਾ ਆਇਆ, ਬੜਾ ਆਨੰਦ ਆਇਆ। ਔਰ ਸਾਡੇ ਕੋਲ ਜਿੰਨਾ ਵੀ ਟਾਈਮ ਰਹੇਗਾ 20-25 ਮਿੰਟ, ਮੈਂ ਚਾਹਾਂਗਾ ਕਿ ਆਪਾਂ ਫਿਰ ਵੀ ਅਜੇ ਆਪਾਂ ਇਸ ਵਿਸ਼ੇ ਤੇ ਥੋੜੀ ਜਿਹੀ ਗੱਲ ਹੋਰ ਕਰਾਂਗੇ। ਮੈਂ ਗੱਲ ਕਰਾਂਗਾ ਤੁਹਾਡੀਆਂ, ਮੈਨੂੰ ਯਾਦ ਹੈ, ਮੈਨੂੰ ਪਤਾ ਹੈ ਕਿ ਮੈਡਮ ਤੁਸੀਂ ਵੀ ਆਪਣੀ ਫਾਊਂਡੇਸ਼ਨ, ਤੁਹਾਡੀ ਏਕਲ ਫਾਊਂਡੇਸ਼ਨ ਹੈ, ਔਰ ਮੈਂ ਤਾਹਿਰਾ ਸਰਾਜ ਜੀ ਦੀ ਜਿਹੜੀ ਗੱਲ ਕਰ ਰਿਹਾ, ਮੈਂ ਦੁਬਾਰਾ ਉੱਥੇ ਆ ਰਿਹਾ ਤ੍ਰਿੰਜਨ ਫਾਊਂਡੇਸ਼ਨ ਬਾਰੇ, ਕਿ ਤਾਹਿਰਾ ਥੋੜਾ ਜਿਹਾ ਖੁੱਲ ਕੇ ਦੱਸੋ ਉਸ ਬਾਰੇ, ਫਾਊਂਡੇਸ਼ਨ ਬਾਰੇ, ਕਿ ਤੁਹਾਡਾ ਕੀ ਆਬਜੈਕਟਿਵ ਹੈ, ਤੁਹਾਡਾ ਉਹਦਾ ਸਕੋਪ ਕੀ ਆ, ਉਹ ਕਿਵੇਂ ਲੋਕੀ ਤੁਹਾਡੇ ਉਸ ਸੰਸਥਾ ਨਾਲ ਜੁੜਨਗੇ, ਤਾਂ ਕਿਵੇਂ ਉਸ ਨੂੰ ਅੱਗੇ ਲੈ ਕੇ ਜਾਣਾ, ਉਸ ਚੀਜ਼ ਨੂੰ ਥੋੜਾ ਜਿਹਾ ਉਸ ਬਾਰੇ ਚਾਨਣਾ ਪਾਇਓ ਪਲੀਜ਼। ਸਭ ਤੋਂ ਪਹਿਲੇ ਤੇ ਮੈਂ ਇਹ ਦੱਸਣਾ ਚਾਹਾਂਗੀ ਕਿ ਮੈਂ ਉਹਦਾ ਨਾਮ ਤ੍ਰਿੰਜਨ ਕਿਉਂ ਰੱਖਿਆ। ਜੀ ਪਲੀਜ਼। ਜੀ, ਤ੍ਰਿੰਜਨ ਜਿਹੜਾ ਹੈ ਸਾਡੇ ਪੰਜਾਬ ਤੇ ਕਲਚਰ ਦੇ ਵਿੱਚ ਅਜਿਹੀ ਥਾਂ ਨੂੰ ਕਹਿੰਦੇ ਨੇ ਜਿੱਥੇ ਸਾਡੀ ਕੁੜੀਆਂ ਨੇ ਪੰਜਾਬ ਦੀਆਂ ਸਵਾਣੀਆਂ ਇਕੱਠੀਆਂ ਹੋ ਕੇ ਚਰਖਾ ਕੱਤਦੀਆਂ ਸੀ, ਕੰਮ ਕਰਦੀਆਂ ਸਨ, ਆਪਣੇ ਇੱਕ ਦੂਜੇ ਦਾ ਦੁੱਖ ਸੁੱਖ ਫੋਲਦੀਆਂ ਸਨ, ਇੱਕ ਦੂਜੇ ਨਾਲ ਫਿਰ ਗਿੱਧਾ ਪਾਉਂਦੀਆਂ ਸਨ, ਨੱਚਦੀਆਂ ਸਨ, ਗਾਉਂਦੀਆਂ ਸਨ। ਉਹ ਟੋਟਲ ਉਹਨਾਂ ਦੀ ਜਿਹੜੀ ਆਪਸ ਵਿੱਚ ਇੱਕ ਇਕੱਠ ਸੀ, ਇੱਕੋ ਜਗ੍ਹਾ ਸੀ, ਉਹਨੂੰ ਤ੍ਰਿੰਜਣ ਕਿਹਾ ਜਾਂਦਾ ਸੀ। ਕਿਉਂਕਿ ਇਹ ਮੇਰਾ ਜਿਹੜਾ ਮੈਂ ਵੀ ਚਾਹੁੰਦੀ ਹਾਂ ਕਿ ਅਸੀਂ ਸਾਰੀਆਂ ਇਕੱਠੀਆਂ ਹੋ ਕੇ ਇੱਕ ਦੂਜੇ ਨੂੰ ਮਸ਼ਵਰੇ ਦਈਏ, ਇੱਕ ਦੂਜੇ ਕੋਲੋਂ ਸਿੱਖੀਏ, ਇੱਕ ਦੂਜੇ ਨੂੰ ਸਿਖਾਈਏ, ਇੱਕ ਦੂਸਰੇ ਨੂੰ ਤਾਕਤ ਦਈਏ, ਇੱਕ ਦੂਸਰੇ ਦੀ ਤਾਕਤ ਬਣੀਏ। ਬਿਲਕੁਲ। ਤੇ ਉਹਦੇ ਚ ਇਹ ਵੀ ਕਿ ਮੈਂ ਆਪਣਾ ਇੱਕ ਤੇ ਨੰਬਰ 1 ਤੇ ਉਹ ਕਰਨਾ ਚਾਹ ਰਹੀ ਹਾਂ ਟੈਕਨੀਕਲ ਐਜੂਕੇਸ਼ਨ। ਵੈਰੀ ਗੁੱਡ ਜੀ। ਉਹ ਚ ਟੈਕਨੀਕਲ ਐਜੂਕੇਸ਼ਨ ਦਿੱਤੀ ਜਾਏਗੀ। ਉਸ ਤੋਂ ਬਾਅਦ ਜਿਹੜਾ ਹੈ ਉਹ ਜਿਹੜੀ ਉਹਨਾਂ ਦੀ ਵੂਮਨ ਅਪਲਿਫਟਿੰਗ ਹੈ। ਹਾਂਜੀ ਬਿਲਕੁਲ। ਉਹ ਇਕਨੋਮਿਕਲੀ ਹੋਵੇ ਜਾਂ ਸੋਸ਼ਲੀ ਹੋਵੇ, ਉਹ ਦੋਨਾਂ ਸੋਸ਼ਲੀ ਇਕਨੋਮਿਕਲੀ ਦੋਨਾਂ ਤਰ੍ਹਾਂ ਦੀ ਜਿਹੜੀ ਹੈ। ਕਿਉਂਕਿ ਜਿੰਨੀ ਦੇਰ ਤੱਕ ਮੁਆਸ਼ੀ ਤੌਰ ਤੇ ਔਰਤ ਮਜ਼ਬੂਤ ਨਹੀਂ ਹੁੰਦੀ, ਉਹ ਇਸੇ ਤਰ੍ਹਾਂ ਥ੍ਰੈਡ ਸਹਿੰਦੀ ਰਹੇਗੀ। ਮਰਦ ਕਿਉਂ ਤਾਕਤਵਰ ਹੈ? ਜੀ, ਮੇਰਾ ਨਹੀਂ ਖਿਆਲ ਕਿ ਉਹਦੀ ਜਿਹੜੀ ਜਿਸਮਾਨੀ ਤਾਕਤ ਹੈ ਉਹ ਉਹਨੂੰ ਇਸ ਲੈਵਲ ਤੇ ਖੜਾ ਕਰਦੀ ਹੈ। ਉਹਦੀ ਬਜਾਏ ਉਹਦੀ ਜਿਹੜੀ ਇਕਨੋਮਿਕਲੀ ਜਿਹੜੀ ਪਾਵਰ ਹੈ ਜੀ, ਉਹ ਔਰਤ ਨੂੰ ਦਬਾਉਂਦੀ ਹੈ, ਕਿਉਂਕਿ ਔਰਤ ਉਹਦੇ ਤੇ ਡਿਪੈਂਡ ਕਰ ਰਹੀ ਹੈ। ਜਦੋਂ ਔਰਤ ਉਹਦੇ ਬਰਾਬਰ ਕੰਮ ਕਰੇਗੀ, ਉਹਦੇ ਬਰਾਬਰ ਕਮਾਏਗੀ, ਤੇ ਫਿਰ ਉਹ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ। ਔਰ ਮੈਂ ਕਦੀ ਵੀ ਨਹੀਂ ਚਾਹਿਆ ਕਿ ਔਰਤ ਜਿਹੜੀ ਹੈ, ਕਿਉਂਕਿ ਔਰਤ ਤੇ ਇੱਕ ਕੁਦਰਤੀ ਤੌਰ ਤੇ ਮਾਂ ਹੈ, ਕ੍ਰੀਏਟਰ ਹੈ, ਮਾਂ ਹੈ। ਹਾਂਜੀ, ਇਹਦੇ ਚ ਕੋਈ ਸ਼ੱਕੋ ਸ਼ੁਬਾ ਨਹੀਂ ਕਿ ਔਰਤ ਜਿਹੜੀ ਹੈ ਇਸ ਧਰਤੀ ਦੀ ਸਭ ਤੋਂ ਵੱਡੀ ਤਾਕਤ ਹੈ। ਬਿਲਕੁਲ ਜੀ, ਇਹਦੇ ਚ ਕੋਈ ਸ਼ੱਕੋ ਸ਼ੁਬਾ ਨਹੀਂ ਹੈ। ਸਿਰਫ ਸਾਨੂੰ ਔਰਤ ਨੂੰ ਇਸ ਮਰਦ ਪ੍ਰਧਾਨ ਸਮਾਜ ਦੇ ਵਿੱਚ ਔਰਤ ਨੂੰ ਉਹਦੀ ਜਗ੍ਹਾ ਤੇ ਖੜਾ ਕਰਨ ਵਾਸਤੇ ਉਹਨੂੰ ਇਕਨੋਮਿਕਲੀ ਸਟਰੋਂਗ ਕਰਨਾ ਪਵੇਗਾ, ਉਹਨੂੰ ਸੋਸ਼ਲੀ ਸਟਰੋਂਗ ਕਰਨਾ ਪਵੇਗਾ। ਤੇ ਉਹ ਮੇਰੀ ਜਿਹੜੀ ਤ੍ਰਿੰਜਣ ਹੈ ਉਹਦਾ ਇਹੀ ਮਕਸਦ ਹੈ ਕਿ ਅਸੀਂ ਔਰਤ ਨੂੰ ਸਟਰੋਂਗ ਕਰਾਂਗੇ, ਉਹਦੇ ਔਰ ਮਾਰਕੀਟ ਦੇ ਦਰਮਿਆਨ ਇੱਕ ਲਿੰਕ ਬਣਾਂਗੇ। ਉਹਨਾਂ ਦੀਆਂ ਤਿਆਰ ਕੀਤੀਆਂ ਹੋਈਆਂ ਪ੍ਰੋਡਕਟਸ ਜਿਹੜੀਆਂ ਨੇ ਉਹ ਮਾਰਕੀਟ ਤੱਕ ਪਹੁੰਚਾਵਾਂਗੇ, ਮਾਰਕੀਟ ਨੂੰ ਰਸਾਈ ਉਹਨਾਂ ਦੇ ਘਰ ਤੱਕ ਦੇਵਾਂਗੇ, ਜਿਹੜੀ ਉਹਨਾਂ ਦੀ ਵਰਕਿੰਗ ਪਲੇਸ ਹੈ। ਇਹ ਮੇਰਾ ਹਾਂਜੀ। ਕਿਆ ਬਾਤ। ਔਰ ਤੁਸੀਂ ਮੇਰੇ ਖਿਆਲ ਗੱਲ ਸਹੀ ਕੀਤੀ ਸੀ ਕਿ ਗੱਲ ਬੜੀ ਛੋਟੀ ਜਿਹੀ ਹੈ ਕਿ ਤੁਸੀਂ ਆਪਣਾ ਹੱਥ ਐਵੇਂ ਇੰਜ ਕਰ ਰਹੇ ਜੇ ਜਾਂ ਇੰਜ ਕਰ ਰਹੇ ਜੇ। ਸੋ ਗੱਲ ਬੜੀ ਛੋਟੀ ਜਿਹੀ ਹੈ ਪਰ ਉਹਦੇ ਜਿਹੜੇ ਅਰਥ ਕਾਫੀ ਵੱਡੇ ਨੇ। ਔਰ ਜਦ ਤੱਕ ਅਸੀਂ
ਕੁਦਰਤੀ ਤੌਰ ਤੇ ਜਦੋਂ ਤੁਸੀਂ ਕਿਸੇ ਕੋਲੋਂ ਕਿਸੇ ਦੇ ਮੁਤਹਿਤ ਹੋ ਜਾਂਦੇ, ਜਦੋਂ ਕਿਸੇ ਕੋਲ ਪੈਸੇ ਲੈਣੇ ਹੁੰਦੇ, ਤੁਸੀਂ ਤੁਹਾਡਾ ਹਸਬੈਂਡ ਹੋਵੇ, ਤੁਹਾਡਾ ਫਾਦਰ ਹੋਵੇ, ਜੋ ਮਰਜ਼ੀ ਲਾ ਲਓ, ਕਿਸੇ ਤਰ੍ਹਾਂ ਦੀ ਗੱਲ ਕਰੋ, ਠੀਕ ਹੈ ਨਾ, ਜੀ ਤੇ ਉੱਥੇ ਉਹ ਥੋੜਾ ਗੈਪ ਆ ਜਾਂਦਾ, ਤੁਹਾਡਾ ਇਕਨੋਮਿਕਲ ਜਿਹੜਾ ਗੈਪ ਜਾਂ ਸੋਸ਼ਲ ਗੈਪ ਆ ਜਾਂਦਾ। ਤੇ ਮੈਂ ਦੇਖਿਆ ਕਿ ਜਿੱਥੇ ਜਿੱਥੇ ਵੀ, ਚਾਹੇ ਉਹ ਪੰਜਾਬ ਹੈ, ਚਾਹੇ ਈਵਨ ਅਮਰੀਕਾ ਵਿੱਚ, ਮੈਂ ਅਮਰੀਕਾ 'ਚ ਰਹਿੰਦਾ, ਕਿ ਅਮਰੀਕਾ ਵਿੱਚ ਹਰ ਧੀ, ਹਰ ਭੈਣ ਮੈਡਮ ਜੀ ਤੋਂ ਇੰਡੀਪੈਂਡੈਂਟ ਹੈ, ਠੀਕ ਹੈ ਨਾ, ਕਿ ਉਹ ਆਪਣੀ ਕਮਾਈ ਕਰ ਸਕਦੀ ਆ। ਸੋ ਉਹਨੂੰ ਇੱਕ ਹੱਕ ਮਿਲ ਜਾਂਦਾ ਕਿ ਜਦੋਂ ਆਪਣੀ ਕਮਾਈ ਕਰ ਰਹੀ ਹੈ, ਇੰਡੀਪੈਂਡੈਂਟ, ਫਾਈਨੈਂਸ਼ਲੀ ਸਿਕਿਉਰ ਹੋ ਗਈ ਆ, ਤੇ ਉਹ ਆਪਣੇ ਫੈਸਲੇ ਆਪ ਕਰ ਸਕਦੀ ਆ, ਠੀਕ ਹੈ ਨਾ। ਸੋ ਇੱਕ ਬਹੁਤ, ਔਰ ਜਦੋਂ ਵੀ ਉਹਨੂੰ ਲੱਗਦਾ ਕਿ ਜਦੋਂ ਵੀ ਕਿਸੇ ਔਰਤ ਦੀ ਜਾਂ ਕਿਸੇ ਵੀ, ਚਾਹੇ ਮੇਰੀ ਧੀ ਭੈਣ ਦੀ, ਕਿਸੇ ਦੀ, ਜਦੋਂ ਗੱਲ ਤੁਹਾਡੇ ਵਜੂਦ ਤੇ ਆਉਂਦੀ ਆ, ਤਾਂ ਉਦੋਂ ਤੁਹਾਡਾ ਹੱਕ ਬਣਦਾ ਕਿ ਤੁਸੀਂ ਉੱਥੋਂ ਉੱਠੋ, ਆਪਣੇ ਆਪ ਤੋਂ ਕੁਛ ਕਰਨ ਲਈ ਕੁਛ ਨਾ ਕੁਛ ਯਤਨ ਕਰੋ, ਠੀਕ ਹੈ ਨਾ। ਬਹੁਤ ਜ਼ਰੂਰੀ ਹੈ ਉਸ ਗੱਲ, ਤੁਹਾਡੀ ਗੱਲ। ਪਰ ਤੁਹਾਡਾ ਬਹੁਤ ਸ਼ੁਕਰੀਆ ਤੁਹਾਡੀ ਇਹ ਫਾਊਂਡੇਸ਼ਨ ਵਾਸਤੇ, ਔਰ ਸਾਡੀਆਂ ਸ਼ੁਭ ਇੱਛਾਵਾਂ ਨੇ ਤੁਹਾਡੀ ਫਾਊਂਡੇਸ਼ਨ ਵਾਸਤੇ। ਸਾਨੂੰ ਬੜਾ ਯਕੀਨ ਹੈ ਕਿ ਤੁਹਾਡੀ ਫਾਊਂਡੇਸ਼ਨ, ਜਿੰਨੀਆਂ ਵੀ ਔਰਤਾਂ ਨੇ, ਖਵਾਤੀਨ ਨੇ ਤੁਹਾਡੇ ਮੁਆਸ਼ਰੇ ਵਿੱਚ, ਉਹਨਾਂ ਨੂੰ ਕੁਛ ਨਾ ਕੁਛ ਹੌਸਲਾ ਮਿਲੇਗਾ। ਔਰ ਇਹੋ ਜਿਹਾ ਹੀ ਕੰਮ ਮੈਡਮ ਮਨਜੀਤ ਵੀ ਮੈਨੂੰ ਕਰ ਰਹੇ ਨੇ ਏਕਲ ਫਾਊਂਡੇਸ਼ਨ ਥਰੂ। ਮੈਡਮ ਮਨਜੀਤ, ਤੁਹਾਨੂੰ ਆਪਣੀ ਗੁਜ਼ਾਰਿਸ਼ ਹੈ ਕਿ ਤੁਸੀਂ ਪੰਜਾਬ ਵਿੱਚ ਆਪਣੀ ਜਿਹੜੀ ਫਾਊਂਡੇਸ਼ਨ, ਏਕਲ ਫਾਊਂਡੇਸ਼ਨ ਹੈ, ਉਹਦੇ ਬਾਰੇ ਥੋੜਾ ਜਿਹਾ ਜਾਣਨਾ ਪਾਓ ਪਲੀਜ਼। ਇਹ ਏਕਲ ਨਾਰੀ ਸੰਸਥਾ ਹੈ। ਜੀ ਜੀ। ਇਹ ਨੈਸ਼ਨਲ ਸੰਸਥਾ ਆ, ਜਿਹਦੀ ਸਾਡੀ ਜਿਹੜੀ ਚੇਅਰਪਰਸਨ ਹੈਗੀ ਆ ਉਹ ਮਿਸਿਸ ਜੀਨੀ ਹੈ, ਤੇ ਉਹ ਉਦੈਪੁਰ ਦੇ ਵਿੱਚ ਰਹਿੰਦੇ ਨੇ। ਤੋ ਇਹ ਹੁਣ ਤਾਂ ਖੈਰ ਲੋਕਡਾਊਨ ਹੈ, ਹਾਲਾਤ ਥੋੜੇ ਜਿਹੇ ਠੀਕ ਨਹੀਂ ਹੈ, ਤੇ ਸਾਡੀ ਉਹਦੇ ਵਿੱਚ ਕੀ ਹੈ ਕਿ ਜਿਹੜੀ ਔਰਤ ਕਿਸੇ ਵੀ ਤਰ੍ਹਾਂ ਇਕੱਲੀ ਹੁੰਦੀ ਹੈ ਜੀ, ਚਾਹੇ ਉਹ ਮਰਦ ਵੱਲੋਂ ਤਿਰਸਕਾਰੀ ਜਾਂਦੀ ਹੈ, ਜਾਂ ਉਹ ਕਈ ਵਾਰ ਮਾਪੇ ਤਿਆਗ ਦਿੰਦੇ ਨੇ ਬੱਚੀਆਂ, ਜਿਹੜੀਆਂ ਅਣਵਿਆਹੀਆਂ ਮਾਵਾਂ ਦੀਆਂ ਬੱਚੀਆਂ ਨੇ, ਉਹ ਕਿਸ ਤਰ੍ਹਾਂ ਨਾਲ ਵੱਡੀਆਂ ਹੁੰਦੀਆਂ ਨੇ। ਉਹ ਅਣਵਿਆਹੀਆਂ ਮਾਵਾਂ ਦੀਆਂ ਬੱਚੀਆਂ ਸੀ, ਉਹਨਾਂ ਨੂੰ ਕਿ ਕੋਈ ਉਹਨਾਂ ਨੂੰ ਓਨ ਕਰੇ, ਗੋਦ ਲਵੇ, ਜਿਨ੍ਹਾਂ ਮਾਪਿਆਂ ਕੋਲ ਸੰਤਾਨ ਔਲਾਦ ਨਹੀਂ ਹੈ। ਕਈ ਜਿਹੜਾ ਪਿਛਲੇ ਦਿਨਾਂ 'ਚ ਅਸੀਂ ਇੱਕ ਜਿਹੜੀ ਕੁੜੀ ਹੈਗੀ ਹੈ ਜਿਹਦੇ ਨਾਲ ਕਰ ਰਹੇ ਹਾਂ, ਕਿ ਉਹਨੂੰ ਕੋਈ ਬਿਮਾਰੀ ਲੱਗ ਜਾਣੀ, ਕੋਈ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ, ਉਹ ਮਰਦ ਨੂੰ ਵੀ ਲੱਗ ਸਕਦੀ ਹੈ, ਔਰਤ ਨੂੰ ਵੀ ਲੱਗ ਸਕਦੀ ਹੈ। ਜਦੋਂ ਮਰਦ ਨੂੰ ਬਿਮਾਰੀ ਲੱਗਦੀ ਹੈ ਤੇ ਔਰਤ ਦਿਨ ਰਾਤ ਇੱਕ ਕਰਕੇ ਤੇ ਉਹ ਅਰਦਾਸਾਂ ਕਰਦੀ ਹੈ ਕਿ ਹੇ ਰੱਬਾ, ਇਹਨੂੰ ਤੂੰ ਰਾਜ਼ੀ ਕਰ, ਮੇਰੇ ਸਿਰ ਦਾ ਸਾਈਂ। ਜੀ। ਪਰ ਕੋਈ ਨਾਮਰਾਦ ਬਿਮਾਰੀ ਔਰਤ ਨੂੰ ਲੱਗਦੀ ਹੈ, ਤੇ ਇਹ ਸ਼ਿਮਲੇ ਔਰਤ, ਉਹ ਕੁੜੀ, ਉਹਦੇ ਸਹੁਰਿਆਂ ਨੇ, ਉਹਦੇ ਖਾਵਨ ਨੇ ਘਰੋਂ ਕੱਢਤਾ ਕਿਉਂਕਿ ਬਿਮਾਰ ਸੀ, ਕੈਂਸਰ ਹੋ ਗਿਆ ਉਸ ਨੂੰ। ਕੈਂਸਰ ਹੋ ਗਿਆ ਜੀ। ਜੀ, ਉਹਨੇ ਤਾਂ ਬਚਣਾ ਨੀਗਾ, ਸਾਡੇ ਤਾਂ ਕੰਮ ਹੀ ਨਹੀਂ ਇਹ। ਤੋ ਉਹਦਾ ਇਲਾਜ ਵੀ ਹੋ ਰਿਹਾ ਆ, ਭਾਵੇਂ ਸਰਕਾਰੀ ਹੈ ਉਹ, ਪਰ ਸਾਰਾ ਕੁਝ ਉਸ ਨੀਵੇਂ ਪੱਧਰ ਤੋਂ ਚੁੱਕ ਕੇ ਉਸ ਕੁੜੀ ਨੂੰ ਕਿੱਥੇ ਲੈ ਕੇ ਜਾਣਾ। ਤੇ ਕੁਝ ਕੁੜੀਆਂ ਨੇ, ਇੱਕ ਤਾਂ ਇਹ ਚੱਲ ਰਿਹਾ ਹੈਗਾ ਆ, ਉਹ ਕੁੜੀ ਦੀ ਖਬਰਸਾਰ ਹੁੰਦੀ ਹੈ ਕਿ ਉਸ ਦਾ ਕੀਮੋਥੈਰੇਪੀ, ਮੇਰੇ ਖਿਆਲ ਫਾਈਨਲ ਸਟੇਜ ਦੀ ਕੀਮੋਥੈਰੇਪੀ ਚੱਲ ਰਹੀ ਹੈ। ਇਹ ਤਾਂ ਵਾਹਿਗੁਰੂ ਦੇ, ਪਰਮਾਤਮਾ ਦੇ ਹੱਥ ਵੱਸ ਹੈ ਕਿ ਉਹ ਬੱਚੀ ਬਚਦੀ ਹੈ ਜਾਂ ਨਹੀਂ ਬਚਦੀ, ਪਰ ਬਚਾਉਣਾ ਇਨਸਾਨੀਅਤ ਦਾ ਇੱਕ ਧਰਮ ਹੈ। ਕੁਝ ਬੱਚੀਆਂ ਇਸ ਕਿਸਮ ਦੀਆਂ ਜਿਨ੍ਹਾਂ ਨੂੰ ਅਸੀਂ, ਕਿ ਉਹਨਾਂ ਕੋਲ ਰੁਜ਼ਗਾਰ ਨਹੀਂ ਹੈ, ਉਹਨਾਂ ਕੋਲ ਪੈਸੇ ਨਹੀਂ ਹੈ, ਸ਼ੋਸ਼ਣ ਹੋ ਰਿਹਾ ਉਹਨਾਂ ਦਾ, ਉਹਨਾਂ ਨੂੰ ਕੋਸ਼ਿਸ਼ ਕਰਦੇ ਆ ਕਿ ਅਸੀਂ ਕਿਸੇ ਸਰਕਾਰ ਤੋਂ ਜਾਂ ਕਿਸੇ ਤੋਂ, ਜਾਂ ਆਪ ਆਪਣੀ ਸਾਡੀ ਸੰਸਥਾ ਤੋਂ ਅਸੀਂ ਉਹਨਾਂ ਨੂੰ ਕਿਸੇ ਬਸਰੇ ਰੁਜ਼ਗਾਰ ਕਰ ਸਕੀਏ। ਕਿ ਜਦੋਂ ਉਹਨਾਂ ਦੇ ਗੱਲ ਤਾਹਿਰਾ ਜੀ ਦੀ, ਕਿ ਹੱਥ ਇੰਝ ਨਹੀਂ ਹੋਵੇ ਤੇ ਹੱਥ ਇੰਝ ਹੋਵੇ, ਜਿੰਨਾ ਚਿਰ ਉਹ ਵੀ ਹੁੰਦਾ ਕਿ ਉਹ ਕੁੜੀਆਂ ਨੂੰ ਨੌਕਰੀਆਂ ਮਿਲਣ, ਚਾਹੇ ਉਹ ਨੌਕਰੀ ਛੋਟੀ ਆ ਵੱਡੀ, ਛੋਟੀ ਤੋਂ ਹੀ ਵੱਡੀ ਹੋਣੀ ਹੈ। ਕੁਝ ਔਰਤਾਂ ਪੜ੍ਹਾਈ ਦਾ ਕਰ ਰਹੇ ਆ ਤੇ ਉਹ ਕੁੜੀਆਂ ਪੜ੍ਹਨ। ਤੋ ਇਹ ਗੱਲਾਂ ਛੋਟੀਆਂ ਲੱਗਦੀਆਂ ਨੇ, ਪਰ ਰੂਟ ਕਾਜ਼ ਇਹ ਜਿਹੜੇ ਨੇ, ਇਸ ਤੋਂ ਅਸੀਂ ਚੁੱਕ ਕੇ ਔਰਤਾਂ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ। ਬਾਕੀ ਸ਼ਾਇਰਾ ਹੋਣਾ, ਕੁਛ ਹੋਣਾ, ਤੇ ਅੰਦਰ ਰੂਹ ਦੀ ਗ਼ਜ਼ਾ ਹੈ ਸਾਡੇ ਅੰਦਰ ਆ, ਤੇ ਔਰਤ ਹੋਵੇ, ਜੀ, ਔਰਤ ਨੂੰ ਔਰਤ ਹੋ ਕੇ ਜੀਣ ਦਾ ਇੱਕ ਮਿਲੇ, ਸਮਾਂ ਮਿਲੇ। ਇਹ ਘਰ ਦੇ ਵਿੱਚ ਅਸੀਂ ਆਪਣੀਆਂ ਧੀਆਂ ਨੂੰ, ਅਸੀਂ ਜਾਂਦੇ ਹਾਂ, ਜਦੋਂ ਮੈਂ ਜਾਂਦੀ ਹਾਂ ਤੇ ਉੱਥੇ ਇਹ ਕਹਿੰਦੇ ਆ ਕਿ ਧੀ ਨੂੰ ਤੇ ਪੁੱਤ ਨੂੰ, ਦੋਨਾਂ ਨੂੰ ਇਹ ਇੱਕ ਦਿਓ ਕਿ ਵੀ ਭਾਈ, ਮੇਰੇ ਵਕਤ ਮੇਰੀ ਮਾਂ ਕਹਿੰਦੀ ਸੀ ਕੁੜੀਆਂ ਉੱਚੀ ਨਹੀਂ ਬੋਲਦੀਆਂ, ਕੁੜੀਆਂ ਉੱਚੀ ਨਹੀਂ ਖੰਘਦੀਆਂ, ਕੁੜੀਆਂ ਉੱਚੀ ਡਕਾ ਕੇ ਮਾਰਦੀਆਂ, ਮੈਂ ਕਿਹਾ ਕੁੜੀਆਂ ਮਰ ਜਾਂਦੀਆਂ, ਤੇ ਮੇਰੀ ਮਾਂ ਮੈਨੂੰ ਕਹਿੰਦੀ ਮਰ ਜਾ। ਪੋਸਟ ਗ੍ਰੈਜੂਏਟ ਔਰਤ,
ਹਾਂਜੀ ਹਾਂਜੀ ਅੱਜ ਵੀ ਇਹੀ ਲੀਕ ਹੈ। ਬਿਲਕੁਲ ਉਹਨੇ ਬਿਲਕੁਲ ਜੀ ਵੀਰੇ ਨੂੰ ਐ ਨਹੀਂ ਕਹਿਣਾ ਇਹ ਤੂੰ ਕੁੜੀ ਹੈ। ਸੋ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਕੁੜੀਆਂ ਨੂੰ ਹਰ ਤਰ੍ਹਾਂ ਦੀ ਜਿਹੜੀ ਨੌਲੇਜ ਹੈ, ਮਾਂ ਜਿਹੜੀ ਹੈ ਜਿੰਨਾ ਚਿਰ ਮਾਂ ਤੇ ਪਿਓ ਜਿੰਨਾ ਚਿਰ ਵਧੀਆ ਦੋਸਤ ਆਪਣੀ ਧੀ ਦੇ ਨਹੀਂ ਹੁੰਦੇ। ਮੇਰੀ ਖੁਸ਼ਕਿਸਮਤੀ ਹੈ ਕਿ ਮੇਰਾ ਪਿਤਾ ਮੇਰਾ ਬਹੁਤ ਵਧੀਆ ਦੋਸਤ ਸੀ, ਜਿਹਦੇ ਨਾਲ ਵਾਹ ਮੈਂ ਹਰ ਗੱਲ ਕਰਦੀ ਜਿਹਨੂੰ ਇਹ ਵੀ ਕਹਿ ਸਕਦੀ ਸੀ ਮੈਂ ਫਲਾਣੇ ਨੂੰ ਮੈਨੂੰ ਇਸ਼ਕ ਹੋ ਗਿਆ, ਮੈਂ ਫਲਾਣੇ ਹਾਂਜੀ ਨੂੰ ਹਾਂਜੀ ਕਿਉਂ ਨਹੀਂ ਕਹਿਣਾ। ਪਰ ਜੀ ਮੇਰਾ ਜੀ ਪਿਤਾ ਬਹੁਤ ਕਾਮਰੇਡ ਵੱਡੀ ਗੱਲ ਸੀ। ਹੁਣ ਵੀ ਮੇਰਾ ਭਰਾ ਮੇਰੇ ਤੋਂ 16 ਸਾਲ ਛੋਟਾ ਮੇਰਾ ਦੋਸਤ ਹੈ। ਤਾਂ ਮੇਰਾ ਬਿਲਕੁਲ ਖਿਆਲ ਜੀ ਝਾਕਣ ਦੀ ਲੋੜ ਨਹੀਂ ਪਈ। ਕੁੜੀਆਂ ਨੂੰ ਬਾਹਰ ਜਦੋਂ ਝਾਕਣ ਦੀ ਲੋੜ ਪਵੇ ਕਿਉਂ ਪਵੇ, ਜਦੋਂ ਘਰ ਦੇ ਬਿਲਕੁਲ ਵਿੱਚ ਮੈਂ ਇਸ ਕਰਕੇ ਗੱਲਾਂ ਕੀਤੀਆਂ ਨੇ ਕਿ ਜਦੋਂ ਘਰ ਦੇ ਵਿੱਚ ਅਸੀਂ ਆਪਣੀ ਧੀ ਨੂੰ ਪਿਓ ਵੀ ਦੋਸਤਾਨਾ ਹੱਕ ਦਿੰਦਾ, ਹੱਥ ਹਾਂਜੀ ਵਧਾਉਂਦਾ, ਮਾਂ ਵੀ ਉਹਦੀ ਸਹੇਲੀ ਬਣਦੀ ਹੈ, ਭਰਾ ਵੀ ਉਹਦਾ ਜੀ ਜੀ ਦੋਸਤ ਬਣਦਾ ਹੈ, ਭੈਣ ਉਹਦੀ ਦੋਸਤ ਬਣਦੀ ਹੈ, ਗੱਲਾਂ ਘਰ 'ਚ ਕਰਦੇ ਹੋ। ਮੇਰਾ ਨਹੀਂ ਖਿਆਲ ਕਿ ਕੁੜੀਆਂ ਫਿਰ ਭਟਕਣ ਨੂੰ ਕੋਈ ਰਸਤਾ ਨਹੀਂ ਹੁੰਦਾ। ਬਿਲਕੁਲ ਕਿਆ ਬਾਤਾਂ ਨੇ, ਤੁਹਾਡੀ ਗੱਲ ਸਹੀ ਹੈ। ਤਹਿਜ਼ੀਬ ਘਰ ਵਿੱਚ ਹੀ ਹੈ। ਹਾਂਜੀ ਇਹ ਹਾਂਜੀ ਘਰ ਇਹ ਤਹਿਜ਼ੀਬ ਮਿਲਣੀ ਚਾਹੀਦੀ ਹੈ ਮਾਂ ਨੂੰ, ਪਿਓ ਨੂੰ। ਅਸੀਂ ਇਹ ਜਦ ਏਕਲ ਨਾਰੀ ਦੇ ਤੌਰ ਤੇ ਅਸੀਂ ਘਰ ਜਾ ਕੇ ਜਦੋਂ ਜਾਂਦੇ ਹਾਂ ਅਸੀਂ ਘਰ ਘਰ ਜਾ ਕੇ ਅਸੀਂ ਇਹ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਭਾਈ ਇਹ ਜਿੰਨਾ ਚਿਰ ਤੁਸੀਂ ਇਹ ਨਹੀਂ ਕਰਦੇ ਉਹਨਾਂ ਚਿਰ ਤੱਕ ਤੁਸੀਂ ਕਿਸੇ ਲੈਵਲ ਤਾਂ ਨਹੀਂ ਪਹੁੰਚ ਸਕਦੇ। ਫਿਰ ਇਹੀ ਕਰੋਗੇ ਵੀ ਧੀਆਂ ਜੰਮੀਆਂ ਕਿਉਂ ਜੰਮੀਆਂ। ਹਾਂ ਬਿਲਕੁਲ ਜੀ ਸਹੀ ਗੱਲ। ਉਹ ਤੁਹਾਡੀ ਇਸੇ ਗੱਲ ਤੇ ਪਤਾ ਨਹੀਂ ਕਿਉਂ ਮੇਰੇ ਮਨ 'ਚ ਕੁਝ ਲਾਈਨਾਂ ਆ ਰਹੀਆਂ ਨੇ ਤਾਹਿਰਾ ਸਰਾਜ ਜੀ ਤੇ ਮੈਂ ਵੈਸੇ ਕਿਉਂਕਿ ਤਾਹਿਰਾ ਜੀ ਸਾਡੇ ਨਾਲ ਨੇ ਇਸ ਟਾਈਮ ਤੇ ਤਾਹਿਰੇ ਤੁਹਾਨੂੰ ਗੁਜ਼ਾਰਿਸ਼ ਕਰਾਂ ਤੁਹਾਡੀ ਦੋ ਲਾਈਨਾਂ ਤੁਹਾਡੀ ਆਪਣੀ ਉਸੇ ਗਜ਼ਲ ਦੀਆਂ ਕਿ ਪਹਿਲੀ ਗੱਲ ਵਾਲੀ ਉਹਦੇ ਵਿੱਚ ਕਾਫੀ ਕੁਝ ਸਾਫ਼ ਹੋ ਜਾਂਦਾ ਤੁਹਾਡੀ ਉਸ ਗਜ਼ਲ 'ਚ ਤੇ ਤੁਹਾਨੂੰ ਗੁਜ਼ਾਰਿਸ਼ ਹੈ ਦੋ ਲਾਈਨਾਂ ਤੁਹਾਡੀ ਗਜ਼ਲ ਦੀ ਸੁਣਾ ਦਿਓ ਪਲੀਜ਼ ਪਹਿਲੀ ਗੱਲ ਵਾਲੀ। ਜੀ ਬਿਲਕੁਲ। ਜੀ ਉਹਦੇ ਵਿੱਚ ਯਾਨੀ ਵੇਖਣ 'ਚ ਤੇ ਉਹ ਗਜ਼ਲ ਜਿਹੜੀ ਹੈ ਨਾ ਉਹ ਹਾਂਜੀ ਹਾਂਜੀ ਬੜਾ ਲੋਕ ਲਾਈਟ ਲੈਂਦੇ, ਰੋਮਾਂਟਿਕ, ਨਹੀਂ ਨਹੀਂ ਉਹ ਕੁਝ ਹੋ ਰਿਹਾ ਜੀ ਤੁਹਾਡੀ ਗੱਲ ਲੇਕਿਨ ਤੇ ਜੀ ਉਹਦੇ ਵਿੱਚ ਜਿਹੜਾ ਹੈ ਯਾਨੀ ਉਹਦੇ 'ਚ ਜਿਹੜਾ ਹੈ ਨਾ ਹੇਰਾ ਫੇਰੀ ਨਹੀਂ, ਹਾਂਜੀ ਹਾਂਜੀ ਉਹ ਸੁਣੇ ਇਨਕਾਰ ਹੈ, ਬਿਲकुल ਇਨਕਾਰ ਹੈ जी बिल्कुल ਕਿ ਠੀਕ ਹੈ ਸਭ ਕੁਝ ਜਿਹੜਾ ਹੈ ਉਹ ਪਿਆਰ ਤੇ ਜੰਗ ਵਿੱਚ ਜਾਇਜ਼ ਉਹਦੇ ਵਾਸਤੇ ਨਹੀਂ ਹੈ। हाँ जी हाँ जी ਯਾਨੀ ਉਹ ਸਭ ਕੁਝ ਨਹੀਂ ਕਰ ਸਕਦਾ ਨਾ, जी ਹੇਰਾ प्लीज ਫੇਰੀ ਨਹੀਂ ਹੋ ਸਕਦੀ। ਹੁਣ ਸਾਨੂੰ ਲੈਵਲ ਤੇ ਆ ਕੇ ਗੱਲ ਕਰਨੀ ਪਏਗੀ। बिल्कुल ਜੀ ਬਿਲਕੁਲ। जी ਤੇ ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ, वाह ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ, वाह ਜੇਕਰ ਮੇਰੀ ਵੀ ਹੈ ਕਿ ਮੈਂ ਤੇਰੀ ਨਹੀਂ। वाह ਉਹ वाह ਕਹਿੰਦਾ ਏ ਪਿਆਰ ਤੇ ਜੰਗ ਵਿੱਚ ਜਾਇਜ਼ ਹੈ ਸਭ। वाह ਉਹ ਕਹਿੰਦਾ ਏ ਪਿਆਰ ਤੇ ਜੰਗ ਵਿੱਚ ਜਾਇਜ਼ ਹੈ ਸਭ। वाह ਮੈਂ ਕਹਿੰਨੀ ਆ ਹੇਰਾ ਫੇਰੀ ਨਹੀਂ। क्या बात है ਵਾਹ वाह ਵਾਹ 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 वाह ਵਾਹ। क्या बात है वाह ਮੈਂ ਕਹਿੰਨੀ ਆ ਹੇਰਾ ਫੇਰੀ ਨਹੀਂ। वाह ਤੇ क्या बात ਅੱਗੇ ਅਗਲਾ ਜਿਹੜਾ ਸ਼ੇਰ ਹੈ ਉਹ जी ਜਰਾ ਯਾਨੀ ਜਿਹੜਾ ਸਾਡੀ ਰਹਿਤਲ ਦੇ ਵਿੱਚ ਬੇਰੀ ਜਿਹੜੀ ਹੈ ਉਹ ਧੀ ਦਾ ਇਸਤਾਰਾ ਹੈ। हाँ जी ਠੀਕ ਹੈ ਨਾ ਕਿ जी ਕਿਸ ਤਰ੍ਹਾਂ ਡਰ ਦਾ ਘੁਣ ਖਾ ਜਾਂਦਾ ਹੈ ਨੀਂਦਰ ਨੂੰ, आहा हा वाह ਕਿਸ ਤਰ੍ਹਾਂ ਡਰ ਦਾ ਘੁਣ ਖਾ ਜਾਂਦਾ खा ਹੈ जाता है ਨੀਂਦਰ ਨੂੰ। वाह ਤੂੰ ਕੀ ਜਾਣੇ ਤੇਰੇ ਘਰ तेरे ਜੂ घर जो ਬੇਰੀ मेरी ਨਹੀਂ। नहीं ਵਾਹ वाह ਵਾਹ क्या ਵਾਹ ਵਾਹ वाह ਬਹੁਤ ਅੱਛਾ। क्या बात वाह वाह ਤੂੰ ਕੀ वाह ਜਾਣੇ ਤੇਰੇ ਘਰ ਜੂ ਬੇਰੀ ਨਹੀਂ। ਤੇ वाह ਮੇਰੀ ਮਨ ਤੇ ਆਪਣੇ ਆਪਣੇ ਰਾਹ ਪਈਏ। वाह ਬਹੁਤ ਅੱਛਾ। वाह ਮੇਰੀ ਮਨ ਤੇ ਆਪਣੇ ਆਪਣੇ ਰਾਹ ਪਈਏ। ਕੀ ਕਹਿਣਾ ਏ ਜਿੰਨੀ ਹੋਈ ਬਥੇਰੀ ਨਹੀਂ। वाह ਵਾਹ क्या बात है की कहना है जिन्नी ਕੀ वाह ਕਹਿਣਾ ਏ जिन्नी हुई ਜਿੰਨੀ ਹੋਈ थे ਬਥੇਰੀ वाह ਨਹੀਂ। वाह ਤੇ ਤਾਰਾ ਪਿਆਰ ਦੀ ਖਬਰੇ ਕਿਹੜੀ ਮੰਜ਼ਲ ਏ। ਤਾਰਾ ਪਿਆਰ ਦੀ ਖਬਰੇ ਕਿਹੜੀ ਮੰਜ਼ਲ ਏ। वाह ਸਭ ਕੁਝ ਮੇਰਾ ਏ ਪਰ ਮਰਜ਼ੀ ਮੇਰੀ ਨਹੀਂ। ਆਹਾ ਹਾ ਹਾ ਵਾਹ ਬਹੁਤ ਸੋਹਣੇ ਕੀ ਬਾਤ ਹੈ। ਬੇਸ਼ੱਕ ਤੁਸੀਂ ਜੋ ਆਪ ਜਿਵੇਂ ਤੁਹਾਡੇ ਹੰਡਾਇਆ ਜੋ ਤੁਸੀਂ ਦੇਖਿਆ ਤੁਸੀਂ ਉਹ ਲਿਖਿਆ ਪਰ ਤੁਸੀਂ ਪੂਰੇ ਸਮਾਜ ਦੀ ਗੱਲ ਕਰਤੀ ਹੈ ਇਸ ਗਜ਼ਲ ਰਾਹੀਂ ਇੱਕ ਸਮਾਜਿਕ ਸਥਿਤੀ ਦੀ ਸਮਾਜਿਕ ਹਾਲਤ ਦੀ। ਔਰ ਮੇਰੇ ਖਿਆਲ ਨਾਲ ਇਸ ਗਜ਼ਲ ਰਾਹੀਂ ਆਪਾਂ ਮੈਡਮ ਮਨਜੀਤ ਜਾਂ ਦਰਸ਼ਕ ਜਾਂ ਤਾਹਿਰਾ ਜੀ ਇਸ ਗੱਲ ਤੇ ਮੁਤਮਈਨ ਹੋਣਗੇ ਤੁਹਾਡੇ ਨਾਲ ਇਤਫਾਕ ਕਰਨਗੇ ਕਿ ਅਜੇ ਵੀ ਆਪਾਂ ਨੂੰ ਉਸੇ ਗੱਲ ਤੇ ਜਾਂਦੇ ਕਿ ਕਾਫੀ ਕੁਝ ਅਜੇ ਕਰਨਾ ਬਾਕੀ ਪਿਆ ਹੈ ਔਰ ਕਾਫੀ ਕੁਝ ਅਜੇ ਆਪਾਂ ਉਹਦੇ ਕਰਾਂਗੇ ਜੀ। और ਐਕਸਕਿਊਜ਼ जी जी ਉਹਦੇ 'ਚ और ਮੈਂ
ਹਾਂਜੀ ਹਾਂਜੀ ਪਲੀਜ਼ ਪਲੀਜ਼ ਤੁਸੀਂ ਮੈਡਮ ਪਲੀਜ਼ ਗੋ ਪਲੀਜ਼ ਤਾਰਾ ਜੀ। ਉਹਦੇ ਚ ਮੈਂ ਸਿਰਫ ਇੱਕ ਚੀਜ਼ ਜਿਹੜੀ ਹੈ ਉਹਦਾ ਵਾਅਦਾ ਕਰਨਾ ਚਾਹਾਂਗੀ ਜੀ। ਕਿ ਠੀਕ ਹੈ, ਸਪੋਜ਼ ਹੂੰ ਮੈਂ ਵਾਂ ਮਨਜੀਤ ਜੀ, ਅਸੀਂ ਸ਼ਾਇਰਾਂ ਵਾਂ, ਰਾਈਟਰ ਹਾਂ, ਜੀ ਕਿ ਇਹ ਕੁਦਰਤ ਨੇ ਸਾਨੂੰ ਬਖਸ਼ਿਆ ਹੈ, ਇਹਦੇ ਸਾਡੀ ਆਪਣੀ ਕੋਈ ਵਡਿਆਈ ਨਹੀਂ। ਮੈਂ ਕਮ ਬਿਲਕੁਲ ਅਜ਼ ਕਮ ਆਪਣਾ ਸਮਝਣੀ ਆ ਕਿ ਇਹ ਮੈਨੂੰ ਕੁਦਰਤ ਵੱਲੋਂ ਇੱਕ ਚੀਜ਼ ਜਿਹੜੀ ਹੈ ਉਹ ਅਤਾ ਹੋਈ ਹੈ। ਪਤਾ ਹੋਈ ਇਹਦੇ ਚ ਬਿਲਕੁਲ ਜੀ ਮੇਰਾ ਮੇਰਾ ਉਹਦੇ ਚ ਆਪਣਾ ਕੋਈ ਬਿਲਕੁਲ ਵਡਿਆਈ ਜਾਂ ਸਹੀ ਹੈ, ਬਿਲਕੁਲ ਖਜੂਰੀ, ਬਿਲकुल ਬਿਲਕੁਲ सही। ਬਿਲਕੁਲ ਸਹੀ ਕਿਹਾ ਤੁਸੀਂ ਸਹੀ ਕਿਹਾ ਉਹ ਤੁਸੀਂ ਬਤੌਰ ਇੱਕ ਔਰਤ ਦੇ ਜੀ ਮਰਦ ਪ੍ਰਧਾਨ ਸਮਾਜ ਦੇ ਵਿੱਚ ਰਹਿੰਦੀ ਹੋਈ ਇੱਕ ਔਰਤ ਜਿਹੜੀ ਹੈ, ਜੀ ਉਹਦੇ ਤੌਰ ਤੇ ਮੈਂ ਸਿਰਫ ਗੱਲਾਂ ਨਹੀਂ ਕਰਨੀਆਂ, ਹਾਂਜੀ ਬਿਲਕੁਲ ਯਾਨੀ ਸ਼ੇਰਾਂ ਰਾਹੀਂ ਮੈਂ ਗੱਲਾਂ ਤੇ ਕਰ ਸਕਦੀ ਹਾਂ, ਜੀ ਲੇਕਿਨ ਮੈਂ ਪ੍ਰੈਕਟੀਕਲੀ ਕੁਝ ਕਰਨਾ ਚਾਹੁੰਦੀ ਹਾਂ। ਇਸ ਤਰ੍ਹਾਂ ਕਿਆ ਹੀ ਬਾਤ ਮੇਰਾ ਖਿਆਲ ਹੈ ਬਾਕੀ ਜਿਹੜੀਆਂ ਨਾਰੀਆਂ ਨੇ, ਆਪਣੀਆਂ ਜ਼ਨਾਨੀਆਂ ਨੇ ਸਾਡੀਆਂ, ਉਹਨਾਂ ਨੂੰ ਵੀ ਇੱਕ ਕਦਮ ਚੁੱਕਣਾ ਪੈਣਾ ਹੈ ਅੱਗੋਂ, ਆਪਣੇ ਵਾਸਤੇ ਰਾਹ ਜਿਹੜੇ ਨੇ, ਆਪਣੀ ਆਉਣ ਵਾਲੀ ਪੀੜ੍ਹੀ ਲਈ ਰਾਹ ਜਿਹੜੇ ਨੇ ਸਾਫ਼ ਉਹ ਕਰਨ ਵਾਸਤੇ ਬਿਲਕੁਲ ਸਾਨੂੰ ਬਿਲਕੁਲ ਕੁਝ ਕਰਨਾ ਪਏਗਾ। ਤੁਹਾਡੀ ਗੱਲ ਸਹੀ ਹੈ ਕਿ ਆਪ ਫਿਜ਼ੀਕਲੀ ਚਲੋ ਜੋ ਵੀ ਜਿਵੇਂ ਵੀ ਤੁਹਾਡੀ ਗੱਲ ਸੀ ਇੱਕ ਨੈਚੁਰਲ ਜੋ ਵੀ ਹੈ, ਪਰ ਇੱਕ ਮਾਨਸਿਕ ਤੌਰ ਤੇ, ਇੱਕ ਮੈਂਟਲੀ ਤੌਰ ਤੇ ਸਟਰੋਂਗ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ। ਔਰ ਜਦੋਂ ਵੀ ਤੁਸੀਂ ਕਿਸੇ ਨੂੰ ਫਾਈਨੈਂਸ਼ੀਅਲੀ ਸਿਕਿਉਰ ਕਰ ਦਈਏ, ਚਾਹੇ ਟੈਕਨੀਕਲੀ ਚਾਹੇ ਰੋਜ਼ਗਾਰ ਥਰੂ, ਤੁਹਾਡੇ ਅੰਦਰ ਇੱਕ ਜਿਹੜਾ ਲੈਵਲ ਆਫ ਕੌਨਫੀਡੈਂਸ ਤੁਹਾਡਾ ਆ ਜਾਂਦਾ, ਕੁਦਰਤੀ ਆ ਤੁਹਾਡੇ 'ਚ ਕੋਈ ਵਿਸ਼ਵਾਸ ਪੈਦਾ ਹੋ ਜਾਂਦਾ। ਸੋ ਉਹ ਬਹੁਤ ਬਹੁਤ ਜ਼ਰੂਰੀ ਆ। ਇੱਕ ਬਹੁਤ ਬਹੁਤ ਵਧੀਆ ਤੁਹਾਡਾ ਉਪਰਾਲਾ ਹੈ, ਤੁਹਾਡਾ ਵੀ ਔਰ ਮੈਡਮ ਮਨਜੀਤ ਦਾ ਵੀ ਇੱਕ ਬਹੁਤ ਹੀ ਵਧੀਆ ਉਪਰਾਲਾ। ਔਰ ਸਾਰਾ ਪ੍ਰੋਗਰਾਮ ਬਹੁਤ ਹੀ ਵਧੀਆ ਰਿਹਾ, ਬਹੁਤ ਇੱਕ ਆਈ ਥਿੰਕ ਵੀ ਬਹੁਤ ਵਧੀਆ ਰਿਹਾ ਕਿ ਇੱਕ ਵਧੀਆ ਸੁਭਾਗ ਬਣਿਆ ਕਿ ਮੈਡਮ ਮਨਜੀਤ ਔਰ ਤੁਸੀਂ ਸਾਰੇ ਅਸੀਂ ਇਕੱਠੇ ਹੋਏ, ਆਪਾਂ ਗੱਲਾਂ ਕੀਤੀਆਂ। ਔਰ ਬਿਲਕੁਲ ਕੁਝ ਚੰਦ ਕੁ ਮੇਰੇ ਖਿਆਲ ਨਾਲ ਜੋ ਸਵਾਲ ਆਏ ਨੇ ਦੋਸਤਾਂ ਦੇ, ਸਾਡੇ ਕੋਲ ਟਾਈਮ ਹੈ ਨੇ 5 ਮਿੰਟ, ਤੇ ਮੈਂ ਚਾਹਾਂਗਾ ਤੁਹਾਡੇ ਕੋਲ ਸਵਾਲ ਪੁੱਛਣਾ, ਤੁਹਾਡੇ ਕੋਲ ਜੋ ਦਰਸ਼ਕ ਕਹਿ ਰਹੇ ਨੇ, ਠੀਕ ਹੈ ਨਾ। ਤੇ ਤਾਹਿਰਾ ਜੀ ਤੁਹਾਡੇ ਵਾਸਤੇ ਇੱਕ ਬਹੁਤ ਸੌਖਾ ਸਵਾਲ ਆਇਆ, ਸ਼ਾਇਦ ਸੌਖਾ ਜਾਂ ਔਖਾ ਜੋ ਵੀ ਤੁਹਾਨੂੰ ਪਤਾ ਹੋਏਗਾ। ਸੁਨੀਤਾ ਸ਼ਰਮਾ ਜੀ ਕਹਿ ਰਹੇ ਨੇ ਕਿ ਮੈਡਮ ਤੁਹਾਨੂੰ ਮੈਂ ਮੈਸੇਜ ਭੇਜਦੀ ਹਾਂ, ਤੁਸੀਂ ਜਵਾਬ ਨਹੀਂ ਦਿੰਦੇ। ਬਹੁਤ ਸੌਖਾ ਜਿਹਾ ਸਵਾਲ ਹੈ ਤੇ ਮੈਂ ਕਿਹਾ ਚਲੋ ਪੁੱਛ ਲੈਣਾ ਮੈਂ ਤੁਹਾਡੇ ਬਾਰੇ। ਜੀ, ਉਹਦੇ ਚ ਕਿ ਬਹੁਤ ਸਾਰੇ ਮੈਸੇजेस ਆਉਂਦੇ ਨੇ ਜੀ ਜਿਹਦੇ ਜੀ ਵਿੱਚ ਬੜੇ ਅਹਿਮ ਜਿਹੜੇ ਮੈਸੇजेस ਨੇ ਉਹ ਵੀ ਰਹਿ ਜਾਂਦੇ ਨੇ, ਬਿਲਕੁਲ ਯਾਨੀ ਬਿਲਕੁਲ ਦਬੇ ਜਾਂਦੇ ਨੇ। ਜੀ ਜੀ ਸਹੀ ਗੱਲ ਹੈ। ਸੋ ਕੋਈ ਗੱਲ ਨਹੀਂ ਸੁਨੀਤਾ ਸ਼ਰਮਾ ਜੀ, ਤੁਹਾਡਾ ਮੈਂ ਮੈਸੇਜ ਪਹੁੰਚਾਤਾ, ਠੀਕ ਹੈ ਨਾ। ਔਰ ਜੀ, ਮੈਂ ਜ਼ਰੂਰ ਕੋਸ਼ਿਸ਼ ਕਰਾਂਗੀ। ਜੀ ਜੀ ਔਰ ਪ੍ਰੋਫੈਸਰ ਜਗਤਾਰ ਧਮਾਨ ਜੀ ਮੈਡਮ ਬਾਰੇ ਕਹਿ ਰਹੇ ਨੇ, ਮੈਡਮ ਮਨਜੀਤ ਇੰਦਰਾ ਬਾਰੇ, ਕਿ ਮੈਡਮ ਤੁਸੀਂ ਜੋ ਕੁਝ ਕਹਿ ਰਹੇ ਬਿਲਕੁਲ ਤੁਸੀਂ ਸਹੀ ਕਿਹਾ। ਔਰ ਪ੍ਰੋਫੈਸਰ ਜਗਤਾਰ ਧਮਾਨ ਜੀ ਚਾਂਸਲਰ ਨੇ ਸਿਟੀ ਯੂਨੀਵਰਸਿਟੀ ਦੇ, ਔਰ ਸਾਡਾ ਬੜਾ ਧੰਨਵਾਦ ਸਾਡੇ ਨਾਲ ਜੁੜੇ ਹੁੰਦੇ ਨੇ ਇਸ ਪ੍ਰੋਗਰਾਮ ਵਿੱਚ। ਔਰ ਕਾਫੀ ਮਹਾਨ ਸ਼ਖਸੀਅਤਾਂ ਸਾਡੇ ਨਾਲ ਜੁੜੀਆਂ ਨੇ ਇਸ ਪ੍ਰੋਗਰਾਮ ਵਿੱਚ। ਉਹ ਸਾਡਾ ਇੱਕ ਯਤਨ ਹੈ, ਮੇਰੇ ਖਿਆਲ ਯਤਨ ਇਹੀ ਹੈ ਕਿ ਇੱਕ ਨਿਰੋਲ ਸਾਹਿਤਕ ਪ੍ਰੋਗਰਾਮ ਹੈ ਸਾਡਾ ਪ੍ਰੋਗਰਾਮ ਕਲਮਾਂ ਦੇ ਅੰਗ ਸੰਗ ਵਿੱਚ। ਇਹਦਾ ਜੋ ਵੀ ਸੁਨੇਹਾ ਹੈ, ਜੋ ਵੀ ਮੈਸੇਜ ਹੈ, ਉਸ ਸੋਸਾਇਟੀ ਤੱਕ ਪਹੁੰਚੇ ਤੇ ਸੋਸਾਇਟੀ 'ਚ ਕੁਛ ਨਾ ਕੁਛ ਹੋਵੇ, ਕੁਛ ਨਾ ਕੁਛ ਗੱਲ ਚੱਲੇ। ਤੇ ਜਦ ਤੱਕ ਆਪਾਂ ਗੱਲ ਨਹੀਂ ਕਰਾਂਗੇ, ਗੱਲ ਨਹੀਂ ਹੋਏਗੀ। ਸੋ ਗੱਲ ਕਰਨੀ ਬਿਲਕੁਲ ਬਹੁਤ ਜ਼ਰੂਰੀ ਹੋ ਜਾਂਦੀ ਹੈ ਕਿਸੇ ਵਿਸ਼ੇ ਨੂੰ ਲੈ ਕੇ। ਤੇ ਤਾਰੇ ਤੋਂ ਤੁਹਾਡੇ ਆਉਣ ਤੋਂ ਪਹਿਲਾਂ ਨਾ ਮੈਂ ਕੁਛ ਸੁਣਾ ਰਿਹਾ ਸੀਗਾ, ਸਾਡੇ ਕੋਲ 2-3 ਮਿੰਟ ਹੈਗੇ ਆ, ਮੈਂ ਚਾਹਾਂਗਾ ਤੁਸੀਂ ਹੁਣ ਆ ਗਏ, ਮੈਡਮ ਵੀ ਆ ਗਏ ਨੇ, ਤੇ ਮੇਰਾ ਦਿਲ ਕਰ ਰਿਹਾ ਕਿ ਮੈਂ ਤੁਹਾਨੂੰ ਫਿਰ ਦੁਬਾਰਾ ਸੁਣਾ ਪਾਣੀ ਇਹਦੀ ਕਵਿਤਾ ਸੀ, ਜ਼ਰੂਰ ਚੰਦ ਲਾਈਨਾਂ ਨੇ ਕਿ ਮੈਂ ਇਸ ਕਵਿਤਾ ਦੇ ਨਾਲ ਆਪਾਂ ਇੱਕ ਪ੍ਰੋਗਰਾਮ ਕਰਾਂਗੇ ਕਿ ਇਵੇਂ ਸੀ ਕਿ ਚੜ੍ਹਦੇ ਲੈਂਦੇ ਆਪਣੇ ਲੋਕ, ਦਿਲ ਵਿੱਚ ਰਹਿੰਦੇ ਆਪਣੇ ਲੋਕ। ਵਾਹ ਵਾਹ। ਚੜ੍ਹਦੇ ਲੈਂਦੇ ਆਪਣੇ ਲੋਕ, ਦਿਲ ਵਿੱਚ ਰਹਿੰਦੇ ਆਪਣੇ ਲੋਕ। बहुत अच्छा। 47 ਫਿਰ 65 ਤੇ 71 ਕੀ ਸਹਿੰਦੇ ਆਪਣੇ ਲੋਕ। ਹਾਏ ਵਾਹ। 47 ਫਿਰ 65 ਤੇ 71 ਕੀ ਸਹਿੰਦੇ ਆਪਣੇ ਲੋਕ। ਉੱਠ ਖਲੋਂਦੇ ਨੇ ਫਿਰ ਤੋਂ, ਉੱਠ ਖਲੋਂਦੇ ਨੇ ਫਿਰ ਤੋਂ, ਡਿੱਗਦੇ ਟਹਿੰਦੇ ਆਪਣੇ ਲੋਕ। ਡਿੱਗਦੇ ਟਹਿੰਦੇ ਆਪਣੇ ਲੋਕ। ਲੀਕ ਦਿਲਾਂ ਵਿੱਚ ਨਾ ਜੀ ਨਾ, ਲੀਕ ਦਿਲਾਂ ਵਿੱਚ ਨਾ ਜੀ ਨਾ, ਹੱਸ ਹੱਸ ਕਹਿੰਦੇ ਆਪਣੇ ਲੋਕ। ਹੱਸ ਹੱਸ ਕਹਿੰਦੇ
अपने लोक। और ईद मुबारक लैंदे नू, ईद मुबारक लैंदे नू, चढ़दे कहंदे अपने लोक, चढ़दे कहंदे अपने लोक, चढ़दे लैंदे अपने लोक, दिल विच रहिंदे अपने लोक, बहुत दिल अच्छा। विच रहिंदे अपने लोक। ਸੋ ਜਿਵੇਂ ਮੈਡਮ ਮਨਜੀਤ ਨੇ ਅੱਗੇ ਕਿਹਾ ਸੀਗਾ, ਤਾਹਰਾ ਜੀ ਨੇ ਕਿਹਾ ਕਿ ਬੇਸਿਕਲੀ ਆਪਣਾ ਪੰਜਾਬ ਤਾਂ ਇੱਕੋ ਹੀ ਆ। ਆਪਾਂ ਸਾਡੀ ਬੋਲੀ ਇੱਕ, ਸਾਡਾ ਵਿਰਸਾ ਇੱਕ, ਸਾਡੀ ਪਹਿਚਾਣ ਇੱਕ, ਸਾਡਾ ਖਾਣ ਪੀਣ, ਸਾਡਾ ਸਾਰਾ ਕੁਝ ਮਿਲਦਾ, ਅਸੀਂ ਇੱਕੋ ਹੀ ਆ ਦੋਵੇਂ ਪਾਸਿਓਂ। ਸੋ ਅੱਜ ਸਾਡੇ ਪੰਜਾਬ ਵੱਲੋਂ ਤੁਹਾਨੂੰ ਤਾਹਰਾ ਜੀ, ਤੁਹਾਨੂੰ ਵੀ ਔਰ ਪੂਰੇ ਪਾਕਿਸਤਾਨ ਨੂੰ ਸਾਡੇ ਵੱਲੋਂ ਈਦ ਮੁਬਾਰਕ। ਬੜੀ ਖੁਸ਼ੀ ਹੋਈ ਕਿ ਤੁਸੀਂ ਸਾਡੇ ਨਾਲ ਜੁੜੇ। ਮੈਂ ਜਾਣ ਤੋਂ ਪਹਿਲਾਂ ਸਾਡੇ ਕੋਲ ਦੋ ਕੁ ਮਿੰਟ ਹੈਗੇ ਨੇ, ਮੈਂ ਚਾਹਾਂਗਾ ਕਿ ਕੁਛ ਨਾ ਕੁਛ ਸੰਖੇਪ ਵਿੱਚ ਕੋਈ ਸੁਨੇਹਾ ਮੈਡਮ ਮਨਜੀਤ ਤੁਹਾਡੇ ਕੋਲੋਂ ਤੇ ਫਿਰ ਤਾਹਰਾ ਜੀ ਕੋਲੋਂ ਕੁਛ ਸੁਨੇਹਾ ਦਰਸ਼ਕਾਂ ਵਾਸਤੇ, ਕੁਛ ਪਾਠਕਾਂ ਵਾਸਤੇ, ਕੁਛ ਨਾ ਕੁਛ। ਸੋ ਮੇਰੀ ਗੁਜ਼ਾਰਿਸ਼ ਮੈਡਮ ਮਨਜੀਤ ਜੀ ਨੂੰ, ਮੈਡਮ ਪਲੀਜ਼ ਕੁਛ ਨਾ ਕੁਛ ਆਪਣੇ ਲੋਕ ਸੁਨੇਹਾ ਦਿਓ ਦਰਸ਼ਕਾਂ ਨੂੰ ਪਲੀਜ਼। ਸੁਨੇਹਾ ਸਿਰਫ ਇਹ ਹੈ ਕਿ ਵੀ ਮੈਂ ਜਿਹੜੀ ਗੱਲ ਮੈਂ ਕਹਿੰਦੀ ਰਹੀ ਹਾਂ ਕਿ ਆਪਣੀਆਂ ਕੁੜੀਆਂ ਨੂੰ, ਆਪਣੀਆਂ ਧੀਆਂ ਨੂੰ, ਬੱਚੀਆਂ ਨੂੰ ਘਰ ਦੇ ਵਿੱਚ ਦੋਸਤਾਨਾ ਮਾਹੌਲ ਦਿਓ, ਬਿਲਕੁਲ। ਔਰ ਸਮਾਜ ਦੇ ਵਿੱਚ ਉਹਨਾਂ ਨੂੰ ਖੁੱਲ੍ਹ ਕੇ ਮੁੰਡਿਆਂ ਵਾਂਗੂ ਵਿਚਰਨ ਦਾ ਇੱਕ ਰਸਤਾ ਦਿਓ, ਹੌਸਲਾ ਦਿਓ। ਤੇ ਮੈਂ ਇੱਕ ਗੱਲ ਕਹਿੰਦੀ ਹਾਂ ਕਿ ਤੁਹਾਡੇ ਨਾਲ ਮੈਂ ਜੁੜੀ ਹਾਂ, ਤੁਸੀਂ ਮੈਨੂੰ ਜੀ। ਜੋੜਿਆ, ਤੁਹਾਡੇ ਸਾਰਿਆਂ ਲਈ। ਕਿ ਮੈਂ ਸੁਨੇਹਾ ਕਿ ਇਸ ਰਿਸ਼ਤੇ ਦਾ ਕੀ ਨਾਂ ਰੱਖਾਂ, ਆਹਾ, ਕਦੇ ਚੰਨ ਜਿਹਾ, ਕਦੇ ਵਾਹ ਸੂਰਜਾ। ਵਾਹ। ਇਸ ਰਿਸ਼ਤੇ ਦਾ ਕੀ ਨਾਂ ਰੱਖਾਂ, ਕਦੇ ਚੰਨ ਜਿਹਾ, ਕਦੇ ਸੂਰਜਾ, ਕਦੀ ਹਵਾ ਦੇ ਬੁੱਲੇ ਵਰਗਾ, ਤੇ ਵਾਹ। ਰਾਤੀ ਮਾੜੇ ਸੁਪਨੇ ਵਰਗਾ। ਆਹਾ। ਇਹਦੇ ਵਿਸ਼ਵਾਸ ਹੈ ਮੇਰਾ, ਇੱਥੋਂ ਇੱਕ ਜਵਾਨ ਪਹੁੰਚਿਆ, ਵਾਹ। ਰੂਹ ਮੇਰੀ ਵਿੱਚ ਖਿੜਿਆ ਚੇਤਰ, ਅੰਗਾਂ ਚੋਂ ਖੁਸ਼ਬੂ ਪਈ ਆਉਂਦੀ। ਦੱਸ ਵਾਹ। ਰਿਸ਼ਤੇ ਦਾ ਕੀ ਨਾਂ ਰੱਖਾਂ, ਆਹਾ, ਰਿਸ਼ਤੇ ਦਾ ਕੀ ਨਾਂ ਰੱਖਾਂ। ਕਿਆ ਬਹੁਤ ਬਾਤ। ਵਾਹ ਵਾਹ, ਕਿਆ ਬਾਤ ਨੇ। ਥੈਂਕ ਯੂ ਮੈਡਮ ਮਨਜੀਤ, ਕਿਆ ਬਾਤਾਂ ਨੇ। ਵਾਹ, ਬੜਾ ਤੁਹਾਡੀ ਕਵਿਤਾ ਸਾਨੂੰ ਕਿਤੇ ਹੋਰ ਲੱਗੀ, ਪਰ ਕਮਾਲ। ਵਾਹ ਜੀ ਵਾਹ, ਕਿਆ ਬਾਤਾਂ ਨੇ। ਔਰ ਹੁਣ ਮੇਰੀ ਗੁਜ਼ਾਰਿਸ਼ ਕਰਾਂਗਾ ਮੈਂ ਮੈਡਮ ਤਾਹਰਾ ਸਰਾਜ ਜੀ ਨੂੰ ਕਿ ਤਾਹਰਾ ਜੀ ਪਲੀਜ਼ ਕੁਛ ਨਾ ਕੁਛ ਸੁਨੇਹਾ ਤੁਹਾਡੇ ਰਾਹੀਂ, ਤੁਹਾਡੇ ਜੋ ਮਨ 'ਚ ਵਿਚਾਰ ਆ ਰਹੇ ਨੇ ਪ੍ਰੋਗਰਾਮ ਕਲਮਾਂ ਦੇ ਅੰਗ ਸੰਗ ਰਾਹੀਂ, ਕੁਛ ਨਾ ਕੁਛ ਜ਼ਰੂਰ ਆਪਣੇ ਮਨ ਦੀ ਜੋ ਗੱਲ ਹੈ ਸਾਂਝੀ ਕਰੋ ਸਾਡੇ ਦਰਸ਼ਕਾਂ ਨਾਲ ਪਲੀਜ਼। ਮੈਡਮ ਤੁਹਾਡਾ ਮਾਈਕ ਮਿਊਟ ਹੋਗਾ ਸ਼ਾਇਦ, ਤੁਹਾਡਾ ਮਾਈਕ। ਜੀ ਜੀ। ਜੀ ਜੀ, ਤੇ ਕੋਈ ਹਾਂਜੀ ਹੁਣ ਆ ਰਹੀ ਜੀ। ਜਿਸ ਤਰ੍ਹਾਂ ਯਾਨੀ ਪੰਜਾਬ ਦੀ ਗੱਲ ਹੋ ਰਹੀ ਹੈ ਕਿ ਪੰਜਾਬ ਇੱਕ ਹੈ, ਜੀ ਜੀ ਠੀਕ ਹੈ ਨਾ। ਜੀ ਜੀ ਯਾਨੀ ਸਾਡੇ ਦੁੱਖ ਸੁੱਖ, ਹੀਰੋਜ਼, ਸਾਡਾ ਕਲਚਰ, ਸਾਡਾ ਸਭ ਕੁਝ ਜਿਹੜਾ ਹੈ ਇੱਕ ਹੈ। ਜੀ ਜੀ ਬਿਲਕੁਲ। ਔਰ ਉਸ ਤੋਂ ਬਾਅਦ ਜਿਹੜੀ ਵੰਡ ਹੈ, ਜਿਹਨੂੰ ਸਾਡੇ ਵੱਡੇ ਕਹਿੰਦੇ ਸਨ, ਅਸੀਂ ਆਪਣੇ ਵੱਡਿਆਂ ਕੋਲ ਸੁਣਿਆ ਹੈ ਕਿ ਇਹਨੂੰ ਉਜਾੜੇ ਕਿਹਾ। ਮੇਰੀ ਦਾਦੀ ਤੇ ਇਹਨੂੰ ਉਜਾੜੇ ਕਹਿੰਦੀ ਸੀ, ਹਾਂਜੀ ਜਦੋਂ ਹਾਂਜੀ ਉਜਾੜੇ ਪਏ ਸੀ। ਹਾਂਜੀ ਹਾਂਜੀ ਉਜਾੜੇ ਜਦੋਂ ਪਏ ਸੀ ਉਦੋਂ ਇਹ ਹੋਇਆ ਸੀ। ਜੀ ਜੀ। ਤੇ ਉਸ ਤੋਂ ਬਾਅਦ ਜਿਹੜਾ ਇੱਕ ਸਾਡੀ ਤਕਸੀਮ ਹੈ, ਉਹ ਤਕਸੀਮ ਜਿਹੜੀ ਇੱਕ ਬਾਰਡਰ ਹੈ, ਉਹ ਇੱਕ ਬਿਲਕੁਲ ਹਕੀਕਤ ਹੈ। ਜੀ ਜੀ ਹਕੀਕਤ ਨੂੰ ਸਾਹਮਣੇ ਰੱਖਦੇ ਹੋਇਆ ਕਮ ਅਜ਼ ਕਮ ਮੈਂ ਕਹਾਂਗੀ ਕਿ ਉਹ ਜਿਹੜੀ ਇੱਕ ਕੰਧ ਹੈ ਨਾ, ਉਹਦੇ 'ਚ ਇੱਕ ਬਾਰੀ ਰੱਖੋ। ਆਹ ਵਾਹ। ਰਿਕੁਐਸਟ ਹੈ ਦੋਵਾਂ ਪਾਸਿਆਂ ਦੀ ਸਰਕਾਰਾਂ ਨੂੰ ਕਿ ਉਹ ਬਾਰੀ ਜਿਹੜੀ ਹੈ, ਸਾਨੂੰ ਇੱਕ ਦੂਜੇ ਨੂੰ ਆਪਣੇ ਦੁੱਖ ਸੁੱਖ ਸਾਂਝੇ ਕਰਨ ਲਈ, ਸਾਨੂੰ ਇੱਕ ਦੂਜੇ ਦੀ ਵੱਲੋਂ ਠੰਡੀ ਹਵਾ ਆਉਣ ਜਾਣ ਵਾਸਤੇ ਇੱਕ ਸਾਨੂੰ ਬਾਰੀ ਦੇ ਦਿਓ। ਕਿਆ ਬਾਤ ਅਸੀਂ ਹੈ, ਬਹੁਤ ਵੱਡੀ ਗੱਲ ਕੀਤੀ। ਆਸਾਨੀ ਦੇ ਨਾਲ ਮਿਲ ਸਕੀਏ, ਕਿਉਂਕਿ ਮੈਂ ਅਜੇ ਤੱਕ ਇੰਡੀਆ ਨਹੀਂ ਗਈ। 2-3 ਉਹ ਦਫਾ ਟਰਾਈ ਅੱਛਾ, ਕੀਤੀ, ਅਸੀਂ 2-3 ਟੋਰਾਂਟੋ ਦਫਾ ਮਿਲੇ ਟਰਾਈ ਸੀਗੇ। ਕੀਤੀ। ਅੱਛਾ ਅੱਛਾ ਅੱਛਾ, ਹਾਂਜੀ, ਅਸੀਂ ਟੋਰਾਂਟੋ ਮਿਲੇ ਸੀ। ਠੀਕ ਹੈ ਠੀਕ ਹੈ। ਹਾਂਜੀ। ਉਸ ਤੋਂ ਬਾਅਦ ਜਿਹੜਾ ਹੈ, ਯਾਨੀ ਸਾਨੂੰ ਮਿਲਣ ਵਾਸਤੇ ਸਾਨੂੰ ਅਮਰੀਕਾ, ਕੈਨੇਡਾ, ਯੂਰਪ ਉੱਥੇ ਜਾਣਾ ਪੈਂਦਾ ਹੈ। ਸਹੀ ਗੱਲ ਹੈ ਜੀ, ਕਿਆ ਬਾਤਾਂ ਨੇ, ਯਾਨੀ ਵਾਕਈ ਬੜੀ ਸਾਨੂੰ ਖੁਸ਼ੀ। ਨਹੀਂ ਮਿਲੇ, ਉਹ ਆਸਾਨੀਆਂ ਪੈਦਾ ਕਰ ਦਵੋ। ਇੱਕ ਰਿਕੁਐਸਟ ਬਿਲਕੁਲ, ਹੈ ਕਿ ਸਾਡੇ ਕਿਆ ਲਈ ਬਾਤ। ਆਸਾਨੀਆਂ ਪੈਦਾ। ਇਹੀ ਹੋਣਾ ਚਾਹੀਦਾ ਜੀ। ਵੀਜ਼ਾ ਜਿਹੜਾ ਲੇਖਕਾਂ ਵਾਸਤੇ ਹੈ, ਘੱਟੋ ਘੱਟ ਵੀਜ਼ਾ ਸਮੱਸਿਆ ਨਹੀਂ ਹੋਣੀ ਚਾਹੀਦੀ। ਉਹਨੂੰ ਦੇਖਿਆ ਬਿਲਕੁਲ ਜਾਵੇ ਵੀ ਇਹ ਇੱਕ ਸਾਹਿਤਕਾਰ ਹੈ, ਤੋ ਇਹ ਗੁਲੂਕਾਰ ਹੈ,
ਤੇ ਇਹਨਾਂ ਨੂੰ ਜਾਣ ਆਉਣ ਦੀ, ਜਿਵੇਂ ਪੰਛੀਆਂ ਨੂੰ ਕੋਈ ਵੀਜ਼ੇ ਦੀ ਲੋੜ ਨਹੀਂ ਹੈ, ਪਾਸਪੋਰਟ ਦੀ ਲੋੜ ਨਹੀਂ। ਸ਼ਾਇਰਾਂ ਨੂੰ ਜਾਂ ਲੇਖਕਾਂ ਨੂੰ, ਜਿਹੜੇ ਕਲਾਕਾਰ ਨੇ ਉਹਨਾਂ ਨੂੰ ਵੀਜ਼ੇ ਦੀ ਲੋੜ ਨਹੀਂ ਹੋਣੀ ਚਾਹੀਦੀ। ਵੈਸੇ ਤਾਂ ਅਸੀਂ ਕੋਈ ਆ, ਸਾਨੂੰ ਵੀਜ਼ੇ ਦੀ ਲੋੜ ਨਹੀਂ ਹੋਣੀ ਚਾਹੀਦੀ। ਅਸੀਂ ਪਿਆਰ ਦੇ ਪ੍ਰਚਾਰਕ ਆ ਨਾ, ਅਸੀਂ ਪਿਆਰ ਦੇ ਪ੍ਰਚਾਰਕ, ਅਸੀਂ ਤੇ ਸਾਂਝਾ ਵਧਾਣੀਆਂ ਨੇ। ਕੀ ਬਾਤ ਹੈ। ਮੈਂ ਨਾ ਕੱਲ ਕੁਝ ਲਿਖਿਆ ਸੀ ਇਵੇਂ ਹੀ ਕਿ ਪਿਆਰ ਮੁਹੱਬਤ ਕਰੇ ਪਸਾਰਾ, ਪਿਆਰ ਮੁਹੱਬਤ ਕਰੇ ਪਸਾਰਾ, ਇੰਨਾ ਹੀ ਬਸ ਸਾਡਾ ਨਾਰਾ। ਸੋ ਉਹੀ ਗੱਲ ਹੈ ਕਿ ਸਾਡਾ ਯਤਨ ਇਹੀ ਹੈ ਕਿ ਜਿਹੜੀ ਪਿਆਰ ਮੁਹੱਬਤ ਉਹਦੇ ਦੁਨੀਆ ਚ ਨਫ਼ਰਤ ਹੋ ਗਈ। ਬਹੁਤ ਵਧੀਆ ਦਿਲ ਤਾਂ ਕਰ ਰਿਹਾ ਕਿ ਹੋਰ ਗੱਲਾਂ ਕਰੀਏ, ਕਾਫੀ ਦੇਰ ਜੁੜੇ ਰਹੀਏ ਆਪਾਂ, ਪਰ ਸਮੇਂ ਦੀ ਸਾਨੂੰ ਪਾਬੰਦੀ ਮੰਨਣੀ ਪੈਂਦੀ ਹੈ। ਤੁਹਾਡਾ ਦੋਹਾਂ ਦਾ ਹੀ ਪ੍ਰੋਗਰਾਮ ਕਲਮਾਂ ਦੇ ਅੰਗ ਸੰਗ ਵਿੱਚ ਬ੍ਰਿਟਿਸ਼ ਪੰਜਾਬੀ ਟੀਵੀ ਵੱਲੋਂ ਬਹੁਤ ਬਹੁਤ ਸਵਾਗਤ ਰਿਹਾ ਸਾਰਾ ਕੁਝ ਪ੍ਰੋਗਰਾਮ, ਔਰ ਤੁਹਾਡਾ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਵਿੱਚ ਆਏ। ਔਰ ਅਸੀਂ ਇਵੇਂ ਹੀ ਮਿਲਦੇ ਰਵਾਂਗੇ ਹਰ ਸ਼ਨੀਵਾਰ ਨੂੰ ਪ੍ਰੋਗਰਾਮ ਕਲਮਾਂ ਦੇ ਅੰਗ ਸੰਗ ਵਿੱਚ। ਔਰ ਫਿਰ ਮੇਰੀ ਉਹੀ ਗੁਜ਼ਾਰਿਸ਼ ਹੈ ਕਿ ਇੱਕ ਨਿਰੋਲ ਸਾਹਿਤਿਕ ਪ੍ਰੋਗਰਾਮ ਹੈ, ਸਾਡਾ ਯਤਨ ਹੈ ਕਿ ਜਿਹੜਾ ਸਾਹਿਤ ਹੈ ਉਹਦੇ 'ਚ ਹੋਰ ਨਿਖਾਰ ਆਵੇ, ਔਰ ਜਿਹੜੀ ਆਪਣੀ ਨਵੀਂ ਪੀੜ੍ਹੀ ਹੈ ਉਹ ਸਾਡੇ ਨਾਲ ਜੁੜੇ, ਅਸੀਂ ਕੁਛ ਨਾ ਕੁਛ ਸਾਹਿਤ ਵਿੱਚ ਨਵਾਂ ਕਰਨ ਦੀ ਯਤਨ ਕਰੀਏ। ਸਾਡਾ ਗਰੁੱਪ ਹੈ ਫੇਸਬੁੱਕ ਤੇ, ਗਰੁੱਪ ਕਲਮਾਂ ਦੇ ਅੰਗ ਸੰਗ ਵਿੱਚ ਸਾਡੇ ਨਾਲ ਰਾਬਤਾ ਪਾਇਓ, ਕਿਉਂਕਿ ਜੇ ਤੁਹਾਡੇ ਮਨ 'ਚ ਕੋਈ ਵੀ ਸ਼ੰਕਾ ਸਵਾਲ ਹੋਵੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਉਸ ਪ੍ਰੋਗਰਾਮ ਉਸ ਗਰੁੱਪ ਰਾਹੀਂ। ਸਭ ਤੋਂ ਵੱਡੀ ਗੱਲ ਹੈ ਕਿ ਹੁਣ ਪ੍ਰੋਗਰਾਮ ਦੀ ਇੱਕ ਵੇਟਿੰਗ ਲਿਸਟ ਬਣ ਚੁੱਕੀ ਆ, ਔਰ ਮੈਨੂੰ ਬੜੀ ਖੁਸ਼ੀ ਹੈ ਕਿ ਇੱਕ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਪ੍ਰੋਗਰਾਮ ਨੂੰ, ਕਿਉਂਕਿ ਸਾਨੂੰ ਸ਼ੁਰੂ ਕੀਤੇ ਨੂੰ ਇਹ ਹਾਰਡਲੀ 5-6 ਵੀਕ ਹੋਏ ਆ ਪ੍ਰੋਗਰਾਮ ਨੂੰ, ਪਰ ਤੁਹਾਡਾ ਹੁੰਗਾਰਾ ਵੇਖ ਕੇ ਤੁਹਾਨੂੰ ਨਤਮਸਤਕ ਆ, ਤੁਹਾਨੂੰ ਸਲੂਟ ਆ ਸਾਰੇ ਦਰਸ਼ਕਾਂ ਨੂੰ, ਸਾਰੀ ਆਡੀਅנס ਨੂੰ। ਔਰ ਅੱਜ ਫਿਰ ਇੱਕ ਵਾਰੀ ਲਹਿੰਦੇ ਪੰਜਾਬ ਨੂੰ ਸਾਡੇ ਪੂਰੇ ਚਾਹੇ ਅਮਰੀਕਾ ਵੱਲੋਂ, ਚਾਹੇ ਇੰਡੀਆ ਵੱਲੋਂ, ਚਾਹੇ ਈਦ ਮੁਬਾਰਕ। ਔਰ ਅਸੀਂ ਇਹੀ ਦੁਆ ਕਰਾਂਗੇ, ਇਹੀ ਸਾਡੀਆਂ ਗੁਜ਼ਾਰਿਸ਼ਾਂ ਨੇ, ਸਾਡੀ ਬੈਸਟ ਵਿਸ਼ੇਜ਼ ਨੇ ਤੁਹਾਡੀ ਫਾਊਂਡੇਸ਼ਨ ਵਾਸਤੇ ਔਰ ਮੈਡਮ ਦੀ ਫਾਊਂਡੇਸ਼ਨ ਵਾਸਤੇ। ਸਾਡੀਆਂ ਗੁਜ਼ਾਰਿਸ਼, ਤੁਸੀਂ ਕੁਛ ਨਾ ਕੁਛ ਉਪਰਾਲਾ ਕਰਦੇ ਰਹੋ ਤਾਂ ਕਿ ਸਮਾਜ ਵਿੱਚ ਕੁਛ ਨਾ ਕੁਛ ਸੁਧਾਰ ਹੋਣ ਦੀ ਇੱਕ ਜਿਹੜੀ ਆਸ ਬਣੀ ਰਹੇ, ਬਹੁਤ ਜ਼ਰੂਰੀ ਆ। ਸੋ ਦੋਸਤੋ, ਤੁਹਾਨੂੰ ਫਿਰ ਮਿਲਦੇ ਹਾਂ ਆਪਾਂ ਅਗਲੇ ਸ਼ਨੀਵਾਰ ਪ੍ਰੋਗਰਾਮ ਕਲਮਾਂ ਦੇ ਅੰਗ ਸੰਗ ਵਿੱਚ। ਤਦ ਤੱਕ ਲਈ ਸਾਡੇ ਨਾਲ ਜੁੜੇ ਰਹੋ, ਸਾਨੂੰ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ। ਗਰੁੱਪ ਕਲਮਾਂ ਦੇ ਅੰਗ ਸੰਗ ਵਿੱਚ ਚਾਹੇ ਈਮੇਲ ਕਰ ਦਿਓ kalmadeangsang@gmail.com। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਕੁਦਰਤ ਮਿਹਰਬਾਨ ਰਹੇ ਔਰ ਆਪਣੇ ਪਰਿਵਾਰ ਦਾ ਬਚਾਅ ਕਰੋ। ਥੈਂਕ ਯੂ ਸੋ ਮਚ। ਫਿਰ ਮਿਲਦੇ ਹਾਂ ਜੀ, ਰੱਬ ਰੱਖਾ ਤਦ ਤੱਕ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਿਆਣੇ ਕਹਿੰਦੇ ਨੇ ਮਾਨਵਤਾ ਦੀ ਸੇਵਾ ਸਭ ਤੋਂ ਉੱਤਮ ਧਰਮ ਹੈ। ਜੇ ਕੋਈ ਲੋੜਵੰਦ ਮਿਲੇ ਤਾਂ ਉਸ ਦੀ ਜ਼ਰੂਰ ਬਾਂਹ ਫੜਨੀ ਚਾਹੀਦੀ ਹੈ, ਤੇ ਇਹ ਧਰਮ ਦੀ ਸੇਵਾ ਨਿਭਾਈ ਹੈ ਯੂਕੇ ਦੀ ਸੰਸਥਾ ਮਾਈ ਭਾਗੋ ਸੇਵਾ ਟਰਸਟ ਨੇ, ਜਿਨ੍ਹਾਂ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਲੋੜਵੰਦਾਂ ਦੀ ਬਾਂਹ ਫੜੀ ਤੇ ਉਹਨਾਂ ਦੀ ਹਰ ਇੱਕ ਲੋੜ ਨੂੰ ਪੂਰਾ ਕਰਨ ਦੀ ਪੁਰਜ਼ੋਰ ਕੋਸ਼ਿਸ਼ ਵੀ ਕੀਤੀ। ਗਵਾਂਢੀਆਂ ਮੇਰੇ ਨਾਲ ਰਾਮ ਮੂਰਤੀ ਆ, ਹਾਂਜੀ, ਮੈਂ ਬੱਸ ਸਟੈਂਡ 'ਚ ਕੰਮ ਕਰਦਾ ਤੇ ਇਹਨਾਂ ਦੀ ਬਹੁਤ ਹਾਲਾਤ ਮਾੜੇ ਨੇ, 2 ਬੱਚੇ ਆ, ਤੇ ਕਿਰਪਾ ਕਰਕੇ ਇਹਨਾਂ ਦਾ ਜਿਹੜਾ ਮਕਾਨ ਬਣਾਇਆ ਜਾਏ। ਆਓ ਉਹਨਾਂ ਦੀ ਇਸ ਕੋਸ਼ਿਸ਼ ਦਾ ਆਪਾਂ ਵੀ ਹਿੱਸਾ ਬਣੀਏ, ਆਪਣਾ ਦਸਵੰਧ ਸਾਂਝਾ ਕਰੀਏ। ਜੇ ਤੁਸੀਂ ਕਿਸੇ ਵੀ ਤਰੀਕੇ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ, ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਹੇਠਾਂ ਦਿੱਤੇ ਅਕਾਊਂਟ ਵਿੱਚ ਆਪਣੀ ਸੇਵਾ ਵੀ ਸਾਂਝੀ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।